हाँ जी दोस्तों, ਸਿਰਜਣਾਤਮਕ ਸਿੱਖਿਆ ਸੰਸਾਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਆਓ ਗੱਲਾਂ ਕਰੀਏ ਦੇ 48ਵੇਂ ਐਪੀਸੋਡ ਦੇ ਵਿੱਚ ਅੱਜ ਆਪਾਂ ਇੱਕ ਬਹੁਤ ਵੱਖਰੇ ਵਿਸ਼ੇ ਤੇ ਗੱਲ ਕਰਨ ਲਈ ਇਕੱਠੇ ਹੋਏ ਹਾਂ। ਬਾਬਾ ਨਜ਼ਮੀ ਕਹਿੰਦਾ ਕਿ ਨਿਕੰਮੇ ਨੇ ਉਹ ਲੋਕ ਜੋ ਸ਼ਿਕਵਾ ਕਰਨ ਮੁਕੱਦਰਾਂ ਤੇ, ਉੱਗਣ ਵਾਲੇ ਤਾਂ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਮੰਜ਼ਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੀ, ਘਰੋਂ ਬਣਾ ਕੇ ਤੁਰਦੇ ਜਿਹੜੇ ਨਕਸ਼ਾ ਆਪਣੇ ਸਫ਼ਰਾਂ ਦਾ। ਦੋਸਤੋ, ਹੋਣੀਆਂ ਤੇ ਅਣਹੋਣੀਆਂ ਬੰਦੇ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਨੇ। ਕੁਦਰਤ ਵੱਲੋਂ ਜੋ ਜ਼ਿੰਦਗੀ ਸਾਨੂੰ ਮਿਲਦੀ ਹੈ, ਉਹ ਜ਼ਿੰਦਗੀ ਜਿਹੋ ਜਿਹੀ ਵੀ ਹੋਵੇ ਉਹ ਆਪਣੇ ਆਪ ਦੇ ਵਿੱਚ ਬਾਕਮਾਲ ਹੁੰਦੀ ਹੈ। ਤੇ ਮੈਨੂੰ ਇਸ ਵੇਲੇ ਕਿਸੇ ਲੇਖਕ ਦੀਆਂ ਉਹ ਗੱਲਾਂ ਚੇਤੇ ਆ ਰਹੀਆਂ ਨੇ ਕਿ ਉਹ ਕਹਿੰਦਾ ਹੈ ਕਿ ਜਿਹੜੀ ਬੰਦੇ ਦੀ ਜ਼ਿੰਦਗੀ ਹੈ ਨਾ, ਇਹ ਤਾਸ਼ ਦੇ ਪੱਤਿਆਂ ਵਰਗੀ ਹੁੰਦੀ ਹੈ। ਤਾਸ਼ ਦੇ ਪੱਤੇ ਕਦੇ ਵੀ ਕਿਸੇ ਨੂੰ ਆਪਣੀ ਮਨਮਰਜ਼ੀ ਦੇ ਨਹੀਂ ਮਿਲਦੇ, ਪਰ ਉਹਨਾਂ ਪੱਤਿਆਂ ਦੇ ਨਾਲ ਖੇਡ ਆਪਣੀ ਮਨਮਰਜ਼ੀ ਦੀ ਖੇਡੀ ਜਾਂਦੀ ਹੈ। ਬਹੁਤ ਸਾਰੇ ਬੰਦੇ ਹੁੰਦੇ ਨੇ ਜਿਨ੍ਹਾਂ ਕੋਲੇ ਬਹੁਤ ਸੋਹਣੇ ਪੱਤੇ ਆ ਜਾਂਦੇ ਨੇ, ਪਰ ਫਿਰ ਵੀ ਖੇਡ ਹਾਰ ਜਾਂਦੇ ਨੇ। ਪਰ ਕਈ ਬੰਦਿਆਂ ਕੋਲੇ ਪੱਤੇ ਵਧੀਆ ਨਹੀਂ ਹੁੰਦੇ ਹੈਗੇ, ਪਰ ਉਹਨਾਂ 'ਚ ਕਾਬਲੀਅਤ ਉਹ ਆਪਣੇ ਅੰਦਰ ਇੰਨੀ ਪੈਦਾ ਕਰ ਲੈਂਦੇ ਨੇ ਕਿ ਉਹ ਮਾੜੇ ਪੱਤਿਆਂ ਨਾਲ ਜ਼ਿੰਦਗੀ ਦੀ ਚੰਗੀ ਖੇਡ ਖੇਡ ਜਾਂਦੇ ਨੇ। ਤੇ ਅੱਜ ਸਾਡੇ ਸਿਰਜਣਾਤਮਕ ਸਿੱਖਿਆ ਸੰਸਾਰ ਦੇ ਸੱਦੇ ਤੇ ਸਾਡੇ ਨਾਲ ਤਿੰਨ ਇਹੋ ਜਿਹੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੂੰ ਕੁਦਰਤ ਵੱਲੋਂ ਪੱਤੇ ਤਾਂ ਸ਼ਾਇਦ ਉਹਨੇ ਮਜ਼ਬੂਤ ਨਾ ਮਿਲੇ ਹੋਣ, ਪਰ ਉਹਨਾਂ ਨੇ ਉਹਨਾਂ ਪੱਤਿਆਂ ਦੇ ਨਾਲ ਇੰਨੀ ਕਾਬਲੀਅਤ ਸਾਂਝੀ ਕੀਤੀ, ਇੰਨੀ ਕਾਬਲੀਅਤ ਨਾਲ ਖੇਡ ਖੇਡੀ ਕਿ ਉਹ ਨਵੇਂ ਦਿਸਹੱਦੇ ਕਾਇਮ ਕਰ ਰਹੇ ਨੇ ਤੇ ਦਿਸਹੱਦਿਆਂ ਤੋਂ ਪਾਰ ਦੇਖਣ ਦਾ ਜਜ਼ਬਾ ਇਹਨਾਂ ਨੇ ਆਪਣੇ ਅੰਦਰ ਪੈਦਾ ਕੀਤਾ। ਇਸ ਲਈ ਅੱਜ ਦੇ ਇਸ ਐਪੀਸੋਡ ਦਾ ਸਿਰਲੇਖ ਵੀ ਇਹੀ ਹੈ ਕਿ ਦਿਸਹੱਦਿਆਂ ਤੋਂ ਪਾਰ ਦੇਖਣ ਦਾ, ਦਿਸਹੱਦਿਆਂ ਤੋਂ ਪਾਰ ਜਾਣ ਦਾ ਜਜ਼ਬਾ। ਦੋਸਤੋ, ਦਿਸਹੱਦਾ ਉਹ ਥਾਂ ਹੁੰਦੀ ਹੈ ਜਿੱਥੇ ਜਾ ਕੇ ਸਾਨੂੰ ਲੱਗਦਾ ਹੁੰਦਾ ਕਿ ਅਸਮਾਨ ਤੇ ਜ਼ਮੀਨ ਇਕੱਠੇ ਹੋ ਗਏ, ਪਰ ਜਦੋਂ ਜਦੋਂ ਅਸੀਂ ਅੱਗੇ ਜਾਂਦੇ ਹਾਂ ਉਹਨੇ ਦਿਸਹੱਦੇ ਅੱਗੇ ਚਲੇ ਜਾਂਦੇ ਨੇ। ਸੋ ਇਹ ਲੋਕ, ਇਹ ਤਿੰਨ ਮਹਿਮਾਨ ਉਹ ਨੇ ਜਿਹੜੇ ਦਿਸਹੱਦਿਆਂ ਤੋਂ ਪਾਰ ਝਾਕਣ ਦਾ ਜਿਨ੍ਹਾਂ ਨੇ ਹਿੰਮਤ ਕੀਤੀ ਹੈ, ਜਜ਼ਬਾ ਪੈਦਾ ਕੀਤਾ ਹੈ। ਉਹਨਾਂ ਦੇ ਵਿੱਚੋਂ ਸਾਡੇ ਨਾਲ ਪਹਿਲੇ ਮਹਿਮਾਨ ਨੇ ਮੈਡਮ ਹਰਪਿੰਦਰ ਰਾਣਾ ਜੀ। ਮੈਡਮ ਹਰਪਿੰਦਰ ਰਾਣਾ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਆਪਣਾ ਮਾਈਕ ਔਨ ਕਰ ਲਓ ਪਲੀਜ਼। ਤਿੰਨੇ ਮਹਿਮਾਨ ਆਪਣਾ ਮਾਈਕ ਔਨ ਕਰ ਲਓ। ਹਾਂਜੀ ਸਰ, ਥੈਂਕ ਯੂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਨੂੰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਵਾਇਆ ਜੀ। ਸ਼ੁਕਰੀਆ। ਦੂਜੇ ਮਹਿਮਾਨ ਨੇ ਸਾਡੇ ਨਾਲ ਸੰਦੀਪ ਅਰੋੜਾ ਜੀ। ਸੰਦੀਪ ਅਰੋੜਾ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਕੁਲਦੀਪ ਜੀ। ਜੀ। ਤੀਜੇ ਮਹਿਮਾਨ ਨੇ ਸਾਡੇ ਨਾਲ ਕਾਲਾ ਸਿੰਘ ਜੀ। ਕਾਲਾ ਸਿੰਘ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਤੁਸੀਂ ਆਪਣਾ ਮਾਈਕ ਔਨ ਕਰ ਲਓ। ਤੁਹਾਡਾ ਮਾਈਕ ਬੰਦ ਹੈ ਸਰ। ਕਾਲਾ ਸਿੰਘ ਜੀ, ਆਪਣੇ ਹੈਲਪਰ ਸਾਥੀ ਨੂੰ ਕਹੋ ਕਿ ਤੁਹਾਡਾ ਮਾਈਕ ਖੋਲ ਦੇਣ। ਹਾਂਜੀ, ਹੁਣ ਬੋਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਹੁਤ ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਨੂੰ ਜੀ। ਮੈਂ ਤਿੰਨੇ ਮਹਿਮਾਨਾਂ ਦਾ ਸਾਡੇ ਐਡਮਿਨ ਪੈਨਲ ਵੱਲੋਂ ਸਵਾਗਤ ਕਰਦਾ। ਮੇਰੇ ਨਾਲ ਇਸ ਵੇਲੇ ਮੈਡਮ ਮਨਜਿੰਦਰ ਕੌਰ ਜੁੜੇ ਹੋਏ ਨੇ, ਸੁਖਜੀਵਨ ਹੋਰੀ ਜੁੜੇ ਹੋਏ ਨੇ। ਇਹ ਸਾਡੀ ਐਡਮਿਨ ਟੀਮ ਹੈ ਤੇ ਹੋਰ ਸਾਥੀ ਸਾਡੇ ਨਾਲ ਹੌਲੀ ਹੌਲੀ ਜੁੜ ਰਹੇ ਨੇ। ਫੇਸਬੁੱਕ ਦੇ ਉੱਤੇ ਸਿਰਜਣਾਤਮਕ ਸਿੱਖਿਆ ਸੰਸਾਰ ਦੇ ਵਿੱਚ ਇਸ ਵੇਲੇ ਪ੍ਰੋਗਰਾਮ ਲਾਈਵ ਚੱਲ ਰਿਹਾ ਹੈ। ਸੋ ਅਸੀਂ ਉਧਰਲੇ ਮਹਿਮਾਨਾਂ ਨੂੰ ਵੀ ਜੀ ਆਇਆਂ ਆਖਦੇ ਹਾਂ ਜੋ ਫੇਸਬੁੱਕ ਤੇ ਸਾਡੇ ਨਾਲ ਜੁੜਨਗੇ ਜਾਂ ਜੁੜ ਰਹੇ ਨੇ, ਦੇਖ ਰਹੇ ਨੇ ਲਗਾਤਾਰ। ਤੇ ਇੱਧਰ ਜਿਹੜੇ ਸਾਡੇ ਨਾਲ ਜੁੜਨਗੇ ਸਾਡੇ ਐਡਮਿਨ ਟੀਮ ਦੇ ਸਾਥੀ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਆਖਦੇ ਹਾਂ। ਜਿਹੜੇ ਤਿੰਨ ਮਹਿਮਾਨ ਨੇ, ਮੈਂ ਥੋੜਾ ਜਿਹਾ ਇੰਟਰੋਡਕਸ਼ਨ ਇਹਨਾਂ ਦੀ ਕਰਾ ਕੇ ਉਸ ਤੋਂ ਬਾਅਦ ਅਸੀਂ ਇਹਨਾਂ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਾਂਗੇ। ਪਹਿਲੇ ਮਹਿਮਾਨ ਨੇ ਹਰਪਿੰਦਰ ਰਾਣਾ, ਜੋ ਫਿਜ਼ੀਕਲ ਤੌਰ ਤੇ ਭਾਵੇਂ ਹੈਂਡੀਕੈਪ ਨੇ, ਵੀਲ ਚੇਅਰ ਤੇ ਵਿਚਰਦੇ ਨੇ, ਪਰ ਇਹਨਾਂ ਦੀ ਜ਼ਿੰਦਗੀ ਦੇ ਜੇ ਤੁਸੀਂ ਕੰਮਾਂ ਨੂੰ ਦੇਖੋ ਤਾਂ ਮੈਨੂੰ ਲੱਗਦਾ ਹੁੰਦਾ ਹੈ ਕਿ ਜਿਹੜੇ ਅਸੀਂ ਹਰ ਪੱਖੋਂ ਆਪਣੇ ਆਪ ਨੂੰ ਮੁਕੰਮਲ ਸਮਝਦੇ ਹਾਂ, ਸਾਡੇ ਨਾਲੋਂ ਕਿਤੇ ਵੱਧ ਕੰਮ ਕਰ ਰਹੇ ਨੇ ਇਸ ਵੇਲੇ। ਕਿਤੇ ਉਹ ਪਲਾਸਟਿਕ ਦੇ ਖਿਲਾਫ ਮੁਹਿੰਮ ਵਿੱਢੀ ਹੋਈ ਹੈ, ਕਿਤੇ ਉਹਨਾਂ ਨੇ ਸੁਖਨ ਸਨੇਹੇ ਨਾਂ ਦਾ ਪੇਜ ਬਣਾਇਆ ਹੋਇਆ ਹੈ, ਕਿਤੇ ਉਹ ਮਾਰਸ਼ਲ ਆਰਟ ਦੇ ਵਿੱਚ ਕੰਮ ਕਰ ਰਹੇ ਨੇ, ਤੇ ਸਾਹਿਤ ਦੇ ਖੇਤਰ ਦੇ ਵਿੱਚ ਬਹੁਤ ਕਮਾਲ ਦੇ ਨਾਵਲ ਲਿਖੇ ਨੇ। ਬਿਨ ਪਰੋਂ ਪ੍ਰਵਾਸ, ਨਿਰਭਉ ਨਿਰਵੈਰ,
ਸਾਹ ਰਗਦੇ ਰਿਸ਼ਤੇ ਜਿਹੜਾ ਬਹੁਤ ਖੂਬਸੂਰਤ ਨਾਵਲ ਹੈ, ਜਿਨ੍ਹਾਂ ਬਾਰੇ ਆਪਾਂ ਬਾਅਦ ਦੇ ਵਿੱਚ ਅੱਗੇ ਗੱਲ ਕਰਾਂਗੇ। ਕੀ ਜਾਣਾ ਮੈਂ ਕੌਣ, ਜਿਹੜੇ ਸਬਲਟਰਨ ਨੇ, ਜਿਹੜੇ ਕਿੰਨਰ ਨੇ, ਉਹਨਾਂ ਦੀ ਜ਼ਿੰਦਗੀ ਤੇ ਇਹਨਾਂ ਨੇ ਇਹ ਨਾਵਲ ਲਿਖਿਆ ਹੈ। ਸੋ ਬਹੁਤ ਕਮਾਲ ਦੀਆਂ ਪ੍ਰਾਪਤੀਆਂ ਨੇ ਇਹਨਾਂ ਦੀਆਂ। ਇਸੇ ਤਰ੍ਹਾਂ ਸੰਦੀਪ ਅਰੋੜਾ ਨੇ, ਇਹ ਵੀ ਫਿਜ਼ੀਕਲੀ ਤੌਰ ਤੇ ਹੈਂਡੀਕੈਪ ਨੇ, ਚੱਲ ਫਿਰ ਨਹੀਂ ਸਕਦੇ ਹੈਗੇ, ਪਰ ਵਾਤਾਵਰਨ ਨੂੰ ਬਚਾਉਣ ਵਾਸਤੇ, ਮਨੁੱਖਤਾ ਨੂੰ ਬਚਾਉਣ ਵਾਸਤੇ ਇਹਨਾਂ ਦੇ ਬਹੁਤ ਕਮਾਲ ਦੇ ਕੰਮ ਨੇ। ਇਹਨਾਂ ਨੇ ਸੀਰ ਸੁਸਾਇਟੀ ਨਾਂ ਦੀ ਇੱਕ ਸੰਸਥਾ ਬਣਾਈ ਹੋਈ ਹੈ, ਸੁਸਾਇਟੀ ਫਾਰ ਇਕੋਲੋਜੀਕਲ ਐਂਡ ਐਨਵਾਇਰਨਮੈਂਟਲ ਰਿਸੋਰਸਿਸ। ਇਹ ਸੀਰ ਨਾਂ ਦੀ ਸੁਸਾਇਟੀ ਰਾਹੀਂ ਬਹੁਤ ਵੱਡੇ ਕੰਮ ਕਰ ਰਹੇ ਨੇ ਵਾਤਾਵਰਨ ਨੂੰ ਬਚਾਉਣ ਵਾਸਤੇ। ਤੀਜੇ ਮਹਿਮਾਨ ਨੇ ਜੋ ਕਾਲਾ ਸਿੰਘ ਨੇ ਸਾਡੇ ਨਾਲ, ਜਿਨ੍ਹਾਂ ਦੀ ਅੱਖਾਂ ਦੀ ਜੋਤ ਇਹਨਾਂ ਦੇ ਨਾਲ ਨਹੀਂ ਹੈਗੀ, ਬਲਾਈਂਡ ਨੇ, ਪਰ ਆਪਣੀ ਅੱਖਾਂ ਦੀ ਇਸ ਜੋਤ ਨਾ ਹੋਣ ਦੇ ਬਾਵਜੂਦ ਇਹਨਾਂ ਨੇ ਆਪਣੀ ਤੀਜੀ ਅੱਖ ਨਾਲ ਬਹੁਤ ਕੁਝ ਦੇਖਣ ਦੀ ਕੋਸ਼ਿਸ਼ ਕੀਤੀ ਹੈ। ਜ਼ਿੰਦਗੀ ਦੀ ਕੁੱਖ ਦੇ ਵਿੱਚੋਂ ਬਹੁਤ ਕੁਝ ਲੱਭਣ ਦੀ ਕੋਸ਼ਿਸ਼ ਕੀਤੀ ਹੈ ਤੇ ਇਹਨਾਂ ਨੇ ਮਿਊਜ਼ਿਕ ਦਾ ਕੋਰਸ ਕੀਤਾ। ਵਿਸ਼ਾਰਦ ਨਾਂ ਦਾ 5 ਸਾਲ ਦਾ ਕੋਰਸ ਕਰਕੇ ਹੁਣ ਮਿਊਜ਼ਿਕ ਟੀਚਰ ਦੇ ਤੌਰ ਤੇ ਕੰਮ ਕਰ ਰਹੇ ਨੇ। ਫਲੂਟ ਵਜਾਉਂਦੇ ਨੇ, ਹਾਰਮੋਨੀਅਮ ਪਲੇ ਕਰਦੇ ਨੇ, ਤਬਲਾ ਪਲੇ ਕਰਦੇ ਨੇ ਤੇ ਵੋਕਲ ਦੇ ਵਿੱਚ ਇਹਨਾਂ ਦੀ ਖਾਸ ਤੌਰ ਤੇ ਮੁਹਾਰਤ ਹੈ। ਬਤੌਰ ਟੀਚਰ ਆਪਣੇ ਅਧਿਆਪਕਾਂ ਤੱਕ ਆਪਣੀਆਂ ਚੀਜ਼ਾਂ ਲੈ ਕੇ ਜਾ ਰਹੇ ਨੇ। ਸੋ ਤਿੰਨੇ ਮਹਿਮਾਨਾਂ ਨੇ ਦਿਸ ਹੱਦਿਆਂ ਤੋਂ ਪਾਰ ਦੇਖਣ ਦਾ ਜੋ ਆਪਣੇ ਅੰਦਰ ਜਜ਼ਬਾ ਪੈਦਾ ਕੀਤਾ, ਅਸੀਂ ਉਹਨੂੰ ਸੈਲੂਟ ਕਰਦੇ ਹਾਂ, ਉਸਨੂੰ ਸਲਾਮ ਕਰਦੇ ਹਾਂ। ਤੇ ਇਸੇ ਕਰਕੇ ਅੱਜ ਇਹ ਤਿੰਨ ਮਹਿਮਾਨ ਸਾਡੇ ਨਾਲ ਨੇ, ਤਿੰਨੇ ਅਧਿਆਪਕ ਨੇ। ਸੋ ਸਭ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਆਪਣੀ ਸੰਖੇਪ ਇੰਟਰੋਡਕਸ਼ਨ ਤੁਸੀਂ ਦਿਓਗੇ ਕਿ ਤੁਸੀਂ ਇਸ ਵੇਲੇ ਕਿੱਥੇ ਕੰਮ ਕਰ ਰਹੇ ਹੋ ਬਤੌਰ ਅਧਿਆਪਕ। ਇਹਦੇ ਬਾਰੇ ਥੋੜਾ ਜਿਹਾ ਦੱਸ ਕੇ ਫਿਰ ਆਪਾਂ ਅਗਲੇ ਫੇਜ਼ ਵੱਲ ਆਵਾਂਗੇ। ਮੈਡਮ ਹਰਪਿੰਦਰ ਰਾਣਾ ਜੀ। ਹਾਂਜੀ ਸਰ, ਮੈਂ ਇਸ ਵਕਤ ਗਵਰਨਮੈਂਟ ਹਾਈ ਸਕੂਲ ਸੰਗੂ ਧੌਣ, ਮੁਕਤਸਰ ਦੇ ਨੇੜੇ 4 ਕਿਲੋਮੀਟਰ ਦੂਰ ਪਿੰਡ ਆ, ਉੱਥੇ ਮੈਂ ਬਤੌਰ ਐਸਐਸ ਮਿਸਟਰ, ਸਮਾਜਿਕ ਸਿੱਖਿਆ ਮਿਸਟਰ ਆਪਣੀਆਂ ਸੇਵਾਵਾਂ ਨਿਭਾ ਰਹੀ ਹਾਂ ਜੀ। ਜੀ, ਥੈਂਕ ਯੂ। ਹਾਂਜੀ ਸੰਦੀਪ ਅਰੋੜਾ ਜੀ, ਤੁਹਾਡੀ ਪੋਸਟਿੰਗ ਕਿੱਥੇ ਹੈ, ਤੁਸੀਂ ਕਿੱਥੇ ਕੰਮ ਕਰ ਰਹੇ? ਸਰ ਮੈਂ ਮੋਗਾ ਡਿਸਟ੍ਰਿਕਟ ਵਿੱਚ ਪਰਮਵੀਰ ਚੱਕਰ ਵਿਜੇਤਾ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲਾ ਕਲਾਂ ਵਿਖੇ ਬਤੌਰ ਅੰਗਰੇਜ਼ੀ ਲੈਕਚਰਰ ਅਧਿਆਪਨ ਕਰ ਰਹੇ ਹਾਂ। ਵਾਹ, ਕੀ ਬਾਤ ਹੈ, ਬਹੁਤ ਅੱਛੇ, ਬਹੁਤ ਅੱਛੇ। ਤੇ ਕਾਲਾ ਸਿੰਘ ਜੀ, ਤੁਸੀਂ ਕਿੱਥੇ ਜੌਬ ਕਰ ਰਹੇ ਹੋ ਇਸ ਵੇਲੇ? ਜੀ ਡਿਸਟ੍ਰਿਕਟ ਮਾਨਸਾ ਦੇ ਵਿੱਚ ਪਿੰਡ ਹੈ ਜੀ ਉੱਬਾ ਜੀ। ਤੇ ਉੱਬਾ ਤੇ ਬੁਰਜ ਦੇ ਸਾਂਝੇ ਦੋ ਮੇਰੇ ਥਾਂ ਦੇ ਵਿੱਚ ਸਕੂਲ ਹੈ ਜੀ, ਉੱਬਾ ਬੁਰਜ ਢਿਲਮਾ ਸਕੂਲ ਦਾ ਨਾਮ ਹੈ ਜੀ, ਸਰਕਾਰੀ ਪ੍ਰਾਇਮਰੀ ਸਕੂਲ ਹੈ ਜੀ। ਇਹ 5ਵੀਂ ਤੱਕ ਸਕੂਲ ਹੈ ਜੀ, ਤੇ ਉੱਥੇ ਬੱਚਿਆਂ ਨੂੰ ਸੰਗੀਤ ਸਿਖਾਉਣ ਦੀ ਮੈਂ ਸੇਵਾ ਨਿਭਾ ਰਿਹਾ ਜੀ। ਓਕੇ। ਸੋ ਤਿੰਨੇ ਮਹਿਮਾਨਾਂ ਨਾਲ ਅਸੀਂ ਸੰਖੇਪ ਇੰਟਰੋਡਕਸ਼ਨ ਕੀਤੀ ਹੈ ਜੌਬ ਦੇ ਪੱਧਰ ਤੇ ਕਿੱਥੇ ਕੰਮ ਕਰ ਰਹੇ ਨੇ, ਕਿਉਂਕਿ ਅਸੀਂ ਅਧਿਆਪਕਾਂ, ਇਹ ਪਲੇਟਫਾਰਮ ਅਧਿਆਪਕਾਂ ਦਾ ਤੇ ਬਤੌਰ ਅਧਿਆਪਕ ਹੀ ਸਾਡੇ ਨਾਲ ਸ਼ਾਮਲ ਹੋਏ ਨੇ। ਸੋ ਅਸੀਂ ਜ਼ਿੰਦਗੀ ਦੀਆਂ ਪਰਤਾਂ ਫੂਲਦੇ ਹਾਂ। ਜਦੋਂ ਵੀ ਕੋਈ ਮਨੁੱਖ ਇਸ ਰੂਪ ਦੇ ਵਿੱਚ ਇਸ ਧਰਤੀ ਤੇ ਪੈਦਾ ਹੁੰਦਾ ਹੈ ਤਾਂ ਉਹਦੇ ਲਈ ਸਾਡਾ ਸਮਾਜ ਬਹੁਤ ਸਾਰੀਆਂ ਚੁਣੌਤੀਆਂ ਖੜੀਆਂ ਕਰਦਾ ਹੈ ਤੇ ਫਿਜ਼ੀਕਲ ਤੌਰ ਤੇ ਤਾਂ ਚੁਣੌਤੀਆਂ ਹੁੰਦੀਆਂ ਹੀ ਨੇ, ਨਾਲ ਸਮਾਜਿਕ ਤੌਰ ਤੇ ਵੀ ਬਹੁਤ ਸਾਰੀਆਂ ਚੁਣੌਤੀਆਂ ਹੁੰਦੀਆਂ ਨੇ। ਮੈਂ ਜਾਣਨਾ ਚਾਹੁੰਦਾ, ਸਾਡੇ ਤਿੰਨੇ ਮਹਿਮਾਨਾਂ ਤੋਂ ਸਾਂਝੇ ਸਵਾਲ ਦੇ ਰੂਪ ਦੇ ਵਿੱਚ ਇੱਕ ਇੱਕ ਕਰਕੇ ਗੱਲ ਕਰਾਂਗੇ ਆਪਾਂ, ਕਿ ਤੁਹਾਨੂੰ ਆਪਣੀ ਇਸ ਸਰੀਰਕ ਅਪਾਹਜਤਾ ਕਰਕੇ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਇਹਦੇ ਬਾਰੇ ਤੁਸੀਂ ਸੰਖੇਪ ਆਪਣੀ ਗੱਲਬਾਤ ਸਾਨੂੰ ਦੱਸੋ। ਮੈਡਮ ਹਰਪਿੰਦਰ ਰਾਣਾ ਜੀ। ਸਰ ਮੈਂ ਜਦੋਂ ਹਾਲੀ ਤਕਰੀਬਨ 8 ਕੁ ਮਹੀਨੇ ਦੀ ਸੀ, ਉਦੋਂ ਹੀ ਮੈਨੂੰ ਗਲਤ ਇੰਜੈਕਸ਼ਨ ਕਰਕੇ ਇਸ ਤਕਲੀਫ ਦੇ ਨਾਲ 2-4 ਹੋਣਾ ਪਿਆ ਜੀ। ਤਾਂ ਬਹੁਤ ਛੋਟਾ ਸੀ, ਬਚਪਨ ਹੀ ਸੀਗਾ ਇੱਕ ਹਿਸਾਬ ਨਾਲ। ਤੇ ਬਚਪਨ ਨੂੰ ਕਿਸ ਤਰ੍ਹਾਂ ਬਿਤਾਇਆ ਕਿ ਮੇਰਾ ਬਚਪਨ ਤਾਂ ਮੈਨੂੰ ਲੱਗਦਾ ਹੁੰਦਾ ਵੀ ਜਾਂ ਤਾਂ ਹਸਪਤਾਲਾਂ ਦੇ ਵਿੱਚ ਬੀਤਿਆ ਤੇ ਜਾਂ ਫਿਰ ਵੈਦ ਹਕੀਮਾਂ ਦੀਆਂ ਛੋਟੀਆਂ ਦੁਕਾਨਾਂ ਜਿਹਦੇ ਵਿੱਚੋਂ ਦਵਾਈਆਂ ਦੀ ਹਮਕ ਆਉਂਦੀ ਹੁੰਦੀ ਸੀ, ਤੇ ਜਾਂ ਫਿਰ ਜਿਸ ਤਰ੍ਹਾਂ ਦੇ ਮੇਰੇ ਫੈਮਿਲੀ ਨੂੰ ਜਿਹਨੇ ਵੀ ਦੱਸਿਆ ਵੀ ਇੱਥੇ ਕੋਈ ਬਾਬਾ, ਇੱਥੇ ਕੋਈ ਚੇਲਾ, ਤੇ ਜਾਂ ਫਿਰ ਉਹਨਾਂ ਦੇ ਚਿਮਟੇ ਖੜਕਾਉਣ ਵਾਲੀਆਂ ਜਿਹੜੀਆਂ ਮੇਰੇ ਬਚਪਨ ਦੇ ਵਿੱਚ ਜਿਹੜੀਆਂ ਚੀਜ਼ਾਂ ਹੈਗੀਆਂ, ਇਹਨਾਂ ਦੇ ਵਿੱਚ ਜਿਹੜਾ ਮੇਰਾ ਬਚਪਨ ਹੈਗਾ ਬੀਤਿਆ। ਪਰ ਤੁਸੀਂ ਉਹ ਗੱਲ ਕਰ ਰਹੇ ਸੀਗੇ ਨਾ ਵੀ ਜਦੋਂ ਦਿਸ ਹੱਦਿਆਂ ਤੋਂ ਪਾਰ ਵੇਖਣ ਦੀ ਸ਼ਕਤੀ ਕਿੱਦਾਂ ਹੁੰਦੀ ਹੈ, ਪਰ ਮੈਨੂੰ ਐਂ ਲੱਗਦਾ ਹੁੰਦਾ ਕਿ ਜਿੱਦਾਂ ਜਿਹੜਾ ਘੋੜਾ ਹੁੰਦਾ ਰੇਸ ਦੇ ਵਿੱਚ ਦੌੜਦਾ, ਤਾਂ ਉਹਨੂੰ ਨਾ ਤਾਂ ਰੇਸ ਨਾਲ ਕੋਈ ਮਤਲਬ ਹੁੰਦਾ ਤੇ ਨਾ ਹੀ ਉਹਨੂੰ ਵੱਜ ਰਹੀਆਂ ਤਾੜੀਆਂ ਨਾਲ ਮਤਲਬ ਹੁੰਦਾ, ਤੇ ਨਾ ਹੀ ਉਹਨੂੰ ਜਿੱਤ ਦੇ ਜਿਹੜੇ ਪੈਸੇ ਹੁੰਦੇ ਆ ਉਹਨਾਂ ਨਾਲ ਕੋਈ ਮਤਲਬ ਹੁੰਦਾ। ਉਹ ਭੱਜਦਾ ਕਿਉਂ ਆ? ਉਹ ਇਸ ਕਰਕੇ ਭੱਜਦਾ ਕਿਉਂਕਿ ਉਹ ਛਾਂਟਾ ਪੈਂਦਾ ਉਹਦੇ ਮਾਲਕ ਦਾ ਉਹਦੀ ਪਿੱਠ ਤੇ, ਉਹ ਤਕਲੀਫ ਤੋਂ ਬਚਣ ਦੇ ਲਈ ਭੱਜਦਾ।
ਜਦੋਂ ਅਚਾਨਕ ਅਸੀਂ ਸ਼ੁਰੂ ਤੋਂ ਏਦਾਂ ਇਸ ਤਕਲੀਫ ਦੇ ਨਾਲ ਦੋ ਚਾਰ ਹੋਏ, ਤਾਂ ਉਦੋਂ ਜਦੋਂ ਸ਼ੁਰੂ ਕੀਤਾ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ, ਤਾਂ ਉਹ ਇੱਕ ਤਕਲੀਫ ਤੋਂ ਬਚਣ ਦੀ ਜਿਹੜੀ ਕੋਸ਼ਿਸ਼ ਸੀਗੀ, ਉਸਦਾ ਕਹਿੰਦੇ ਨੇ ਨਾ ਵੀ ਅਸੀਂ ਤੁਰਨਾ ਨਹੀਂ ਸਿੱਖਿਆ ਸੀ, ਰੁੜਨਾ ਸਿੱਖਿਆ ਸੀਗਾ। ਬੱਚਾ ਤਾਂ ਸਿਰਫ 2-4 ਮਹੀਨੇ ਰੁੜਦਾ, ਪਰ ਅਸੀਂ ਤਕਰੀਬਨ ਮੇਰੀ ਹਾਲਤ ਕਰਕੇ ਕਿ ਮੈਂ ਹੁਣ ਤੱਕ ਵੀ ਰੁੜ ਰਹੀ ਆ। ਤਾਂ ਰੁੜਨ ਦੇ ਲਈ ਹੁਣ ਜਦੋਂ ਛੋਟਾ ਬੱਚਾ ਹੁੰਦਾ ਉਦੋਂ ਤਾਂ ਸਾਰੇ ਬਚਦੇ ਆ, ਉਹਦੇ ਤੋਂ ਵੀ ਛੋਟਾ ਬੱਚਾ ਆ ਰਿਹਾ, ਪਰ ਜਦੋਂ ਵੱਡਾ ਹੋਊਗਾ ਉਦੋਂ ਉਹ ਉਸ ਸਥਿਤੀ ਤੋਂ ਨਿਕਲ ਜਾਂਦਾ। ਸੋ ਮੈਂ ਆਪਦੇ ਆਪ ਨੂੰ ਲੋਕਾਂ ਦੇ ਪੈਰਾਂ ਹੇਠ ਮਿੱਧੇ ਜਾਣ ਤੋਂ ਬਚਾਉਣ ਦੇ ਲਈ ਇੱਕ ਜਿਹੜਾ ਰਸਤਾ ਚੁਣਿਆ, ਉਹੀ ਰਸਤਾ ਜਿਹੜਾ ਹੈਗਾ ਮੈਨੂੰ ਉਹ ਦਿਸ ਹੱਦਿਆਂ ਤੋਂ ਪਾਰ ਤੱਕ ਲੈ ਕੇ ਗਿਆ। ਕਿਆ ਬਾਤ, ਬਹੁਤ ਅੱਛੀ, ਬਹੁਤ ਅੱਛੀ, ਬਹੁਤ ਅੱਛੀ। ਹਾਂਜੀ ਸੰਦੀਪ ਅਰੋੜਾ ਜੀ, ਤੁਸੀਂ ਥੋੜਾ ਜਿਹਾ ਦੱਸੋ ਆਪਣੀ ਇਸ ਟ੍ਰੈਜਡੀ ਬਾਰੇ ਕਿ ਤੁਹਾਡੇ ਨਾਲ ਕਿਵੇਂ ਵਾਪਰਿਆ ਤੇ ਕਿਵੇਂ ਤੁਹਾਡਾ ਬਚਪਨ, ਕਿਹੜੇ ਹਾਲਤਾਂ ਦੇ ਵਿੱਚ ਤੁਸੀਂ ਜੂਝਿਆ ਇਹਦੇ ਨਾਲ। ਜੀ ਦੀਪ ਜੀ, ਲਗਭਗ ਜਿਵੇਂ ਹਰਵਿੰਦਰ ਭੈਣ ਜੀ ਨੇ ਦੱਸਿਆ ਜੀ 11 ਮਹੀਨਿਆਂ ਦਾ ਸੀਗਾ ਉਦੋਂ 2 ਇੰਜੈਕਸ਼ਨ ਲੱਗੇ ਹੋਏ ਸੀ, ਇੱਕ ਰਹਿੰਦਾ ਸੀਗਾ ਤੇ ਪੋਲੀਓ ਦੀ ਮਾਰ ਪੈ ਗਈ। ਮਾਤਾ ਪਿਤਾ ਜੀ ਨੇ ਕਾਫੀ ਥਾਵਾਂ ਤੇ ਦਿੱਲੀ ਤੱਕ ਵੀ ਟ੍ਰੀਟਮੈਂਟ ਕਰਵਾਇਆ ਜੀ, ਆਸੇ ਪਾਸੇ ਦੇ ਜਿੱਥੇ ਕੋਈ ਦੱਸ ਪਾਉਂਦਾ ਸੀਗਾ ਉੱਥੇ ਲੈ ਕੇ ਗਏ, ਪਰੰਤੂ ਜਿਵੇਂ ਕਿਸਮਤ 'ਚ ਲਿਖਿਆ ਹੁੰਦਾ ਉਸੇ ਤਰ੍ਹਾਂ ਧੱਕੇ ਤੋਂ ਆ ਕੇ ਫਿਰ ਹਾਰ ਟੁੱਟ ਕੇ ਪ੍ਰਮਾਣ ਕਰ ਲਿਆ ਵੀ ਇਹ ਤਾਂ ਅਪਾਹਜਤਾ ਨਾਲ ਹੀ ਰਹੂਗੀ। ਤੇ ਹੁਣ ਵੀ ਹਰ ਇੱਕ ਮੋੜ ਤੇ ਫਿਸਲਣ ਦਾ ਡਰ ਰਹਿੰਦਾ। ਅਜਿਹੀ ਥਾਂ ਤੇ ਨਹੀਂ ਜਾਇਆ ਜਾ ਸਕਦਾ ਵੀ ਜਿੱਥੇ ਆਮ ਬੰਦਾ ਜਾ ਸਕਦਾ। ਜਿੱਥੇ ਵੀ ਜਾਣਾ 50 ਵਾਰੀ ਸੋਚਣਾ ਪੈਂਦਾ ਵੀ ਉੱਥੇ ਪੋਸੀਬਿਲਿਟੀ ਹੋਊਗੀ ਕਿ ਨਹੀਂ ਹੋਊਗੀ, ਵੀਲ ਚੇਅਰ ਦਾ ਪ੍ਰਬੰਧ ਹੋ ਸਕੂਗਾ ਕਿ ਨਹੀਂ ਹੋ ਸਕੂਗਾ। ਆਮ ਬੰਦੇ ਨਾਲੋਂ ਤਾਂ ਬਹੁਤ ਡਿਫਰੈਂਟ ਲਾਈਫ ਬਿਤਾਉਣੀ ਪੈਂਦੀ ਹੈ, ਪਰੰਤੂ ਹੁਣ ਐਡਜਸਟ ਕਰਨਾ ਸਿੱਖ ਗਏ ਆ, ਮਨ ਜਾਣਾ ਸਿੱਖ ਗਿਆ। ਕਿਸੇ ਮੌਕੇ ਹੁੰਦਾ ਸੀਗਾ ਮਨ ਵਿੱਚ ਵੀ ਆਉਂਦਾ ਸੀ ਵੀ ਇਹ ਜੀ ਕਿਸਮਤ, ਇਹੋ ਜੀ ਜ਼ਿੰਦਗੀ ਤੋਂ ਕੀ ਲੈਣਾ ਸੀ, ਪਰ ਹੁਣ ਜ਼ਿੰਦਗੀ ਨੇ ਬਹੁਤ ਕੁਝ ਸਿਖਾ ਦਿੱਤਾ। ਤੇ ਹਾਂਜੀ ਜੀ, ਹਾਂਜੀ ਕਾਲਾ ਸਿੰਘ ਜੀ, ਤੁਸੀਂ ਥੋੜਾ ਜਿਹਾ ਦੱਸੋ ਆਪਣੀ ਇਸ ਸਥਿਤੀ ਬਾਰੇ ਕਿ ਕਿਵੇਂ ਕਿਵੇਂ ਤੁਹਾਡੇ ਨਾਲ ਇਹ ਵਾਪਰਿਆ ਸਾਰਾ ਦੁਖਾਂਤ। ਕਾਲਾ ਸਿੰਘ ਜੀ। ਕਾਲਾ ਸਿੰਘ ਜੀ, ਮੇਰੀ ਆਵਾਜ਼ ਤੁਹਾਡੇ ਤੱਕ ਆ ਰਹੀ ਹੈ? ਤੁਹਾਡੀ ਆਵਾਜ਼ ਨੂੰ ਕੁਛ ਗੜਬੜ ਹੋ ਗਈ ਜੀ। ਹਾਂਜੀ ਹੁਣ ਬੋਲੋ। ਆ ਜਿਹੜੀ ਈਅਰਫੋਨ ਲਾਏ ਹੋਏ ਨੇ ਨਾ, ਕਿਤੇ ਇਹਨਾਂ ਦੇ ਵਿੱਚ ਗੜਬੜ ਹੈ ਥੋੜੀ ਜਿਹੀ, ਇਹਨਾਂ ਨੂੰ ਚੈੱਕ ਕਰੋ, ਇਹਦੀ ਪ੍ਰੋਪਰ ਨਹੀਂ ਲੱਗੀ ਹੋਣੀ। ਇਹਨਾਂ ਨੂੰ ਲਾ ਕੇ ਵੀ ਬੋਲ ਸਕਦੇ ਹੋ ਜੇ ਤੁਹਾਨੂੰ ਲੱਗਦਾ ਹੈਗਾ। ਆਪਣਾ ਮਾਈਕ ਖੋਲ ਲਓ। ਮਾਈਕ ਬੰਦ ਹੋ ਗਿਆ ਤੁਹਾਡਾ ਹੁਣ। ਹਾਂਜੀ ਨਹੀਂ, ਤੁਹਾਡੇ ਈਅਰਫੋਨ ਦੀ ਪ੍ਰੋਬਲਮ ਹੈ। ਪਲੀਜ਼ ਇਹਨੂੰ ਨਾ ਰਿਮੂਵ ਕਰ ਦਿਓ, ਇਹਨੂੰ ਹਟਾ ਦਿਓ ਕੰਨਾਂ ਚੋਂ। ਐਂ ਬੋਲੋ। ਹਾਂਜੀ ਹੁਣ ਆ ਰਹੀ ਆਵਾਜ਼? ਹਾਂ ਹੁਣ ਠੀਕ ਹੈ। ਹਾਂਜੀ, ਅਸੀਂ 4 ਭੈਣ ਭਰਾ ਬਲਾਈਂਡ ਹੈ ਜੀ, ਤੇ 3 ਬ੍ਰਦਰ ਤੇ 1 ਸਿਸਟਰ। ਥੋੜਾ ਜਿਹਾ ਪਿੱਛੇ ਹੋ ਜਾਓ ਜੀ, ਬਹੁਤਾ ਨੇੜੇ ਨਾ ਹੋ। ਹਾਂਜੀ ਹਾਂ ਜੀ। ਮੇਰੇ ਨਾਲ ਮੋਬਾਈਲ ਦੀ ਆਵਾਜ਼ ਘੱਟ ਹੋਣ ਕਰਕੇ ਫਿਰ ਸੁਣਾਈ ਘੱਟ ਪੈਂਦਾ ਜੀ। ਨਾ ਠੀਕ ਹੈ, ਇੱਥੇ ਆਵਾਜ਼ ਠੀਕ ਆ ਰਹੀ ਹੈ ਜੀ। ਅੱਛਾ ਜੀ, ਆਵਾਜ਼ ਤੇ ਸੰਘਰਸ਼ ਤਾਂ ਜ਼ਿੰਦਗੀ ਦਾ ਮੇਨ ਹਿੱਸਾ ਹੈ ਜੀ। ਪਹਿਲਾਂ ਬਿਨਾਂ ਜਾਣੇ ਸੰਘਰਸ਼ ਕਰ ਰਹੇ ਸੀ, ਹੁਣ ਸਾਨੂੰ ਪਤਾ ਲੱਗ ਗਿਆ ਵੀ ਸੰਘਰਸ਼ ਕਰਨਾ ਹੈ। ਜਦੋਂ ਨਹੀਂ ਜਾਣਦੇ ਸੀ ਸੰਘਰਸ਼ ਉਦੋਂ ਦਾ ਚੱਲ ਰਿਹਾ, ਤੇ ਪਰ ਹੁਣ ਸੰਘਰਸ਼ ਕਰਨ ਦਾ ਆਨੰਦ ਹਮੇਸ਼ਾ ਅੱਛਾ ਹੁੰਦਾ ਵੈਸੇ। ਪਰ ਸੰਘਰਸ਼ ਜਿਹੜਾ ਹੁੰਦਾ ਹੈ, ਇਹ ਮੰਨਦੇ ਆ ਵੀ ਹਰ ਇੱਕ ਹਿੱਸਾ ਹੈ ਹਰ ਇੱਕ ਜ਼ਿੰਦਗੀ ਦਾ। ਪਰ ਕਈਆਂ ਦੇ ਜ਼ਿੰਦਗੀ ਦੇ ਵਿੱਚ ਸੁੱਖ ਦਾ ਸੰਘਰਸ਼ ਹੁੰਦਾ ਹੈ, ਵੀ ਸੁੱਖ ਨਾਲ ਨਾਲ ਚੱਲਦਾ ਹੈ, ਪਰ ਕਈਆਂ ਦੀ ਜ਼ਿੰਦਗੀ ਦੁੱਖ ਹੁੰਦਾ ਹੈ ਜੀ। ਪਹਿਲਾਂ ਆਰੰਭ ਦੇ ਵਿੱਚ ਅਸੀਂ ਕਾਫੀ ਜ਼ਿਆਦਾ ਮੁਸ਼ੱਕਤਾਂ ਦਾ ਸਾਹਮਣਾ ਕੀਤਾ। ਹੁਣ ਐਂ ਲੱਗਦਾ ਵੀ ਕਦੇ ਕਦੇ ਮੁਸ਼ੱਕਤ ਦਾ ਸਾਹਮਣਾ ਸਿਰਫ ਨਿਗਾਹ ਕਰਕੇ ਕਰਨਾ ਪੈਂਦਾ। ਪਹਿਲਾਂ ਇਹ ਨਹੀਂ ਸੀ ਪਤਾ ਮੈਨੂੰ ਆਪਣੇ ਆਪ ਨੂੰ ਵੀ ਮੇਰੀ ਨਿਗਾਹ ਹੈ ਨਹੀਂ, ਤੇ ਮੈਨੂੰ ਇਸ ਗੱਲ ਦੀ ਦਿੱਕਤ ਹੈ। ਤੇ ਹੁਣ ਮੈਨੂੰ ਇਹ ਪਤਾ ਵੀ ਮੇਰੀ ਨਿਗਾਹ ਜਿਹੜੀ ਹੈ ਮਤਲਬ ਉਹ ਨਹੀਂ ਹੈ। ਮੈਨੂੰ ਇਸ ਗੱਲ ਦਾ ਪਤਾ ਹੈ, ਤੇ ਹੁਣ ਉਸ ਗੱਲ ਨੂੰ ਸਮਝ ਕੇ ਸੰਘਰਸ਼ ਕਰ ਰਹੇ ਹਾਂ।
ਇਹ ਕਦੋਂ ਸੰਘਰਸ਼ ਕਦੋਂ ਕੁ ਤੁਸੀਂ ਬਾਈ ਬਰਥ ਸੀ ਇਹ ਆਰੰਭ ਚੀਜ਼ ਹੋਇਆ। ਜਾਂ ਬਾਅਦ ਦੇ ਵਿੱਚ ਮਤਲਬ ਹੋਇਆ ਇਹ ਸਾਰਾ ਕੁਝ ਨਿਗਾਹ ਵਾਲਾ? ਹਾਂਜੀ। ਜਿਹੜੀ ਨਿਗਾਹ ਤੁਹਾਡੀ ਚਲੀ ਗਈ ਇਹ ਬਾਈ ਬਰਥ ਜਮਾਂਦਰੂ ਤੌਰ ਤੇ ਸੀ ਜਾਂ ਬਾਅਦ ਦੇ ਵਿੱਚ? 4 ਭੈਣ ਭਰਾਵਾਂ ਦੀ ਅਸੀਂ ਬਾਈ ਬਰਥ ਹੀ ਬਲਾਈਂਡ ਹੈ ਜੀ। ਅੱਛਾ, ਚਾਰੇ ਭੈਣ ਭਰਾ। ਓਕੇ ਓਕੇ ਓਕੇ, ਹਾਂਜੀ ਹਾਂਜੀ। ਠੀਕ ਹੈ ਠੀਕ ਹੈ ਠੀਕ ਹੈ। ਹਾਂਜੀ, ਇਸੀ ਥੋੜੀ ਜਿਹੀ ਇਹਨਾਂ ਦੀ ਸਾਡੇ ਤਿੰਨੇ ਮਹਿਮਾਨਾਂ ਦੀ ਜਿਹੜੀ ਸਥਿਤੀ ਜਿਸ ਰੂਪ ਦੇ ਵਿੱਚ ਇਹਨਾਂ ਨੇ ਬਿਆਨ ਕੀਤੀ ਹੈ, ਕਈ ਵਾਰੀ ਸਾਨੂੰ ਇਹਨਾਂ ਗੱਲਾਂ ਦਾ ਅਹਿਸਾਸ ਨਹੀਂ ਹੁੰਦਾ ਹੈਗਾ, ਖਾਸ ਤੌਰ ਤੇ ਜਿਹੜੇ ਇਸ ਕਿਸਮ ਦੀਆਂ ਸਥਿਤੀਆਂ 'ਚ ਵਿਚਰਦੇ ਨੇ ਲੋਕ, ਉਹਨਾਂ ਬਾਰੇ ਸਾਡਾ ਸਮਾਜ ਜਾਂ ਤਾਂ ਬਿਲਕੁਲ ਲਾਪਰਵਾਹ ਹੁੰਦਾ ਹੈ, ਜਾਂ ਉਹਨਾਂ ਨੂੰ ਨੈਗਲੈਕਟ ਕਰ ਦਿੰਦਾ ਹੈ, ਜਾਂ ਉਹਨਾਂ ਨੂੰ ਵਿਚਾਰਗੀ ਦੇ ਆਲਮ ਦੇ ਵਿੱਚ ਛੱਡ ਦਿੰਦਾ ਹੈ। ਉਹਨਾਂ ਪ੍ਰਤੀ ਸੈਂਸਿਟਾਈਜ਼ ਨਹੀਂ ਹੁੰਦਾ ਹੈਗਾ, ਉਹਨਾਂ ਪ੍ਰਤੀ ਸੰਵੇਦਨਸ਼ੀਲ ਨਹੀਂ ਹੁੰਦਾ ਹੈਗਾ। ਕੁਝ ਪ੍ਰੋਬਲਮਾਂ ਉਹਨਾਂ ਦੀਆਂ ਆਪਣੀ ਸਰੀਰਕ ਤੌਰ ਤੇ ਹੁੰਦੀਆਂ ਨੇ, ਪਰ ਬਹੁਤ ਸਾਰੀਆਂ ਪ੍ਰੋਬਲਮਾਂ ਇਸ ਕਰਕੇ ਵੀ ਹੁੰਦੀਆਂ ਨੇ ਕਿ ਸਾਡੇ ਸਮਾਜ ਦਾ ਨਜ਼ਰੀਆ ਜਿਹੜਾ ਹੁੰਦਾ ਹੈ ਉਹ ਪ੍ਰੋਪਰ ਨਹੀਂ ਹੁੰਦਾ ਹੈਗਾ। ਸਾਨੂੰ ਬਹੁਤਿਆਂ ਨੂੰ ਮਤਲਬ ਨਾ ਇਸ ਗੱਲ ਦਾ ਅਹਿਸਾਸ ਹੁੰਦਾ, ਨਾ ਇਸ ਗੱਲ ਦੀ ਸਮਝ ਹੁੰਦੀ ਹੈ ਕਿ ਇੱਕ ਵਿਸ਼ੇਸ਼ ਜ਼ਰੂਰਤਾਂ ਵਾਲੇ ਬੰਦੇ ਨਾਲ ਕਿਵੇਂ ਡੀਲ ਕੀਤਾ ਜਾ ਸਕਦਾ, ਉਹਨੂੰ ਕਿਸ ਤਰ੍ਹਾਂ ਫੈਸਿਲਿਟੇਟ ਕੀਤਾ ਜਾਣਾ ਚਾਹੀਦਾ ਸਾਡੀ ਸੁਸਾਇਟੀ ਦੇ ਵਿੱਚ, ਉਹਦੇ ਲਈ ਕਿਹੋ ਜਿਹੇ ਜਿਹੜੇ ਹਾਲਾਤ ਨੇ ਉਹਨੂੰ ਦੇਣੇ ਚਾਹੀਦੇ ਨੇ। ਜਿਵੇਂ ਸੰਦੀਪ ਅਰੋੜਾ ਜੀ ਨੇ ਦੱਸਿਆ ਕਿ 100 ਵਾਰੀ ਸੋਚਣਾ ਪੈਂਦਾ ਮਤਲਬ ਕਿਤੇ ਜਾਣ ਤੋਂ ਪਹਿਲਾਂ। ਇਹ ਗੱਲਾਂ ਆਪਣੇ ਆਪ 'ਚ ਮਹੱਤਵਪੂਰਨ ਨੇ। ਤੇ ਮੈਂ ਦੂਜੇ ਰਾਊਂਡ ਦੇ ਵਿੱਚ ਇਹੀ ਜਾਣਨਾ ਚਾਹੁੰਦਾ ਸਾਡੇ ਤਿੰਨੇ ਮਹਿਮਾਨਾਂ ਤੋਂ ਕਿ ਕੁਦਰਤੀ ਚੁਣੌਤੀਆਂ, ਸਰੀਰਕ ਚੁਣੌਤੀਆਂ ਤੋਂ ਬਿਨਾਂ ਜਿਹੜੀਆਂ ਸਮਾਜ ਦਾ ਤੁਹਾਡੇ ਪ੍ਰਤੀ ਨਜ਼ਰੀਆ ਸੀ, ਉਹ ਕਿਸ ਕਿਸਮ ਦਾ ਨਜ਼ਰੀਆ ਸੀ ਬਚਪਨ ਤੋਂ ਲੈ ਕੇ ਹੁਣ ਤੱਕ? ਉਹ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਕਿ ਕਿਸ ਤਰ੍ਹਾਂ ਡੀਲ ਕੀਤਾ ਸਮਾਜ ਨੇ ਤੁਹਾਡੇ ਨਾਲ ਤੇ ਤੁਸੀਂ ਸਮਾਜ ਦੇ ਨਾਲ? ਮੈਡਮ ਹਰਪਿੰਦਰ ਰਾਣਾ ਜੀ। ਸਰ, ਜਦੋਂ ਬੱਚਾ ਛੋਟਾ ਹੁੰਦਾ ਹੈਗਾ ਉਹਨੂੰ ਆਪਣੀਆਂ ਤਕਲੀਫਾਂ ਬਾਰੇ ਇੰਨਾ ਖਿਆਲ ਨਹੀਂ ਹੁੰਦਾ ਕਿ ਮੈਂ ਏਦਾਂ ਕਿਉਂ ਆ, ਕਿਉਂਕਿ ਉਹ ਇਸ ਸਮਝਣ ਦੀ ਸਥਿਤੀ 'ਚ ਨਹੀਂ ਹੁੰਦਾ। ਇਹ ਤਾਂ ਲੋਕ ਹੀ ਆ ਉਹਨੂੰ ਦੱਸਦੇ ਆ ਵੀ ਤੂੰ ਆ, ਤੇਰੇ 'ਚ ਆਹ ਕਮੀ ਆ, ਤੈਨੂੰ ਉਹ ਅਲੱਗ-ਅਲੱਗ ਨਾਂ ਰੱਖਦੇ ਹੈਗੇ ਆ। ਪਰ ਜਦੋਂ ਉਹ ਲੋਕਾਂ ਦੀਆਂ ਗੱਲਾਂ ਸੁਣਦਾ ਹੈਗਾ, ਫਿਰ ਉਹ ਗੱਲਾਂ ਉਹਦੇ ਦਿਮਾਗ ਦੇ ਵਿੱਚ ਇਕੱਠੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ। ਫਿਰ ਜਦ ਕਦੀ ਉਹ ਇਕੱਲਾ ਬੈਠ ਕੇ ਸੋਚਦਾ, ਫਿਰ ਉਹਨੂੰ ਮਹਿਸੂਸ ਹੁੰਦਾ ਕਿ ਮੈਂ ਥੋੜਾ ਵੱਖਰਾ ਹੈਗਾ। ਜਿਹੜੀ ਤੁਸੀਂ ਗੱਲ ਕੀਤੀ ਹੈ ਸਮਾਜ ਦੇ ਨਜ਼ਰੀਏ ਦੀ, ਕਿਉਂਕਿ ਸਮਾਜ ਦਾ ਜਿਹੜਾ ਨਜ਼ਰੀਆ ਹੈਗਾ ਉਹ ਆਪਾਂ ਵੀ ਚਾਹੇ ਕੋਈ ਅਲੱਗ ਚੀਜ਼ ਹੁੰਦੀ ਆ, ਆਪਾਂ ਉਹਨੂੰ ਬੜੀ ਹੈਰਾਨੀ ਨਾਲ ਦੇਖਦੇ ਹਾਂ। ਹੈਰਾਨੀ ਨਾਲ ਦੇਖਣਾ ਤਾਂ ਇੱਕ ਪਾਸੇ ਰਹੀ ਗੱਲ, ਪਰ ਉਹ ਜਿਹੜੇ ਇਸ ਤਰ੍ਹਾਂ ਦੇ ਬੱਚੇ ਹੁੰਦੇ ਆ ਉਹਨਾਂ ਨੂੰ ਲੋਕ ਬੜੇ ਤਰਸ ਦੀ ਤੇ ਹੋਰ ਤਰੀਕੇ ਦੀ ਇੱਕ ਕਹਿੰਦੇ ਨਾ ਹਕਾਰਤ ਦੀ ਭਾਵਨਾ ਨਾਲ ਦੇਖਦੇ ਆ। ਉਦੋਂ ਔਖਾ ਹੁੰਦਾ ਜਦੋਂ ਕਹਿ ਦਿੰਦੇ ਆ ਇਹਨੇ ਕੀ ਕਰਨਾ ਜਾਂ ਕੁਛ ਵੀ ਹੈ, ਏਦਾਂ ਕਿਉਂ ਆ। ਅੱਜ ਲਾਈਕ ਜਿਵੇਂ ਹੁਣ ਜਦੋਂ ਅਸੀਂ ਸਾਖਰਤਾ ਦੇ ਵਿੱਚ ਕੰਮ ਕਰਦੇ ਹੁੰਦੇ ਸੀਗੇ ਤਾਂ ਅਸੀਂ ਲੋਕਾਂ ਦੇ ਘਰ 'ਚ ਜਾਣਾ, ਇਹ ਕਹਿਣ ਵਾਸਤੇ ਵੀ ਜਿਹੜੇ ਤੁਹਾਡੇ ਬਜ਼ੁਰਗ ਹੈ ਜਾਂ ਪੜ੍ਹਨ ਤੋਂ ਵਾਂਝੇ ਰਹਿ ਗਏ ਆ ਲੋਕ, ਵੀ ਤੁਸੀਂ ਉਹਨਾਂ ਨੂੰ ਪੜ੍ਹਾਓ। ਹਾਲਾਂਕਿ ਚੰਗਾ ਕੰਮ ਕਰਨ ਜਾ ਰਹੇ ਸੀਗੇ, ਪਰ ਸਾਨੂੰ ਇਹ ਸੋਚਣ ਨੂੰ ਮਿਲਿਆ ਲੈ ਸਰਕਾਰ ਨੇ ਕਹਿੰਦੀ ਹੁਣ ਆਹ ਬੜਾ ਪੁੱਠਾ ਵਰਡ ਵਰਤਦੇ ਸੀ, ਲੂਲੇ ਲੰਗੜਿਆਂ ਨੂੰ ਇਸ ਕੰਮ ਤੇ ਲਾਤਾ, ਇਹਨਾਂ ਨੂੰ ਹੁਣ ਘਰੇ ਰੋਟੀ ਨਹੀਂ ਮਿਲਦੀ ਗੀ, ਹੁਣ ਉਹ ਇਸ ਕੰਮ ਕਰਕੇ ਹੁਣ ਇਹਨਾਂ ਨੇ ਆਹ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸਭ ਤੋਂ ਭੈੜੀ ਗੱਲ ਜੋ ਵਾਪਰਦੀ ਹੈਗੀ ਆ ਸਮਾਜ ਦੇ ਨਜ਼ਰੀਏ ਦੇ ਵਿੱਚ, ਉਹ ਤੁਹਾਨੂੰ ਵੀਲ ਚੇਅਰ ਦੇ ਉੱਤੇ ਬੈਠਿਆਂ ਨੂੰ ਦੇਖ ਕੇ ਇੱਕ ਆਮ ਜਿਹੜੀ ਸਾਡੇ ਇੰਡੀਆ ਦੇ ਵਿੱਚ ਭੀਖ ਦੀ ਜਿਹੜੀ ਹੈਗੀ ਆ ਪ੍ਰੋਬਲਮ ਹੈਗੀ ਹੋਈ ਆ ਬਹੁਤ ਵੱਡੀ, ਇੰਟਰਨੈਸ਼ਨਲ ਲੈਵਲ ਦੇ ਉੱਪਰ ਜਿਹੜੀ ਚੱਲ ਰਹੀ ਹੈਗੀ ਆ। ਅਗਰ ਉਹ ਬੁਰਾਈ ਨੂੰ ਦੇਖਦੇ ਹੈਗੇ ਆ, ਉਹ ਲੋਕ ਕੁਛ ਲੋਕ ਜਾਣ ਬੁੱਝ ਕੇ ਉਸ ਤਰ੍ਹਾਂ ਹੋ ਕੇ ਮੰਗਦੇ ਹੈਗੇ ਆ, ਪਰ ਕੁਛ ਲੋਕ ਹੁੰਦੇ, ਮੇਰੇ ਨਾਲ ਬੜੇ ਵਾਰੀ ਏਦਾਂ ਹੋਇਆ ਕਿ ਹੁਣ ਵੀ ਥੋੜੇ ਮਤਲਬ ਕੁਛ ਸਾਲ ਪਹਿਲਾਂ ਵੀ, ਹੁਣ ਤਾਂ ਕੁਛ ਸਾਲ ਪਹਿਲਾਂ ਤੱਕ ਵੀ ਹੁੰਦਾ ਰਿਹਾ ਕਿ ਮੈਨੂੰ ਅਗਰ ਕਿਤੇ ਵੇਟ ਕਰਨੀ ਪੈਂਦੀ ਆ, ਮੰਨ ਲਓ ਸੜਕ ਦੇ ਕਿਨਾਰੇ ਖੜ ਕੇ, ਤਾਂ ਬੜੇ ਸਾਰੇ ਲੋਕ ਇਹੋ ਜਿਹੇ ਹੈਗੇ ਆ ਜਿਹੜੇ ਮੈਨੂੰ ਮੇਰਾ ਵੀਲ ਚੇਅਰ ਦੇਖ ਕੇ ਮੈਨੂੰ ਕੋਈ 5 ਰੁਪਏ ਫੜਾ ਜਾਂਦਾ ਸੀ, ਕੋਈ 10 ਰੁਪਏ ਫੜਾ ਜਾਂਦਾ ਸੀਗਾ। ਪਹਿਲਾਂ ਤਾਂ ਮੈਂ ਜਵਾਬ ਨਹੀਂ ਦਿੰਦੀ ਹੁੰਦੀ ਸੀਗੀ। ਤਾਂ ਫਿਰ ਇੱਕ ਵਾਰੀ ਏਦਾਂ ਹੀ ਹੋਇਆ ਕਿ ਇੱਕ ਬੜੀ ਹਾਈ ਫਾਈ ਜੀ ਲੇਡੀ ਮੈਂ ਮਿਲਣੇ ਗਈ, ਮੁਕਤਸਰ ਦਾ ਮੇਲਾ ਤੁਹਾਨੂੰ ਪਤਾ ਹੀ ਲੱਗਦਾ ਹੈਗਾ, ਤੇ ਮੈਂ ਵੇਟ ਕਰ ਰਹੀ ਸੀ ਕਿਉਂਕਿ ਮੇਰੀ ਫਰੈਂਡ ਮਨਾਕਸ਼ੀ ਉਹਦੇ ਬੱਚਾ ਝੂਲੇ ਤੇ ਝੂਟੇ ਲੈ ਰਿਹਾ ਸੀਗਾ, ਤਾਂ ਮੈਂ ਉਸ ਪਲੇਸ 'ਚ ਜਾ ਨਹੀਂ ਸਕਦੀ ਸੀ, ਮੈਂ ਰੋਡ ਤੇ ਖੜੀ ਸੀ, ਰੋਡ ਸਾਈਡ ਵੇ ਤੇ। ਤਾਂ ਉਹ ਆਈ ਮੈਨੂੰ 50 ਰੁਪੀਜ਼ ਦਾ ਨੋਟ ਦੇਣ ਲੱਗ ਗਈ ਉਹ। ਤਾਂ ਮੈਂ ਪਹਿਲਾਂ ਤਾਂ ਦੇਖਿਆ, ਮੈਂ ਕਿਹਾ ਯਾਰ ਹਾਈ ਫਾਈ ਕੁੜੀ ਹੈਗੀ ਆ, ਵੀ ਇਹਨੂੰ ਪਤਾ ਨਹੀਂ ਲੱਗ ਰਿਹਾ ਹੈਗਾ ਵੀ ਇਹ ਕਿਉਂ ਏਦਾਂ ਕਰਕੇ। ਤਾਂ ਮੈਂ ਉਹਨੂੰ ਕਿਹਾ ਓ ਥੈਂਕਸ ਮਾਈ ਡੀਅਰ ਲੇਡੀ, ਮੈਂ ਕਿਹਾ ਪਲੀਜ਼ ਯੂਅਰ ਆਟੋਗ੍ਰਾਫ ਪਲੀਜ਼, ਮੈਂ ਕਿਹਾ ਮੈਂ ਸੰਭਾਲ ਕੇ ਰੱਖਾਂਗੀ ਆਪਦੇ ਕੋਲ। ਜਦ ਮੈਂ ਉਹਨੂੰ ਏਦਾਂ ਬੋਲਿਆ, ਇੰਗਲਿਸ਼ 'ਚ ਬੋਲਿਆ, ਤੇ ਉਹ ਮੇਰੇ ਵੱਲ ਦੇਖ ਕੇ ਤੇ ਉਹ ਭੱਜ ਗਈ, ਸਾਰੇ ਮੇਲੇ ਵਿੱਚੋਂ ਗਾਇਬ ਹੀ ਹੋ ਗਈ। ਕਹਿਣ ਤੋਂ ਭਾਵ ਵੀ ਜਿਹੜਾ ਨਜ਼ਰੀਆ ਹੈਗਾ ਉਹ ਸਿਰਫ ਬਾਹਰੀ ਦੇਖ ਕਰਕੇ ਹੀ ਮਤਲਬ ਹੁੰਦਾ, ਹਾਲਾਂਕਿ
ਆਪਣੀ ਉਹਨਾਂ ਨਾਲ ਜਾਣ ਪਛਾਣ ਤੱਕ ਵੀ ਨਹੀਂ ਹੁੰਦੀ। ਅਗਰ ਜਾਣ ਪਛਾਣ ਵੀ ਹੋਵੇ, ਅਗਰ ਸਾਡੇ ਸੁਭਾਅ ਕਰਕੇ ਵੀ ਇਹ ਤਾਂ ਬੁਲਾਏ ਤੋਂ ਉਖੜੇ ਕੁਹਾੜੇ ਵਾਂਗੂ ਪਊਗਾ ਜਾਂ ਕੁਛ ਗਲਤ ਬੋਲੂਗਾ, ਫਿਰ ਵੀ ਸਾਡੇ ਨਾਲ ਅਗਰ ਉਹਨਾਂ ਦਾ ਨਜ਼ਰੀਆ ਬੁਰਾ ਹੋਵੇ ਨਾ, ਫਿਰ ਵੀ ਮਤਲਬ ਥੋੜਾ ਸਮਝਿਆ ਜਾ ਸਕਦਾ ਹੈ ਇਸ ਗੱਲ ਨੂੰ। ਪਰ ਹਮ। ਜਦੋਂ ਸਥਿਤੀ ਨੂੰ ਦੇਖ ਕੇ ਉਹਨਾਂ ਦਾ ਨਜ਼ਰੀਆ ਏਦਾਂ ਚੇਂਜ ਹੁੰਦਾ, ਉੱਥੇ ਤਕਰੀਬਨ ਉਦੋਂ ਤਾਂ ਤਕਲੀਫ ਹੁੰਦੀ ਆ ਜਦੋਂ ਅਸੀਂ ਖੁਦ ਜਾਗਰਤ ਨਹੀਂ ਹੁੰਦੇ। ਜੀ ਪਰ ਜਦੋਂ ਅਸੀਂ ਖੁਦ ਜਾਗਰਤ ਹੁੰਦੇ ਆ, ਉਦੋਂ ਆਪਾਂ ਲੋਕਾਂ ਦੇ ਨਜ਼ਰੀਏ ਨੂੰ ਇੰਜੋਏ ਕਰਨਾ ਸ਼ੁਰੂ ਕਰ ਦਿੰਦੇ ਹਾਂ। ਕਿਉਂਕਿ ਮੈਂ ਹੁਣ ਇੰਜੋਏ ਕਰਦੀ ਹਾਂ, ਮੈਨੂੰ ਲੱਗਦਾ ਹੁੰਦਾ ਕਿ ਹੁਣ ਇਹਨਾਂ ਨੂੰ ਇੰਜੋਏ ਕਰਨਾ ਚਾਹੀਦਾ ਹੈ। ਕਿਆ ਬਾਤ ਤਾਂ ਕਿਆ ਬਾਤ। ਉਦੋਂ ਤੱਕ ਤਾਂ ਸਾਨੂੰ ਤਕਲੀਫ ਹੁੰਦੀ ਆ, ਪਰ ਉਸ ਤਕਲੀਫ ਤੋਂ ਬਚਣ ਵਾਸਤੇ ਵੀ ਸਾਨੂੰ ਇੰਜੋਏ ਕਰਨਾ ਸਿੱਖਣਾ ਪੈਂਦਾ। ਬਹੁਤ ਖੂਬਸੂਰਤ ਗੱਲ ਹਰਪਿੰਦਰ ਰਾਣਾ ਨੇ ਕਹੀ ਹੈ ਕਿ ਲੋਕਾਂ ਦੇ ਨਜ਼ਰੀਏ ਨੂੰ ਇੰਜੋਏ ਕਰਨਾ। ਇਹ ਸੱਚਮੁੱਚ ਹੀ ਆਪਣੇ ਆਪ ਦੇ ਵਿੱਚ ਬਹੁਤ ਕ੍ਰੀਏਟਿਵ ਜਵਾਬ ਹੈ ਉਹਨਾਂ ਦੀ ਆਲੋਚਨਾ ਦਾ ਜਾਂ ਉਹਨਾਂ ਦੇ ਨਜ਼ਰੀਏ ਦਾ। ਜਦੋਂ ਤੁਸੀਂ ਲੋਕਾਂ ਦੀ ਨਿੰਦਾ ਨੂੰ, ਲੋਕਾਂ ਦੀ ਆਲੋਚਨਾ ਨੂੰ, ਲੋਕਾਂ ਦੇ ਤੁਹਾਡੇ ਪ੍ਰਤੀ ਰਿਐਕਸ਼ਨ ਨੂੰ ਇੰਜੋਏ ਕਰਨ ਲੱਗ ਜਾਂਦੇ ਹੋ, ਤਾਂ ਇਹ ਸਮਝ ਲਓ ਤੁਸੀਂ ਦਿਸਹੱਦਿਆਂ ਤੋਂ ਪਾਰ ਜਾਣ ਦਾ ਸਫ਼ਰ ਸ਼ੁਰੂ ਕਰਤਾ। ਇਹ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੀ ਗੱਲ ਹੈ। ਜਦੋਂ ਅਸੀਂ ਉਹਨਾਂ ਦੇ ਰਿਐਕਸ਼ਨ ਤੋਂ ਦੁਖੀ ਹੁੰਦੇ ਆ, ਤਾਂ ਉਦੋਂ ਇਟ ਮੀਨਸ ਉਹ ਆਪਣੇ ਮਕਸਦ ਦੇ ਵਿੱਚ ਕਾਮਯਾਬ ਨੇ। ਜਦੋਂ ਅਸੀਂ ਇੰਜੋਏ ਕਰਨਾ ਸ਼ੁਰੂ ਕੀਤਾ, ਇਟ ਮੀਨਸ ਅਸੀਂ ਆਪਣੇ ਮਕਸਦ ਦੇ ਵਿੱਚ ਕਾਮਯਾਬ ਆ। ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੈ। ਹਾਂਜੀ ਸੰਦੀਪ ਅਰੋੜਾ ਜੀ, ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਸਮਾਜਿਕ ਤੌਰ ਤੇ ਜੋ ਚੁਣੌਤੀਆਂ ਮਿਲੀਆਂ ਤੁਹਾਨੂੰ ਆਪਣੇ ਨਾਲ ਜਾਂ ਤੁਹਾਡੇ ਵਰਗੇ ਹੋਰ ਬਹੁਤ ਸਾਰੇ ਲੋਕਾਂ ਨਾਲ? ਜੀ ਸੰਦੀਪ ਅਰੋੜਾ ਜੀ। ਦੀਪ ਜੀ, ਸਮਾਜ ਦੀ ਪ੍ਰਵਿਰਤੀ, ਹਾਂਜੀ ਦੀਪ ਜੀ, ਸਮਾਜ ਦੀ ਪ੍ਰਵਿਰਤੀ ਹੈ ਕਿ ਇੱਕ ਵਿਸ਼ੇਸ਼ ਲੋੜਾਂ ਵਾਲੇ ਬੱਚੇ ਨੂੰ ਵਿਚਾਰਗੀ ਦੀ ਨਿਗਾਹ ਨਾਲ ਵੇਖਿਆ ਜਾਂਦਾ। ਜਿਵੇਂ ਭੈਣ ਜੀ ਨੇ ਦੱਸਿਆ ਵੀ ਪਤਾ ਨਹੀਂ ਕਿਉਂ ਉਹਨਾਂ ਦੇ ਮਨ ਵਿੱਚ ਹੈ ਵੀ ਇਸ ਤਰ੍ਹਾਂ ਕੁਝ ਇਹਨਾਂ ਕੋਲ ਹੋਣਾ ਨਹੀਂਗਾ ਜੋ ਸਮਾਜ ਲਈ ਫਾਇਦੇਮੰਦ ਹੋਵੇ। ਬਿਲਕੁਲ ਹੀ ਸੇਮ ਹਾਲਾਤ ਮੇਰੇ ਨਾਲ ਵੀ ਵਾਪਰੇ ਆ। ਜਿਵੇਂ ਆਮ ਲੇਡੀਜ਼ ਨੇ ਕਹਿ ਦੇਣਾ ਕਿੰਨਾ ਸੋਹਣਾ ਸੀਗਾ, ਰੱਬ ਨੇ ਮਾਰ ਪਾ ਦੀ। ਉਹ ਜਦੋਂ ਅਕਲਤਾ ਵਿੱਚ ਬੈਠ ਕੇ ਸੋਚੀਦਾ, ਉਹ ਕਿਸੇ ਨਾ ਕਿਸੇ ਨਾ ਗੱਲਾਂ ਸਟਰਕ ਜ਼ਰੂਰ ਕਰਦੀਆਂ ਜੀ। ਤੇ ਕਈ ਵਾਰ ਤਾਂ ਇੰਨੀ ਨੈਗੇਟਿਵਿਟੀ ਵੱਧ ਜਾਂਦੀ ਹੈ ਵੀ ਜ਼ਿੰਦਗੀ ਖਤਮ ਕਰਨ ਬਾਰੇ ਵੀ ਸੋਚਣਾ ਪੈ ਜਾਂਦਾ ਸੀਗਾ ਵੀ ਕੀ ਲੈਣਾ ਯਾਰ ਇਸ ਤਰ੍ਹਾਂ ਦੀ ਜ਼ਿੰਦਗੀ ਤੋਂ। ਪਰੰਤੂ ਮੇਰੀ ਖੁਸ਼ਕਿਸਮਤੀ ਰਹੀ ਆ ਵੀ ਜੋ ਵੀ ਮੇਰੇ ਫਰੈਂਡ ਸਰਕਲ ਰਿਹਾ ਜਾਂ ਦੋਸਤ ਰਹੇ ਆ, ਹਮੇਸ਼ਾ ਕੋਆਪਰੇਟਿਵ ਰਹੇ ਆ, ਹਮੇਸ਼ਾ ਹੌਸਲਾ ਦੇਣ ਵਾਲੇ ਰਹੇ ਆ। ਤੇ ਇਸੇ ਹੌਸਲੇ ਬਦੌਲਤ ਮੈਂ 1 ਸਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਬੀਐਡ ਵੀ ਕੀਤੀ ਆ, ਉੱਥੇ ਹੋਸਟਲ ਵਿੱਚ ਰਹਿ ਕੇ ਕੀਤੀ ਆ। ਉਸ ਪੋਲੀਟੀਕਲ ਸਾਇੰਸ ਰੈਗੂਲਰ ਤੌਰ ਤੇ ਕੀਤੀ ਹੋਸਟਲ ਵਿੱਚ ਰਹਿ ਕੇ। ਮਾਤਾ ਪਿਤਾ ਪਰਿਵਾਰ ਦਾ, ਭੈਣ ਭਰਾ ਦਾ ਸਹਿਯੋਗ ਬਹੁਤ ਰਿਹਾ। ਉਹਨਾਂ ਨੇ ਸਮਝਿਆ ਵੀ ਪੋਟੈਂਸ਼ੀਅਲਿਟੀ ਹੈਗੀ ਆ ਤੇ ਇਸ ਨੂੰ ਨਿਖਾਰਿਆ ਜਾਵੇ। ਪਰੰਤੂ ਮੇਰੇ ਨਾਲਦਿਆਂ ਨਾਲ ਜੋ ਹੈਂਡੀਕੈਪ ਸਰਕਲ 'ਚ ਮੈਂ ਰਿਹਾ, ਬਹੁਤ ਟ੍ਰੈਜਡੀਆਂ ਹੋਈਆਂ। ਇੱਕ ਮੇਰਾ ਦੋਸਤ ਸੀਗਾ ਤਲਵੰਡੀ, ਅਧਿਆਪਨ ਵਜੋਂ ਟੀਚਰ ਵੀ ਸੀਗਾ, ਪਰੰਤੂ ਘਰਦਿਆਂ ਵੱਲੋਂ ਹੀ ਉਸਨੂੰ ਸਮਝਿਆ ਨਹੀਂ ਗਿਆ ਤੇ 25-26 ਸਾਲ ਦੀ ਉਮਰ ਵਿੱਚ ਜਾ ਕੇ ਉਹ ਸੁਸਾਈਡ ਕਰ ਜਾਂਦਾ ਅੰਗਹੀਨਤਾ ਦੇ ਕਾਰਨ। ਤੇ ਉਸ ਦਾ ਜਿਹੜਾ ਵਿਛੋੜਾ ਸੀਗਾ ਉਹ ਕਈ ਸਾਲ ਤੜਫਾਂਦਾ ਵੀ ਰਿਹਾ। ਉਹ ਜਿਹੜੀਆਂ ਹਾਲਤਾਂ ਵਿੱਚ ਗਿਆ, ਉਹ ਵਿਚਾਰ ਸਾਂਝੇ ਕਰਦਾ ਰਹਿੰਦਾ ਸੀ, ਮਨ ਦੀਆਂ ਸੰਵੇਦਨਾਵਾਂ। ਤੇ ਬਹੁਤ ਫੀਲ ਹੁੰਦਾ ਵੀ ਆਪਦੇ ਘਰ ਦੇ ਵੀ ਕਈ ਵਾਰੀ ਕਈਆਂ ਨੂੰ ਨਹੀਂ ਸਮਝ ਸਕਦੇ। ਜੀ ਜੀ। ਇੱਥੇ ਘਰਦਿਆਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ, ਫੈਮਿਲੀ ਮੈਂਬਰਸ ਦਾ। ਪਰਿਵਾਰ ਕਿਸ ਤਰ੍ਹਾਂ ਤੁਹਾਨੂੰ ਬਿਹੇਵ ਕਰਦਾ, ਕਿਸ ਤਰ੍ਹਾਂ ਸਪੋਰਟ ਕਰਦਾ ਜਾਂ ਨੈਗਲੈਕਟ ਕਰਦਾ। ਸੁਸਾਇਟੀ ਤਾਂ ਬਾਅਦ ਵਿੱਚ ਆਉਂਦੀ ਹੈ ਜੀ। ਜੀ ਜੀ ਜੀ। ਤੇ ਜੇ ਪਰ ਮੇਰੀ ਖੁਸ਼ਕਿਸਮਤੀ ਰਹੀ ਹੈ ਪਰਿਵਾਰ ਦੇ ਨਾਲ ਨਾਲ ਮੈਨੂੰ ਸੁਸਾਇਟੀ ਨੇ ਵੀ ਬਹੁਤ ਪ੍ਰਮੋਟ ਕੀਤਾ, ਬਹੁਤ ਕੋਆਪਰੇਟ ਕੀਤਾ ਜੀ। ਹਾਂ, ਬਹੁਤ ਅੱਛੇ। ਤੁਸੀਂ ਜਿਹੜੀ ਦੱਸੀ ਹੈ ਟ੍ਰੈਜਡੀ ਦੀ ਗੱਲ, ਸੱਚਮੁੱਚ ਬਹੁਤ ਕੁਝ ਲੋਕਾਂ ਦੇ ਅੰਦਰ ਜਿਹੜਾ ਭਰਿਆ ਪਿਆ ਹੈ, ਉਹਦਾ ਜਿਹੜਾ ਖਮਿਆਜ਼ਾ ਹੈ ਜਿਹੜੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚੇ ਉਹ ਅਕਸਰ ਭੁਗਤਦੇ ਨੇ। ਤੇ ਤੁਸੀਂ ਵੀ ਉਹ ਕੁਝ ਗੱਲਾਂ ਸਾਂਝੀਆਂ ਕੀਤੀਆਂ ਨੇ। ਆਪਾਂ ਕਾਲਾ ਸਿੰਘ ਹੋਰਾਂ ਤੋਂ ਵੀ ਸੁਣਦੇ ਹਾਂ। ਕਾਲਾ ਸਿੰਘ ਜੀ, ਤੁਹਾਨੂੰ ਕਿਸ ਤਰ੍ਹਾਂ ਦੀਆਂ ਸਮਾਜਿਕ ਚੁਣੌਤੀਆਂ ਮਿਲਦੀਆਂ ਰਹੀਆਂ ਨੇ, ਇਹਦੇ ਬਾਰੇ ਥੋੜਾ ਜਿਹਾ ਸਾਨੂੰ ਸਮਝਾਓ, ਸਾਨੂੰ ਦੱਸੋ ਜੀ। ਤੁਹਾਡੀ ਆਵਾਜ਼ ਦਾ ਫੇਰ ਪ੍ਰੋਬਲਮ ਆ ਗਈ ਥੋੜੀ ਜਿਹੀ, ਆਵਾਜ਼ ਦਾ ਚੈੱਕ ਕਰੋ। ਹਾਂਜੀ। ਇੱਕ ਸਮੱਸਿਆਵਾਂ ਦੀ ਸਮੱਸਿਆ ਜੋ ਹੈ ਨਾ, ਇਹ ਹਰ ਇੱਕ ਨੂੰ ਆਉਂਦੀ ਹੈ। ਤਾਂ ਜੀ, ਜੇ ਆਪਾਂ ਕਹੀਏ ਵੀ ਸਮੱਸਿਆ ਮੈਨੂੰ ਹੈ ਜਾਂ ਸਮੱਸਿਆ ਕਿਸੇ ਮੇਰੇ ਹੋਰ ਵਿਕਲਾਂਗ ਭਾਈ ਨੂੰ ਹੈ, ਉਹ ਐਸੀ ਗੱਲ ਨਹੀਂ। ਸਮੱਸਿਆ ਹਰ ਇੱਕ ਇਨਸਾਨ ਇਸ ਸਮੱਸਿਆ ਨਾਲ ਜੁੜਿਆ ਹੈ। ਪਰ
ਕੁਝ ਲੋਕ ਸਰੀਰਕ ਅਪੰਗ ਹੁੰਦੇ ਨੇ, ਕੁਝ ਲੋਕ ਮਾਨਸਿਕ ਅਪੰਗ ਹੁੰਦੇ ਨੇ ਜੀ। ਜੀ ਕਈਆਂ ਦੇ ਸਾਰੇ ਅੰਗ ਹੁੰਦੇ ਨੇ, ਪਰ ਉਹ ਮਾਨਸਿਕਤਾ ਉਹਨਾਂ ਦੀ ਇੰਨੀ ਕਮਜ਼ੋਰ ਹੁੰਦੀ ਵੀ ਉਹ ਆਪਣੇ ਆਪ ਨਾਲ ਵੀ ਪ੍ਰੇਮ ਨਹੀਂ ਕਰ ਸਕਦੇ, ਉਹ ਦੂਸਰਿਆਂ ਨਾਲ ਕਿਵੇਂ ਕਰਨਗੇ। ਕੀ ਬਾਤ ਹੈ, ਕੀ ਬਾਤ ਹੈ। ਤੇ ਕੁਝ ਲੋਕ ਐਸੇ ਹੁੰਦੇ ਨੇ ਜੋ ਆਪ ਅਪੰਗ ਹੁੰਦੇ ਨੇ, ਲੋਕ ਉਹਨਾਂ ਨੂੰ ਨਫ਼ਰਤ ਕਰਦੇ ਪਰ ਉਹ ਸਭ ਨਾਲ ਪ੍ਰੇਮ ਕਰਦੇ ਆ। ਬਹੁਤ ਅੱਛੇ। ਲੋਕ ਇਹ ਸੋਚਦੇ ਨੇ ਕਿ ਸ਼ਾਇਦ ਇਹ ਕਿਸੇ ਦਾ ਕੁਝ ਨਹੀਂ ਸਵਾਰ ਸਕਦੇ, ਪਰ ਉਹਨਾਂ ਨੂੰ ਆਪਣੇ ਆਪ ਪਤਾ ਹੁੰਦਾ ਵੀ ਅਸੀਂ ਬਹੁਤ ਕੁਝ ਕਰ ਸਕਦੇ ਹਾਂ। ਤੇ ਮੈਂ ਪਹਿਲਾਂ ਵੀ ਕਿਹਾ, ਸਮਾਜ ਤਾਂ ਕਿਸੇ ਨੂੰ ਪਸੰਦ ਨਹੀਂ ਕਰਦਾ ਜੀ। ਜੇ ਸਮਾਜ ਦੀ ਬਹੁਤ ਵੱਲ ਦੇਖੀਏ, ਜੇ ਬਹੁ ਗਿਣਤੀ ਵਿੱਚ ਦੇਖੀਏ, ਤਾਂ ਇੱਥੇ ਰਾਮ ਕ੍ਰਿਸ਼ਨ ਜੀ ਵਰਗਿਆਂ ਨੂੰ ਵੀ ਨਿੰਦਿਆ ਗਿਆ, ਤੇ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਲੋਕਾਂ ਨੇ ਨਿੰਦਿਆ ਜੀ। ਪਰ ਮੈਂ ਕਹਿੰਦਾ, ਜੈ ਜੈਕਾਰ ਸਿਰਫ ਪੈਸੇ ਦੀ ਹੁੰਦੀ ਹੈ, ਜੈ ਜੈਕਾਰ ਸਿਰਫ ਇੱਕ ਕਿਰਤ ਦੀ ਹੈ, ਜੇ ਇਨਸਾਨ ਚਾਹੇ ਤਾਂ ਜੀ। ਪਰ ਕੁਝ ਲੋਕ ਕਿਰਤ ਆਮ ਲੋਕ ਵੀ ਕਰਦੇ ਨੇ, ਪਰ ਫਿਰ ਵੀ ਉਹ ਮਾਨਸਿਕ ਤੌਰ ਤੇ ਕਮਜ਼ੋਰ ਹੁੰਦੇ ਨੇ ਜੀ। ਅਸੀਂ ਜ਼ਰੂਰ ਸੰਘਰਸ਼ ਬਹੁਤ ਚੱਲਿਆ, ਅਪੰਗਤਾ ਵੀ ਚੱਲੀ ਹੈ, ਪਰ ਸਾਡਾ ਮਾਨਸਿਕ ਪੱਖ ਜਿਹੜਾ ਬਹੁਤ ਮਜ਼ਬੂਤ ਰਿਹਾ ਹੈ, ਜਿਹਦੇ ਕਰਕੇ ਸਾਨੂੰ ਸਮੱਸਿਆਵਾਂ ਨਾਲ ਜੂਝਣ ਦਾ ਬੜਾ ਬਲ ਮਿਲਿਆ। ਮੈਂ 1994, 95, 96 ਗੁਰਦੁਆਰਾ ਸਾਹਿਬ ਦੀ ਸੇਵਾ ਕਰ ਰਹੀ ਹਾਂ ਜੀ। ਤੇ ਉਸ ਗੁਰਦੁਆਰਾ ਸਾਹਿਬ ਦੀ ਸੇਵਾ ਦੇ ਵਿੱਚ ਬੜਾ ਖਾਸ ਬਲ ਮਿਲੇਗਾ ਤੁਹਾਨੂੰ। ਮੈਂ ਇਹ ਗੱਲ ਲੜ ਬੰਨ ਲਈ। ਮੈਨੂੰ ਕੁਝ ਨਹੀਂ ਸੀ ਪਤਾ ਹੁੰਦਾ ਵੀ ਜਪਜੀ ਸਾਹਿਬ ਦਾ ਪਾਠ ਕੀ ਹੁੰਦਾ ਹੈ, ਮੈਨੂੰ ਕੁਝ ਨਹੀਂ ਸੀ ਪਤਾ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੀ ਹੈ। ਮੈਂ ਗੁਰਦੁਆਰਾ ਸਾਹਿਬ 2-3 ਸਾਲ ਰਿਹਾ, ਜਿਹੜੇ ਉੱਥੋਂ ਦੇ ਗ੍ਰੰਥੀ ਸੀਗੇ ਉਹਨਾਂ ਇਹ ਵੀ ਮੈਨੂੰ ਗੱਲ ਨਹੀਂ ਦੱਸ ਸਕੇ ਉਸ ਵਕਤ। ਅੱਛਾ। ਤੇ ਪਰ ਸੁਬਾਹ ਮੈਂ ਲਗਭਗ 2:30-3 ਵਜੇ, ਜਿੱਦੇ ਸੰਗਰਾਂਦ ਤੇ ਮੱਸਿਆ ਹੁੰਦੀ, ਮੈਨੂੰ 3 ਵਜੇ ਜਾਂ 3:30-4 ਵਜੇ ਜ਼ਬਰਦਸਤੀ ਉਠਾਇਆ ਜਾਂਦਾ, ਹਾਲਾਂਕਿ ਉਹ ਆਪ ਬੇਸ਼ੱਕ ਨਹੀਂ ਉੱਠਦੇ ਸੀਗੇ। ਅੱਛਾ। ਪਰ ਮੇਰੇ ਤੇ ਜ਼ੋਰ ਪਾਇਆ ਜਾਂਦਾ ਵੀ ਤੁਸੀਂ ਉੱਠੋ। ਮੈਂ ਉਦੋਂ ਇਸ ਚੀਜ਼ ਨੂੰ ਜ਼ੋਰ ਨਹੀਂ ਸੀ ਸਮਝਦਾ, ਮੈਂ ਸੋਚਦਾ ਵੀ ਸੇਵਾ ਹੈ, ਮੈਨੂੰ ਉਠਾ ਰਹੇ ਨੇ ਤੇ ਇਹ ਮੇਰੇ ਬਲ ਵਾਸਤੇ ਮੈਨੂੰ ਕੁਝ ਮਤਲਬ ਕਿ ਇਹਨਾਂ ਨੇ ਦੇਣਾ, ਕੁਝ ਤਾਕਤ ਮਿਲੂਗੀ। ਉਸ ਵਕਤ ਕੁਝ ਮਨ ਦੇ ਵਿੱਚ ਐਸ ਲਾਲਚ ਵੀ ਹੁੰਦਾ ਸੀਗਾ ਵੀ ਸ਼ਾਇਦ ਮੈਨੂੰ ਲੋਕ ਕਹਿਣਗੇ ਵੀ ਬਹੁਤ ਵਧੀਆ ਹੈ ਤੇ ਬਹੁਤ ਵਧੀਆ ਕੰਮ ਕਰਦਾ ਤੇ ਮੁੰਡਾ ਕੁਝ ਤੋਰੂਗਾ ਅੱਗੇ। ਮੇਰੀ ਬਰਤਨ ਸਾਫ਼ ਕਰਨ ਦੀ ਖਾਸ ਸੇਵਾ ਹੁੰਦੀ, ਚਾਹੇ ਜਿੰਨੀ ਮਰਜ਼ੀ ਠੰਡ ਹੁੰਦੀ, ਚਾਹੇ ਜਿੰਨੀ ਮਰਜ਼ੀ ਗਰਮੀ ਹੁੰਦੀ। ਮੈਂ ਨਾ ਤਾਂ ਕਦੇ ਉਹਨਾਂ ਨੇ ਨਾ ਕੀਤੀ ਹੈ ਤੇ ਨਾ ਉਹਨਾਂ ਨੇ ਮੈਨੂੰ ਕਦੇ ਬਰਤਨ ਫੜਾਉਣ ਚ ਮਤਲਬ ਕਿ ਸੰਕੋਚ ਕੀਤਾ। ਅੱਛਾ। ਮੈਨੂੰ ਲੋਕ ਕਹਿੰਦੇ ਸੀ ਤੇਰੇ ਵਾਸਤੇ ਬਹੁਤ ਵੱਡੀ ਸਮੱਸਿਆ ਹੈ। ਮੈਂ ਉਸ ਵਕਤ ਬਹੁਤ ਛੋਟਾ ਸੀ, ਪਰ ਮੇਰੇ ਮੂੰਹ ਚੋਂ ਆਪਣੇ ਆਪ ਪਤਾ ਨਹੀਂ ਕਿਵੇਂ ਨਿਕਲਦਾ ਸੀ ਵੀ ਇਹ ਤਾਂ ਬਖਸ਼ਿਸ਼ ਹੈ। ਇਹ ਕੋਈ ਮੇਰੇ ਵਾਸਤੇ ਕੋਈ ਸਮੱਸਿਆ ਨਹੀਂ ਹੈ, ਮੇਰੇ ਵਾਸਤੇ ਬਖਸ਼ਿਸ਼ ਹੈ। ਸ਼ਾਇਦ ਇਹਨਾਂ ਸਮੱਸਿਆਵਾਂ ਨਾਲ ਹੀ ਮੈਨੂੰ ਅੱਗੇ ਜੂਝਣ ਦਾ ਬਲ ਮਿਲੇ। ਕੀ ਬਾਤ ਹੈ। ਫਿਰ ਇੱਕ ਦਿਨ ਸੁਬਾਹ ਮੈਂ ਗੁਰਦੁਆਰਾ ਸਾਹਿਬ ਵਿੱਚ ਬੈਠੇ ਨੇ ਮਨ ਵਿੱਚ ਮਤਲਬ ਮੈਂ ਨਾਲੇ ਬਰਤਨ ਸਾਫ਼ ਕਰ ਰਿਹਾ ਸੀਗਾ। ਬਰਤਨਾਂ ਦੀ ਸੇਵਾ ਦੇ ਨਾਲ ਗੁਰਦੁਆਰਾ ਸਾਡੇ ਇੱਕ ਨਾਲ ਹੋਰ ਸ਼੍ਰੋਮਣੀ ਪ੍ਰਬੰਧਕ ਕਮੇਟੀ ਦਾ ਗੁਰਦੁਆਰਾ ਜੀ, ਸਾਡੇ ਇੱਥੇ ਇੱਕ ਸੰਗਤ ਦਾ ਗੁਰਦੁਆਰਾ ਆਪਣੇ ਤੇ ਤਿਆਰ ਕੀਤਾ ਹੋਇਆ, ਮੈਂ ਉਸ ਗੁਰਦੁਆਰੇ 'ਚ ਸੇਵਾ ਕਰਦਾ ਸੀ ਜੀ। ਤੇ ਉੱਥੇ ਸੁਬਾਹ ਕੈਸਟ ਲੱਗੀ ਸੀ ਤੇ ਕੈਸਟ ਦੇ ਵਿੱਚੋਂ ਇਹ ਆਵਾਜ਼ ਆ ਰਹੀ ਸੀ ਵੀ ਗੁਰੂ ਰਾਮਦਾਸ ਪਾਤਸ਼ਾਹ ਦਾ ਦਰ ਐਸਾ ਹੈ, ਜਿਹੜਾ ਉਸ ਦਰ ਦੇ ਨਾਲ ਜੁੜ ਜਾਂਦਾ ਨਾ, ਉਹ ਵੱਡੀਆਂ ਮੁਰਾਦਾਂ ਪਾ ਜਾਂਦਾ ਹੈ। ਮੈਂ ਮਨ ਦੇ ਵਿੱਚ ਸੋਚਦਾ ਵੀ ਮੁਰਾਦਾਂ ਕੀ ਹੁੰਦੀਆਂ ਨੇ, ਇਹ ਜੇ ਮੁਰਾਦਾਂ ਮੈਨੂੰ ਮਿਲ ਜਾਣ ਤੇ ਬੜੀ ਖਾਸ ਗੱਲਬਾਤ ਹੋ ਜੂ। ਕੀ ਬਾਤ। ਕਹਿੰਦੇ ਜਿਹੜਾ ਬੰਦਾ ਗੁਰਬਾਣੀ ਨਾਲ ਜੁੜਦਾ, ਕਹਿੰਦੇ ਉਹ ਤੇ ਖਾਸ ਗੁਰਬਾਣੀ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਜੀ। ਜਦੋਂ ਇਹਨਾਂ ਗੱਲਾਂ ਨੂੰ ਸੁਣਨ ਨੂੰ ਮਿਲਿਆ ਤੇ ਮੈਨੂੰ ਇੱਕ ਗੱਲ ਉੱਥੋਂ ਇਹ ਸੁਣਨ ਨੂੰ ਮਿਲੀ ਵੀ ਜਿਹੜਾ ਇਨਸਾਨ ਸਮੱਸਿਆ ਦੇ ਨਾਲ ਜੂਝ ਲਏਗਾ ਉਹਦੇ ਤੇ ਖਾਸ ਬਖਸ਼ਿਸ਼ ਹੋਊਗੀ। ਮੈਨੂੰ ਇਹ ਨਹੀਂ ਸੀ ਪਤਾ ਵੀ ਸਮੱਸਿਆ ਨਾਲ ਕਿਵੇਂ ਜੂਝੀਦਾ, ਸਮੱਸਿਆ ਕੀ ਹੁੰਦੀ ਹੈ, ਪਰ ਉਸ ਵਕਤ ਮੈਂ ਫੈਸਲਾ ਕਰਿਆ ਵੀ ਮੈਂ ਸਮੱਸਿਆ ਨਾਲ ਜੂਝੂੰਗਾ। ਜਦੋਂ ਮੇਰੇ ਕਈ ਵਾਰੀ ਮੈਂ ਧੁੱਪੇ ਜਾਂਦਾ ਹੁੰਦਾ, ਕੋਈ ਠੇਡਾ ਖਾ ਜਾਂਦਾ, ਜਾਂ ਮੈਨੂੰ ਕੋਈ ਜਾਣ ਕੇ ਮੇਰੇ ਤੇ ਕੋਈ ਪਾਣੀ ਵੀ ਪਾ ਦਿੰਦਾ, ਐਸੇ ਵੀ ਉਸ ਵਕਤ ਕਈ ਨਾ ਲੋਕ ਤੁਸੀਂ ਸਮਝਦੇ ਹੋ ਵੀ ਕੈਸੇ ਹੁੰਦੇ ਨੇ ਜੀ। ਅੱਛਾ। ਤੇ ਕਈ ਵਾਰੀ ਸਾਨੂੰ ਜਾਣ ਕੇ ਕਿਸੇ ਨੇ ਪਿੱਛੋਂ ਰੋੜਾ ਵੀ ਮਾਰਨਾ। ਓਹੋ। ਤੇ ਮੇਰੇ ਮਨ ਦੇ ਵਿੱਚ ਆਵਾਜ਼ ਨਿਕਲਣੀ ਵੀ ਵਾਹ ਪ੍ਰਮਾਤਮਾ ਕਿਆ ਬਖਸ਼ਿਸ਼ ਹੈ ਤੇਰੀ, ਕੀ ਬਾਤ ਹੈ, ਕੀ ਬਾਤ ਹੈ, ਬੜੀ ਰਹਿਮਤ ਹੈ। ਤੇ ਮੈਨੂੰ ਇਸ ਵਕਤ ਐ ਮਹਿਸੂਸ ਹੁੰਦਾ ਵੀ ਸ਼ਾਇਦ ਮੇਰੇ ਤੇ ਏਡੀ ਖਾਸ ਬਖਸ਼ਿਸ਼ ਹੋ ਰਹੀ ਹੈ ਵੀ ਮੇਰੇ ਕਈ ਵਾਰੀ ਹੰਝੂ ਵੀ ਆਏ ਵੀ ਅੱਛਾ ਲੋਕ ਰੋੜੇ ਮਾਰਦੇ ਨੇ, ਫਿਰ ਮੈਂ ਸੋਚਦਾ ਨਹੀਂ ਇਹ ਤੇਰੀ ਪ੍ਰੀਖਿਆ ਹੋ ਰਹੀ ਹੈ ਗਾਲਾ ਸਿੰਘ। ਆਪਣੇ ਮੈਨੂੰ ਨਾਲੇ ਉਦੋਂ ਕੁਝ ਨਹੀਂ ਸੀ ਪਤਾ ਹੁੰਦਾ, ਪਰ ਮੇਰੇ ਮਨ ਦੇ ਵਿੱਚ ਇਹ ਆਵਾਜ਼ ਆਉਂਦੀ ਸੀ ਕੀ ਬਾਤ ਵੀ ਇਹ ਸਮੱਸਿਆ ਹੈ, ਪਰ ਇਹਨੂੰ ਤੁਸੀਂ ਸਮੱਸਿਆ ਮੰਨ ਕੇ ਨਹੀਂ ਚੱਲਣਾ। ਤੇ ਸਮੱਸਿਆਵਾਂ ਲਗਾਤਾਰ ਆਈਆਂ, ਇਹਨਾਂ ਚੀਜ਼ਾਂ ਨੂੰ ਲਗਾਤਾਰ ਹੰਢਾਉਂਦੇ ਰਹੇ ਤੇ ਫਿਰ ਗੱਲ ਜਿਹੜੀ ਮੈਂ ਦਿਮਾਗ 'ਚ ਆਈ ਸੀ ਵੀ ਗੁਰੂ ਰਾਮਦਾਸ ਪਾਤਸ਼ਾਹ ਦਾ ਬਹੁਤ ਦਰ ਉੱਚਾ ਹੈ,
ਮੇਰੇ ਦਿਲ 'ਚ ਇਹੀ ਗੱਲ ਚੱਲਣ ਲੱਗੀ, ਹੇ ਸੱਚੇ ਪਾਤਸ਼ਾਹ ਮੈਨੂੰ ਗੁਰੂ ਰਾਮਦਾਸ ਪਾਤਸ਼ਾਹ ਦਾ ਦਰ ਦਿਖਾ ਦੇ ਕਿਹਾ ਜਾ ਹੁੰਦਾ। ਕੀ ਬਾਤ ਹੈ। 1997 ਚ ਆਪਣੇ ਆਪ ਹੀ ਕੋਈ ਸਾਡੇ ਘਰੇ ਸੱਜਣ ਮਿੱਤਰ ਆਏ, ਮੇਰੇ ਬ੍ਰਦਰ ਉੱਥੇ ਪਹਿਲਾਂ ਪਹੁੰਚੇ ਹੋਏ ਸੀਗੇ, ਉਹ ਵੀ ਬਲਾਈਂਡ ਨੇ ਵੱਡੇ, ਕੁਦਰਤੀ ਬਖਸ਼ਿਸ਼ ਤੌਰ ਤੇ ਉਹ ਪਹਿਲਾਂ ਪਹੁੰਚੇ ਸੀ ਅੰਮ੍ਰਿਤਸਰ, ਅਪ੍ਰੈਲ ਚ ਗਏ ਤੇ ਮੈਨੂੰ ਜੂਨ ਚ ਲਾਉਣ ਵਾਸਤੇ ਆ ਗਏ, ਕਹਿੰਦੇ ਤੁਹਾਨੂੰ ਅੰਮ੍ਰਿਤਸਰ ਸਾਹਿਬ ਲੈ ਕੇ ਜਾਣਾ ਹੈ। ਤੇ ਉੱਥੇ ਬਲਾਈਂਡ ਇੰਸਟੀਚਿਊਟ ਹੈ, ਤੇ ਮੈਂ ਇਹ ਸੋਚਿਆ ਸੀ ਵੀ ਜਿੱਥੇ ਦਰਬਾਰ ਸਾਹਿਬ ਹੈ, ਜਿੱਥੇ ਗੋਲਡਨ ਟੈਂਪਲ, ਉੱਥੇ ਹੀ ਰਵਾਂਗੇ, ਉੱਥੇ ਨਿੱਤ ਸੋਇਆ ਕਰਾਂਗੇ, ਉੱਥੇ ਬਹਿ ਕੇ ਲੰਗਰ ਛਕਣਾ। ਮੇਰੇ ਦਿਲ ਚ ਇਹ ਸੀ। ਮੈਂ ਸਾਰੇ ਪਿੰਡ ਦੇ ਵਿੱਚ ਹੋਕਾ ਦੇਤਾ ਵੀ ਮੈਂ ਹਰਮੰਦਰ ਸਾਹਿਬ ਜਾ ਰਿਹਾ, ਗੋਲਡਨ ਟੈਂਪਲ, ਜੇ ਕਿਸੇ ਨੇ ਕੋਈ ਅਰਦਾਸ ਕਰਾਉਣੀ ਹੈ, ਸੇਵਾ ਕਰਾਉਣੀ ਹੈ ਤੇ ਮੈਨੂੰ ਦੱਸ ਦਿਓ। ਕੀ ਬਾਤ ਹੈ। ਮੇਰੇ ਮਨ ਦੇ ਵਿੱਚ ਚਾਅ ਸੀ, ਤੇ ਮੈਨੂੰ ਐ ਲੱਗਦਾ ਸੀ ਵੀ ਗੁਰੂ ਰਾਮਦਾਸ ਪਾਤਸ਼ਾਹ ਮੈਨੂੰ ਆਪ ਖਿੱਚ ਰਹੇ ਵੀ ਮੈਂ ਕਿਹੜੇ ਵੇਲੇ ਜਲਦੀ ਜਾਵਾਂ। ਵੈਰੀ ਗੁੱਡ। ਤੇ ਫਿਰ ਸਮੱਸਿਆਵਾਂ ਯਾਦ ਆਉਂਦੀ ਵੀ ਲੋਕ ਇੱਥੇ ਪਤਾ ਨਹੀਂ ਕੀ ਕਹਿੰਦੇ ਨੇ, ਉੱਥੇ ਕੀ ਕਹਿਣਗੇ, ਪਰ ਫਿਰ ਮੇਰੇ ਦਿਮਾਗ 'ਚ ਇਹੀ ਗੱਲ ਆ ਜਾਂਦੀ ਸੀ ਵੀ ਨਹੀਂ, ਲੋਕਾਂ ਨਾਲ ਜੂਝਣਾ, ਲੋਕਾਂ ਨੂੰ ਇਹ ਦੱਸਣਾ ਵੀ ਸਮੱਸਿਆਵਾਂ ਨਾਲ ਜੂਝਣਾ ਕਿਵੇਂ ਚਾਹੀਦਾ। ਬਹੁਤ ਅੱਛੇ ਜੀ, ਬਹੁਤ ਅੱਛੇ। ਬਹੁਤ ਛੋਟਾ ਸੀ, ਪਰ ਮੈਨੂੰ ਉਦੋਂ ਹੌਲੀ ਹੌਲੀ ਇਹ ਗੱਲ ਪਤਾ ਲੱਗ ਗਈ ਵੀ ਇਨਸਾਨ ਦੁੱਖਾਂ ਦੀ ਪਟਾਰੀ ਹੈ, ਜਿਹਦੇ ਕੋਲ ਦੁੱਖ ਨਹੀਂ ਹੈਗੇ ਉਹ ਸੁੱਖ ਦਾ ਆਨੰਦ ਨਹੀਂ ਮਾਣ ਸਕਦਾ। ਦੁੱਖ ਦਾਰੂ ਸੁਖ ਰੋਗ ਪਿਆ ਜਾ ਸੁਖ ਕਾਮਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾ ਹੀ ਚਾਹਾਂ ਕਰੀ ਨਾ ਹੋਈ। ਤੋ ਬਖਸ਼ਿਸ਼ ਨੂੰ ਮੰਨ ਕੇ ਤੁਰਿਆ, ਕਦੇ ਸਮੱਸਿਆ ਨੂੰ ਸਮਝਿਆ ਨਹੀਂ ਜੀ। ਤੇ ਅੱਜ ਮੈਂ ਮੰਨਦਾ ਵੀ ਸਮੱਸਿਆ ਆਉਂਦੀ ਹੈ, ਮੈਨੂੰ ਅੱਜ ਸਮੱਸਿਆ ਦਾ ਮਤਲਬ ਪਤਾ ਲੱਗ ਗਿਆ। ਉਸ ਵੇਲੇ ਮੈਂ ਸਮੱਸਿਆ ਨੂੰ ਸਮੱਸਿਆ ਨਹੀਂ ਸੀ ਮੰਨਦਾ, ਅੱਜ ਮੈਂ ਸਮੱਸਿਆ ਮੰਨਦਾ ਵੀ ਸਮੱਸਿਆ ਹੈ, ਪਰ ਇਸ ਸਮੱਸਿਆ ਨੂੰ ਸੰਘਰਸ਼ ਮੰਨ ਕੇ ਤੁਰੀਦਾ ਵੀ ਇਹ ਜ਼ਿੰਦਗੀ 'ਚ ਆਉਣਾ ਹੀ ਆਉਣਾ। ਲੋਕ ਵੀ ਦੇਖਦੇ ਸੀ ਤੇ ਅੱਜ ਵੀ ਤੁਰੀ ਜਾਣਾ ਤੇ ਤੁਰਦੇ ਰਹਿਣਾ ਹਮੇਸ਼ਾ। ਬਹੁਤ ਅੱਛਾ, ਲਗਾਤਾਰ ਤੁਰਾਂਗੇ। ਬਹੁਤ ਵਧੀਆ। ਜਿਵੇਂ ਕਾਲਾ ਸਿੰਘ ਹੋਰਾਂ ਨੇ ਦੱਸਿਆ, ਗੁਰਬਾਣੀ ਦੇ ਮਹਾਵਾਕ ਦੇ ਅਨੁਸਾਰ ਕਿ ਦੁੱਖ ਦਾਰੂ ਸੁਖ ਰੋਗ ਪਿਆ ਤਾਂ ਸੁਖ ਕਾਮਨਾ ਹੋਈ। ਦੁੱਖ ਆਪਣੇ ਆਪ ਦੇ ਵਿੱਚ ਦਾਰੂ ਬਣਦੇ ਨੇ, ਦੁੱਖ ਆਪਣੇ ਆਪ ਦੇ ਵਿੱਚ ਇਲਾਜ ਬਣਦੇ ਨੇ। ਪੀੜ ਦੇ ਵਿੱਚੋਂ ਬੰਦਾ ਜ਼ਿੰਦਗੀ ਦੇ ਦੁੱਖਾਂ ਨੂੰ ਮਹਿਸੂਸ ਕਰਦਾ ਹੈ ਤੇ ਤੁਰਨ ਦੀ ਕੋਸ਼ਿਸ਼ ਕਰਦਾ ਹੈ। ਇਹੀ ਦਿਸਹੱਦਿਆਂ ਤੋਂ ਪਾਰ ਜਾਣ ਦਾ ਜਜ਼ਬਾ ਹੈ। ਆਪਾਂ ਅੱਗੇ ਵਧਦੇ ਹਾਂ। ਤਿੰਨੇ ਅਧਿਆਪਕ ਨੇ, ਆਪਾਂ ਹੁਣ ਇਹਨਾਂ ਦੇ ਉਸ ਅਧਿਆਪਨ ਸਫ਼ਰ ਤੇ ਅਧਿਆਪਨ ਤੋਂ ਬਾਅਦ ਸਕੂਲ ਦੇ ਵਿੱਚ ਪਹੁੰਚਣ ਦੇ ਸਫ਼ਰ ਦੀ ਗੱਲ ਕਰਦੇ ਹਾਂ। ਮੈਡਮ ਹਰਪਿੰਦਰ ਰਾਣਾ ਜੀ, ਗੱਲ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਕਿ ਸਾਡੇ ਜਿਹੜੇ ਵਿਦਿਅਕ ਅਦਾਰੇ ਨੇ, ਉਹਨਾਂ ਦੇ ਹਾਲਾਤ ਕਿਹੋ ਜਿਹੇ ਹੁੰਦੇ ਨੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਦੇ ਸੰਦਰਭ ਦੇ ਵਿੱਚ, ਕਿਉਂਕਿ ਤੁਸੀਂ ਬਤੌਰ ਵਿਦਿਆਰਥੀ ਵੀ ਇਹਨਾਂ ਸਕੂਲਾਂ ਦੇ ਵਿੱਚ ਵਿਚਰ ਰਹੇ ਹੋ ਤੇ ਹੁਣ ਬਤੌਰ ਅਧਿਆਪਕ ਵੀ ਇਹਨਾਂ ਸਕੂਲਾਂ ਦੇ ਵਿੱਚ ਵਿਚਰ ਰਹੇ ਹੋ। ਤੁਹਾਡੇ ਤਿੰਨਾਂ ਦਾ ਇਹ ਮਤਲਬ ਤੁਹਾਡੇ ਕੋਲੇ ਦੂਹਰਾ ਤਜਰਬਾ ਹੈ ਕਿ ਤੁਸੀਂ ਵਿਦਿਆਰਥੀ ਦੇ ਤੌਰ ਤੇ ਵੀ ਉਹ ਗੱਲਾਂ ਫੀਲ ਕੀਤੀਆਂ ਹੋਣੀਆਂ ਤੇ ਹੁਣ ਅਧਿਆਪਕ ਦੇ ਤੌਰ ਤੇ ਵੀ ਉਹ ਗੱਲਾਂ ਫੀਲ ਕਰ ਰਹੇ ਹੋ ਕਿ ਸਾਡੇ ਸਕੂਲ ਵਿਸ਼ੇਸ਼ ਜ਼ਰੂਰਤਾਂ ਦੇ ਵਾਲੇ ਬੱਚਿਆਂ ਵਾਸਤੇ ਕਿੰਨਾ ਕੁ ਅਨੁਕੂਲ ਨੇ ਜਾਂ ਕੀ ਕੀਤਾ ਜਾਣਾ ਚਾਹੀਦਾ ਹੈ ਜੀ। ਦੇਖੋ, ਜਦੋਂ ਮੈਂ ਖੁਦ ਵਿਦਿਆਰਥੀ ਸੀਗੀ ਉਦੋਂ ਤਾਂ ਸੋਚਿਆ ਵੀ ਨਹੀਂ ਜਾ ਸਕਦਾ ਸੀਗਾ ਕਿ ਇੱਕ ਸਕੂਲ ਦੇ ਵਿੱਚ ਇੱਕ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀ ਦਾ ਜਿਹੜਾ ਹੈਗਾ ਖਾਸ ਖਿਆਲ ਰੱਖਿਆ ਜਾ ਵੀ ਸਕਦਾ, ਕਿਉਂਕਿ ਮੈਂ ਸਕੂਲ ਦੇ ਵਿੱਚ ਦੂਸਰੇ ਬੱਚਿਆਂ ਨੂੰ ਡੈਸਕ ਤੇ ਬਿਠਾਉਣੇ ਸੀਗੇ ਤੇ ਮੈਨੂੰ ਇਸ ਕਰਕੇ ਥੱਲੇ ਬੋਰੀ ਦੇ ਬਿਠਾਉਂਦੇ ਵੀ ਇਹ ਡਿੱਗ ਜੂਗੀ। ਮਤਲਬ ਆਹ ਸਪੈਸ਼ਲੀ ਖਿਆਲ ਰੱਖਿਆ ਜਾਂਦਾ ਸੀਗਾ ਵੀ ਡੈਸਕ ਤੇ ਨਹੀਂ ਬਿਠਾਉਣਾ, ਥੱਲੇ ਬਿਠਾ ਦਿਓ, ਚਲੋ ਜੀ। ਉਹ ਵੈਸੇ ਇਸ ਗੱਲ ਨੇ ਮੈਨੂੰ ਇੱਕ ਚੀਜ਼ ਸਿਖਾਈ ਵੀ ਜਿਹੜੇ ਥੱਲੇ ਬੈਠਦੇ ਆ ਉਹ ਕਦੇ ਡਿੱਗਦੇ ਨਹੀਂ। ਇਹ ਗੱਲ ਪਰ ਮੈਨੂੰ ਉਦੋਂ ਨਹੀਂ ਨਾ ਪਤਾ ਲੱਗਦੀ ਸੀ, ਇਹ ਗੱਲ ਤਾਂ ਮੈਨੂੰ ਅੱਜ ਪਤਾ ਲੱਗੀ ਹੈ ਵੀ ਚੱਲ ਜੇ ਮੈਂ ਸਕੂਲ ਦੇ ਦਿਨਾਂ 'ਚ ਥੱਲੇ ਬੈਠੀ ਆ ਤਾਂ ਹੁਣ ਡਿੱਗਣ ਦਾ ਕੋਈ ਖਤਰਾ ਨਹੀਂ ਸੀਗਾ। ਤੇ ਇਹ ਗੱਲ ਅੱਜ ਮੇਰੇ ਮਨ ਨੂੰ ਹੁਣ ਬਹੁਤ ਉੱਪਰ ਤੱਕ ਲੈ ਕੇ ਜਾਂਦੀ ਆ। ਪਰ ਉਦੋਂ ਇਸ ਤਰ੍ਹਾਂ ਦਾ ਜਿਹੜਾ ਮਤਲਬ ਕਿ ਪਾਰਸ਼ੈਲਿਟੀ ਕੀਤੀ ਜਾਂਦੀ ਸੀਗੀ, ਉਹ ਬਹੁਤ ਦਿਮਾਗ ਨੂੰ ਕੁਰੇਦਦੀ ਸੀਗੀ। ਪਰ ਹੁਣ ਥੋੜਾ ਜਿਹਾ ਫਰਕ ਪਿਆ ਹੈਗਾ। 2006 ਦਾ ਜਿਹੜਾ ਐਕਟ ਹੈਗਾ ਹੈਂਡੀਕੈਪ ਦੇ ਬਾਰੇ 'ਚ ਬਣਿਆ ਹੈਗਾ, ਜਿਹੜਾ ਦਿਵਿਆਂਗ ਐਕਟ, ਉਹਦੇ ਨਾਲ ਥੋੜਾ ਫਰਕ ਪੈਣਾ ਸ਼ੁਰੂ ਹੋਇਆ ਵੀ ਹੁਣ ਇਹ ਜ਼ਰੂਰੀ ਕਰ ਦਿੱਤਾ ਗਿਆ ਵੀ ਸਾਰੇ ਸਕੂਲ ਆ ਜਿਹੜੇ ਉਹ ਜਿਹੜਾ ਉੱਥੋਂ ਦਾ ਵਾਤਾਵਰਨ ਹੈਗਾ ਵਿਦਿਆਰਥੀਆਂ ਦੇ ਅਨੁਕੂਲ ਬਣਾਉਣ ਵਾਸਤੇ ਉੱਥੇ ਰੈਂਪ ਬਣਾਏ ਗਏ ਆ। ਪਰ ਤੁਹਾਨੂੰ ਪਤਾ ਕਿ ਸਰਕਾਰ ਦੇ ਕੋਲੇ, ਸਕੂਲਾਂ ਦੇ ਕੋਲੇ ਕਿੰਨੇ ਕੁ ਫੰਡ ਹੁੰਦੇ ਆ, ਕਈ ਵਾਰੀ ਉਹ ਰੈਂਪ ਬਣਾ ਕੇ ਇੱਕ ਆਰਜੀ ਜਿਹੜੀ ਉਹਦੀ ਇੱਕ ਰਿਕੁਆਇਰਮੈਂਟ ਆ ਉਹ ਜ਼ਰੂਰ ਪੂਰੀ ਕੀਤੀ ਜਾਂਦੀ। ਇੱਕ ਖਾਸ ਮੈਜ਼ਰਮੈਂਟ ਹੁੰਦਾ ਵੀ ਜੇ 3 ਫੁੱਟ ਉੱਚਾ ਰੈਂਪ ਬਣਾਉਣਾ ਤਾਂ ਉਹਦੀ ਜਿਹੜੀ ਲੰਬਾਈ ਹੈਗੀ ਆ ਉਹ ਇੰਨੇ
ਉਚਾਈ ਤੇ ਲੰਬਾਈ ਦੇ ਹਿਸਾਬ ਨਾਲ ਮਤਲਬ ਜਾਂ ਫਿਰ ਕਈ ਸਕੂਲਾਂ ਵਿੱਚ ਫੰਡ ਉਹ ਪ੍ਰੋਪਰ ਢੰਗ ਨਾਲ ਨਹੀਂ ਬਣੇ ਹੁੰਦੇਗੇ। ਮੇਰੇ ਸਕੂਲ ਵਿੱਚ ਜਿਹੜਾ ਸ਼ੁਰੂ ਦੇ ਵਿੱਚ ਜਿਹੜੇ ਰੈਂਪ ਬਣੇ ਹੋਏ ਸੀਗੇ ਉਹ ਬਣਾ ਜ਼ਰੂਰ ਦਿੱਤੇ ਗਏ ਸੀਗੇ, ਪਰ ਉਹਨੂੰ ਚੜਾਉਣਾ ਹੋਏ, ਜੇ ਉਤਾਰਨਾ ਹੋਵੇ ਆਪਾਂ ਫਿਰ ਵੀਲ ਚੇਅਰ ਉਤਾਰਾਂਗੇ ਤਾਂ ਹੀ ਉਹ ਵੀਲ ਚੇਅਰ ਤੇ ਬੈਠਣ ਵਾਲਾ ਸੁਰੱਖਿਅਤ ਉਤਰ ਸਕਦਾ, ਅਦਰਵਾਈਜ਼ ਨਹੀਂ। ਤਾਂ ਉਹਦੇ ਵਿੱਚ ਕੀ ਕੀਤਾ, ਸਟੈਪ ਪਾਏ ਹੋਏ ਸੀਗੇ ਨਿੱਕੇ ਨਿੱਕੇ, ਤੇ ਉਹ ਸਟੈਪਸ ਦੇ ਵਿੱਚ ਉਹ ਛੋਟਾ ਵੀਲ ਜਿਹੜਾ ਹੁੰਦਾ ਉਹ ਉਲਝ ਜਾਂਦਾ ਸੀਗਾ, ਉਹਨੂੰ ਚੜਾਉਣਾ ਵੀ ਔਖਾ ਹੁੰਦਾ ਸੀ। ਉਹ ਮੈਂ ਆਪਣੀ ਦੇਖ ਰੇਖ ਦੇ ਵਿੱਚ ਬਣਾਏ ਹੈਗੇ ਆ, ਪਰ ਮੈਨੂੰ ਹੁਣ ਉਹ ਸਮੱਸਿਆ ਦਾ ਪਤਾ ਸੀ, ਇਸ ਕਰਕੇ ਮੈਂ ਤਾਂ ਹੁਣ ਵਧੀਆ ਅਨੁਕੂਲ ਰੈਂਪ ਬਣਵਾ ਲਿਆ। ਪਰ ਜਿਹੜੇ ਕਹਿੰਦੇ ਨੇ ਕਿ ਜਿੰਨੀ ਦੇਰ ਤੱਕ ਤੁਹਾਨੂੰ ਖੁਦ ਨੂੰ ਤਕਲੀਫ ਨਹੀਂ ਹੁੰਦੀ, ਤੁਹਾਨੂੰ ਦੂਸਰਿਆਂ ਦੀ ਤਕਲੀਫ ਦਾ ਅਹਿਸਾਸ ਨਹੀਂ ਹੁੰਦਾ। ਜਾਂ ਬੜੀ ਵਾਰੀ ਮੈਂ ਸੁਣਿਆ ਵੀ ਇੱਕ ਵਾਰੀ ਮੇਰੇ ਕਿਸੇ ਕਲੀਗ ਨੂੰ ਸੱਟ ਲੱਗ ਗਈ, ਉਹ ਉਦੋਂ ਮੈਨੂੰ ਫੋਨ ਕੀਤਾ, ਕਹਿੰਦੀ ਹਰਪਿੰਦਰ ਤੈਨੂੰ ਤਾਂ ਬਾਥਰੂਮ ਚ ਜਾਣਾ ਬਹੁਤ ਔਖਾ ਹੁੰਦਾ ਹੋਊਗਾ। ਮੈਂ ਕਿਹਾ ਗੱਲ ਤੁਸੀਂ ਮੈਨੂੰ ਅੱਜ ਕਿਉਂ ਪੁੱਛ ਰਹੇ ਹੋਗੇ ਹੋ, ਕਿਉਂਕਿ ਛੁੱਟੀਆਂ ਚੱਲ ਰਹੀਆਂ ਸੀ, ਮੈਨੂੰ ਪਤਾ ਨਹੀਂ ਸੀ ਉਹਦੇ ਹਾਲਾਤ ਕੀ ਸੀਗੇ। ਕਹਿੰਦੇ ਨਾ ਐਕਚੁਅਲੀ ਨਾ ਮੇਰੇ ਪੈਰ 'ਚ ਫ੍ਰੈਕਚਰ ਹੋ ਗਿਆ ਤੇ ਵੀ ਹੁਣ ਪਲਾਸਟਰ ਲੱਗਿਆ ਹੋਇਆ ਤੇ ਮੈਨੂੰ ਵਾਸ਼ਰੂਮ ਜਾਣ 'ਚ ਬਹੁਤ ਪ੍ਰੋਬਲਮ ਹੁੰਦੀ ਹੈ। ਕਹਿੰਦੇ ਤੈਨੂੰ ਤਾਂ ਸਦਾ ਹੀ ਹੁੰਦੀ, ਮਤਲਬ ਇਹ ਗੱਲ ਮੈਂ ਇਸ ਕਰਕੇ ਕਹਿ ਰਹੀ ਹਾਂ ਵੀ ਉਦੋਂ ਪਹਿਲਾਂ ਜਿੰਨੀ ਦੇਰ ਤੱਕ ਸਾਨੂੰ ਸੱਟ ਲੱਗਦੀ ਨਹੀਂ ਹੈਗੀ, ਉਦੋਂ ਪਹਿਲਾਂ ਅਸੀਂ ਸੋਚਦੇ ਹੀ ਨਹੀਂ ਹੈਗੇ। ਆਮ ਤੌਰ ਤੇ ਮਨੁੱਖ ਦਾ ਸੁਭਾਅ ਇਹ ਸੋਚਦਾ ਹੀ ਨਹੀਂ ਹੈਗਾ। ਇੰਸਟਰਕਸ਼ਨ ਤਾਂ ਹੁੰਦੀਆਂ, ਮੰਨ ਲਈਆਂ ਵੀ ਅਸੀਂ ਰੈਂਪ ਬਣਾਉਣੇ ਆ, ਪਰ ਉਹ ਕਿੰਨੇ ਕੁ ਅਨੁਕੂਲ ਹੋਣਗੇ ਇਹ ਸਿਰਫ ਉਹੀ ਟੀਚਰ ਸੋਚ ਸਕਦਾ। ਕਿੱਦਾਂ ਅਨੁਕੂਲ ਹੋਊਗਾ ਉਹੀ ਟੀਚਰ ਸੋਚ ਸਕਦਾ ਜਿਹੜਾ ਇਸ ਸਮੱਸਿਆ ਦੇ ਨਾਲ ਜੂਝਦਾ, ਜਾਂ ਜਿਹਦਾ ਕੋਈ ਫੈਮਿਲੀ ਮੈਂਬਰ ਜੂਝਦਾ। ਜਾਂ ਫਿਰ ਮੈਂ ਇੱਕ ਸੋਚਦੀ ਨੇ ਨਾ ਵੀ ਜੇ ਤੁਸੀਂ ਮਹਿਸੂਸ ਕਰਨਾ ਤਾਂ ਆਪਦੇ ਆਪ ਨੂੰ ਅਗਲੇ ਦੀ ਥਾਂ ਤੇ ਰੱਖ ਕੇ ਸੋਚੋ। ਤਾਂ ਉਹ ਜੋ ਸਕੂਲ ਦਾ ਹੈਡ ਹੈਗਾ ਉਹਦੀ ਸਾਰੀ ਜ਼ਿੰਮੇਵਾਰੀ ਹੁੰਦੀ ਆ, ਤਾਂ ਉਹਨੂੰ ਘੱਟੋ ਘੱਟ ਆਪਣੇ ਆਪ ਨੂੰ ਬੱਚਿਆਂ ਦੇ ਥਾਂ ਤੇ ਰੱਖ ਕੇ ਉਹ ਚੀਜ਼ ਬਣਵਾਉਣੀ ਚਾਹੀਦੀ ਹੈਗੀ ਆ, ਤਾਂ ਕਿ ਉਹਨਾਂ ਦੀ ਜਿਹੜੀ ਸਮੱਸਿਆਵਾਂ ਹੈਗੀਆਂ ਉਹ ਹੱਲ ਹੋ ਸਕਣ। ਇਹ ਹੁਣ ਫਰਕ ਪੈ ਰਿਹਾ ਹੈਗਾ। ਬਹੁਤ ਅੱਛੇ, ਬਹੁਤ ਅੱਛੇ। ਪਹਿਲਾਂ ਦੀਆਂ ਸਥਿਤੀਆਂ ਤੇ ਹੁਣ ਦੀਆਂ ਸਥਿਤੀਆਂ ਦੇ ਵਿੱਚ ਫਰਕ ਮੈਨੇਜਮੈਂਟ ਦੀ ਪੱਧਰ ਤੇ ਪੈ ਰਿਹਾ, ਸੋਚ ਦੀ ਪੱਧਰ ਤੇ ਪੈ ਰਿਹਾ, ਪਰ ਅਜੇ ਬਹੁਤ ਕੁਝ ਕਰਨਾ ਬਾਕੀ ਹੈ। ਕਹਿਣਾ ਹਰਪਿੰਦਰ ਰਾਣਾ ਦਾ। ਆਪਾਂ ਇਹੀ ਗੱਲ ਸੰਦੀਪ ਅਰੋੜਾ ਹੋਰਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸੰਦੀਪ ਅਰੋੜਾ ਜੀ, ਤੁਸੀਂ ਅੰਗਰੇਜ਼ੀ ਲੈਕਚਰਰ ਹੋ, ਤੁਸੀਂ ਮੈਨੂੰ ਲੱਗਦਾ ਸਕੂਲ ਫਾਰ ਸਿੰਪਥੀ ਦਾ ਪਾਠ ਜਿਹੜਾ ਪੜ੍ਹਿਆ ਵੀ ਹੋਣਾ ਤੇ ਪੜ੍ਹਾਇਆ ਵੀ ਹੋਣਾ ਆਪਣੇ ਆਪ ਦੇ ਵਿੱਚ। ਉਹ ਮਤਲਬ ਆਪਣੇ ਆਪ ਦੇ ਵਿੱਚ ਬਹੁਤ ਕਮਾਲ ਹੈ ਉਹ ਪਾਠ, ਕਿ ਅਸੀਂ ਕਿਸ ਤਰ੍ਹਾਂ ਮਤਲਬ ਮਹਿਸੂਸ ਕਰ ਸਕਦੇ ਹਾਂ ਦੂਜੇ ਦੀ ਪੀੜ ਨੂੰ, ਤੇ ਤੁਸੀਂ ਕਿਵੇਂ ਉਸ ਪਾਠ ਨੂੰ ਪੜ੍ਹਾਉਂਦੇ ਹੋਏ ਮਹਿਸੂਸ ਕਰਦੇ ਰਹੇ ਹੋ? ਤੁਹਾਡੇ ਆਪਦੇ ਬਚਪਨ ਦੇ ਹਾਲਾਤ ਕਿਹੋ ਜਿਹੇ ਰਹੇ ਨੇ ਸਕੂਲ ਦੇ ਮਾਮਲੇ 'ਚ, ਤੇ ਤੁਸੀਂ ਹੁਣ ਕਿਵੇਂ ਮਹਿਸੂਸ ਕਰਦੇ ਹੋ? ਕੁਲਦੀਪ ਵੀਰ ਜੀ, ਗੱਲ ਸਹੀ ਹੈ ਵੀ ਕਈ ਵਾਰ ਨਾ ਲੋੜ ਤੋਂ ਜ਼ਿਆਦਾ ਹਮਦਰਦੀ ਜਾਂ ਸਹਿਯੋਗ ਵੀ ਨਕਾਰਾ ਬਣਾ ਦਿੰਦਾ ਹੈ ਜੀ। ਮੇਰੇ ਅਧਿਆਪਕਾਂ ਵੱਲੋਂ ਆਮ ਤੌਰ ਤੇ ਆਪਣੇ ਟ੍ਰੈਂਡ ਹੈ ਵੀ ਕੋਈ ਸੱਟ ਫੇਟ ਨਾ ਵੱਜੇ, ਹਨਾ, ਵੀ ਧਿਆਨ ਦਿੱਤਾ ਜਾਂਦਾ। ਤੇ ਮੈਨੂੰ ਛੋਟੇ ਹੁੰਦਿਆਂ ਤੋਂ ਹੀ, ਬਚਪਨ ਤੋਂ ਹੀ ਕਹਿ ਦਿੱਤਾ ਗਿਆ ਸੀਗਾ ਵੀ ਤੈਨੂੰ ਪ੍ਰੇਅਰ 'ਚ ਆਉਣ ਦੀ ਨਾ ਲੋੜ ਨਹੀਂ, ਸਵੇਰ ਦੀ ਸਭਾ ਵਿੱਚ ਆਉਣ ਦੀ ਲੋੜ ਨਹੀਂ। ਅੱਛਾ। ਤੇ ਉਦੋਂ ਮਨ ਵਿੱਚ ਇਹ ਹੁੰਦਾ ਵੀ ਚੱਲ ਯਾਰ ਕੰਮ ਸੌਖਾ ਹੋ ਗਿਆ ਤੇ ਆਰਾਮ ਨਾਲ ਬੈਠਦੇ ਆ, ਹਨਾ। ਦੂਰੋਂ ਬਹਿ ਕੇ ਕਈ ਵਾਰੀ ਮਨ ਵਿੱਚ ਇਹ ਵੀ ਆਉਂਦਾ ਸੀ, ਯਾਰ ਕਾਸ਼ ਮੈਂ ਵੀ ਉਹਨਾਂ ਬੱਚਿਆਂ ਦੇ ਵਿੱਚ ਜਾ ਕੇ ਖੜਾ, ਬੈਠਾ, ਖੇਡਾਂ, ਹਨਾ। ਤੇ ਬਹੁਤ ਕੁਛ ਹੁੰਦਾ ਸਵੇਰ ਦੀ ਸਭਾ ਵਿੱਚ ਜੋ ਸਾਰੇ ਦਿਨ ਦੀ ਆਪਣੀ ਜਿਹੜੀ ਰੂਟੀਨ ਆ ਉਹਨੂੰ ਤੈਅ ਕਰਦਾ। ਪਰੰਤੂ ਉਸ ਤੋਂ ਮੈਂ ਵਾਂਝਾ ਰਹਿ ਜਾਂਦਾ ਸੀ। ਉਸ ਸਮੇਂ ਜੋ ਮੈਂ ਕਲਾਸ ਵਿੱਚ ਬੈਠਾ ਰਿਹਾ, ਸਵੇਰ ਦੀ ਸਭਾ ਵਿੱਚ ਨਹੀਂ ਪਹੁੰਚ ਸਕਦਾ ਸੀ, ਉਹਨੇ ਮਨ ਵਿੱਚ ਕਿਤੇ ਨਾ ਕਿਤੇ ਝਿਝਕ ਪੈਦਾ ਜ਼ਰੂਰ ਕੀਤੀ। ਆਮ ਪਬਲਿਕ ਦੇ ਸਾਹਮਣੇ ਜਾਣ ਤੋਂ ਜਾਂ ਕਿਸੇ ਨਾਲ ਗੱਲਬਾਤ ਕਰਨ ਤੋਂ ਝਿਝਕ ਪੈਦਾ ਕੀਤੀ, ਮਨ ਵਿੱਚ ਡਰ ਪੈਦਾ ਕੀਤਾ, ਭੈ ਪੈਦਾ ਕੀਤਾ ਵੀ ਪਤਾ ਨਹੀਂ ਅਗਲਾ ਯਾਰ ਮੇਰੇ ਬਾਰੇ ਕੀ ਸੋਚੂਗਾ, ਵੀ ਮੈਂ ਕਿਹੋ ਜਿਹਾ ਲੱਗਦਾ, ਕਿਹੋ ਜਿਹਾ ਦਿਖਦਾ, ਕਿਵੇਂ ਖੜਦਾ, ਕਿਵੇਂ ਕਿੰਨਾ ਔਖਾ ਹੋ ਕੇ ਤੁਰਦਾ। ਤਾਂ ਮੇਰੀ ਅਧਿਆਪਕ ਸਾਥੀਆਂ ਨੂੰ ਵੀ ਬੇਨਤੀ ਹੈ ਵੀ ਠੀਕ ਹੈ, ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਵਿਸ਼ੇਸ਼ ਸਹਿਯੋਗ ਦੀ ਲੋੜ ਹੁੰਦੀ ਹੈ, ਪਰੰਤੂ ਇੱਕ ਇਹ ਵੀ ਪਹਿਲੂ ਮਨ ਵਿੱਚ ਰੱਖਿਆ ਜਾਵੇ ਕਿ ਲੋੜ ਤੋਂ ਜ਼ਿਆਦਾ ਚਿੰਤਨ ਉਹਨਾਂ ਬਾਰੇ ਉਹਨਾਂ ਨੂੰ ਕਿਸੇ ਨਕਾਰਾ ਜਾਂ ਉਹਨਾਂ ਵਿੱਚ ਝਿਝਕ ਨਾ ਪੈਦਾ ਕਰ ਦੇਵੇ। ਤੇ ਬਤੌਰ ਅਧਿਆਪਕ ਮੇਰੀ ਕੋਸ਼ਿਸ਼ ਇਹੀ ਹੁੰਦੀ ਆ ਵੀ ਜੇ ਇਸ ਤਰ੍ਹਾਂ ਦਾ ਕੋਈ ਵਿਦਿਆਰਥੀ ਆਵੇ ਆਪਣੇ ਸੰਪਰਕ ਵਿੱਚ,
ਤਾਂ ਉਸ ਨਾਲ ਸਰੀਰਕ ਤੌਰ ਤੇ ਥਾਂ ਤੇ ਉਹਦੀਆਂ ਮਾਨਸਿਕ ਪ੍ਰੋਬਲਮਸ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਵੇ। ਤੇ ਜੋ ਅੱਜ ਕੱਲ ਸਕੂਲਾਂ ਦੇ ਵਿੱਚ ਆਪਣੇ RTE ਐਕਟ ਤੋਂ ਬਾਅਦ ਰੁਝਾਨ ਪੈਦਾ ਹੋਇਆ, ਕਾਫੀ ਹੁਣ ਤਾਂ ਬਹੁਤ ਵਧੀਆ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਸੱਭਿਆਚਾਰਕ ਗਤੀਵਿਧੀਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ। ਕਾਫੀ ਬੱਚੇ ਆ ਜੋ ਬਹੁਤ ਵਧੀਆ ਕਲਾਵਾਂ ਪੇਸ਼ ਕਰ ਰਹੇ ਆ। ਸਾਡੇ ਫਰੀਦਕੋਟ ਵਿੱਚ ਇੱਕ ਰੈੱਡ ਕਰਾਸ ਵੱਲੋਂ ਸਕੂਲ ਚਲਾਇਆ ਜਾ ਰਿਹਾ ਵਿਸ਼ੇਸ਼ ਲੋੜਾਂ ਦੇ ਬੱਚਿਆਂ ਦਾ। ਉਹ ਬੱਚੇ ਆਸੇ-ਪਾਸੇ ਦੇ ਪਿੰਡਾਂ ਦੇ ਇਲਾਕਿਆਂ ਦੇ ਆ, ਕੋਈ ਬੋਲ ਨਹੀਂ ਸਕਦਾ, ਕੋਈ ਸੁਣ ਨਹੀਂ ਸਕਦਾ, ਕੋਈ ਵੇਖ ਨਹੀਂ ਸਕਦਾ, ਪਰੰਤੂ ਉਹਨਾਂ ਵਿੱਚ ਕੁਦਰਤ ਨੇ ਇਹੋ ਜਿਹਾ ਆਰਟ ਪੈਦਾ ਕੀਤਾ, ਬਾ ਕਮਾਲ ਹੈ। ਦਿੱਲੀ ਤੱਕ ਉਹਨਾਂ ਨੇ ਮੱਲਾਂ ਮਾਰੀਆਂ, ਨੈਸ਼ਨਲ ਲੈਵਲ ਤੇ ਉਹਨਾਂ ਨੇ ਕਾਫੀ ਜੋ ਨਾਮ ਹੈ ਪ੍ਰਾਪਤ ਕੀਤੇ ਆ, ਫਰੀਦਕੋਟ ਦਾ ਨਾਂ ਰੋਸ਼ਨ ਕੀਤਾ। ਤੇ ਉਹਨਾਂ ਬੱਚਿਆਂ ਨੂੰ ਵੇਖ ਕੇ ਲੱਗਦਾ ਵੀ ਸਾਡੇ ਵਰਗੇ ਕਿਸੇ ਪੱਖੋਂ ਵੀ ਊਣੇ ਨੀਗੇ, ਹਰ ਕੁਛ ਕਰ ਸਕਦੇ, ਭੰਗੜਾ ਵੀ ਪਾ ਸਕਦੇ ਆ, ਉਹ ਗਿੱਧਾ ਵੀ ਪਾਉਂਦੇ ਆ, ਤਰ੍ਹਾਂ ਦੀਆਂ ਕਲਾਕ੍ਰਿਤੀਆਂ ਬਣਾਉਂਦੇ ਆ, ਕਲੇ ਮਾਡਲਿੰਗ ਕਰਦੇ ਆ। ਤਾਂ ਅਧਿਆਪਕ ਵਰਗ ਨੂੰ ਬੇਨਤੀ ਹੈ ਵੀ ਇਸ ਤਰ੍ਹਾਂ ਇਸ ਪਹਿਲੂ ਨੂੰ ਮਨ ਵਿੱਚ ਜ਼ਰੂਰ ਵਿਚਾਰ ਕੇ ਰੱਖਿਆ ਜਾਵੇ। ਜੀ, ਬਹੁਤ ਸੋਹਣੀਆਂ ਗੱਲਾਂ ਤੁਸੀਂ ਕੀਤੀਆਂ ਨੇ ਇਸ ਮਾਮਲੇ 'ਚ। ਖਾਸ ਤੌਰ ਤੇ ਜਿਹੜੀ ਗੱਲ ਇਹ ਹੈ ਕਿ ਉਹਨਾਂ ਨੂੰ ਮਾਨਸਿਕ ਸਪੋਰਟ ਦੀ ਵੱਧ ਜ਼ਰੂਰਤ ਹੁੰਦੀ ਹੈ। ਕਈ ਵਾਰੀ ਅਸੀਂ ਸਰੀਰਕ ਤੌਰ ਤੇ ਵੱਧ ਸਹਿਯੋਗ ਕਰਦੇ ਹਾਂ, ਉਹਦੇ ਨਾਲ ਸੱਚਮੁੱਚ ਹੀ ਬੰਦੇ ਜਿਹੜੇ ਹੈਗੇ ਨੇ ਉਹਨਾਂ ਦਾ ਆਪਣਾ ਆਤਮ ਵਿਸ਼ਵਾਸ ਵੀ ਲੂਜ਼ ਹੁੰਦਾ ਹੈ ਤੇ ਉਹ ਬੇਲੋੜਾ ਸਹਾਰਾ ਵੀ ਬੰਦੇ ਦੀ ਪਰਸਨੈਲਿਟੀ ਦੇ ਵਿੱਚ ਰੁਕਾਵਟ ਬਣਦਾ ਹੈ। ਇਹ ਇੱਕ ਬਹੁਤ ਵੱਖਰੀ ਕਿਸਮ ਦੀ ਗੱਲ ਹੈ ਜਿਹੜੀ ਸੰਦੀਪ ਅਰੋੜਾ ਹੋਰਾਂ ਦੀ ਗੱਲਬਾਤ ਦੇ ਵਿੱਚੋਂ ਸਾਹਮਣੇ ਆਈ ਹੈ। ਹਾਂਜੀ ਕਾਲਾ ਸਿੰਘ ਜੀ, ਤੁਸੀਂ ਬਤੌਰ ਅਧਿਆਪਕ ਕੀ ਮਹਿਸੂਸ ਕਰਦੇ ਹੋ ਇਹੋ ਜਿਹੇ ਬੱਚਿਆਂ ਬਾਰੇ, ਜਿਹੋ ਜਿਹੇ ਤੁਹਾਡੇ ਵਰਗੇ ਬੱਚੇ ਹੁੰਦੇ ਨੇ ਜਾਂ ਹੋਰ ਜਿਹੜੀ ਹੈਂਡੀਕੈਪਨੈਸ ਉਹਨਾਂ ਬੱਚਿਆਂ ਦੇ ਵਿੱਚ ਆਉਂਦੀ ਹੈ, ਤੁਸੀਂ ਕੀ ਮਹਿਸੂਸ ਕਰਦੇ ਹੋ ਬਤੌਰ ਅਧਿਆਪਕ? ਹਾਂ, ਬੱਚੇ ਵਿਸ਼ੇਸ਼ ਲੋੜਾਂ ਪ੍ਰਾਪਤ ਕਰ ਵੀ ਰਹੇ ਨੇ, ਪੜ੍ਹ ਵੀ ਰਹੇ ਨੇ ਜੀ। ਤੇ ਪਰ ਮੈਂ ਸੋਚਦਾ ਵੀ ਜਿਸ ਤਰੀਕੇ ਦੇ ਨਾਲ ਅੱਜ ਕੱਲ ਆਸ-ਪਾਸ ਦੀਆਂ ਸੰਸਥਾਵਾਂ ਦੇ ਵਿੱਚ ਪੜ੍ਹਾਈ ਦਾ ਜ਼ੋਰ ਚੱਲ ਰਿਹਾ ਹੈ, ਉਹ ਕੁਛ ਇਹੋ ਜਿਹਾ ਮੈਨੂੰ ਘਾਟ ਮਹਿਸੂਸ ਹੁੰਦੀ ਹੈ, ਜਿਹਦੇ ਕਰਕੇ ਮੈਂ ਸਮਝਦਾ ਵੀ ਅੰਗਹੀਨ ਨੂੰ ਜੋ ਉਹਨਾਂ ਦੀ ਪੜ੍ਹਾਈ ਦਾ ਹੱਕ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲ ਰਿਹਾ। ਤੇ ਪਰ ਫਿਰ ਵੀ ਸਾਡੇ, ਮੈਂ ਜਿੱਥੇ ਪੜ੍ਹਾਈ ਕੀਤੀ ਆ ਆਪ ਉੱਥੇ ਅੰਮ੍ਰਿਤਸਰ ਜੀ, ਤੇ ਉਸ ਵਕਤ ਸਾਨੂੰ ਬੜਾ ਅੱਛਾ ਮਾਹੌਲ ਦਿੱਤਾ ਗਿਆ। ਮੈਂ ਸੱਚ ਗੱਲ ਦੱਸਾਂ ਆਪਣਾ ਡਾਕਟਰ ਸਾਹਿਬ, ਮੈਨੂੰ ਪਹਿਲਾਂ ਇਹ ਨਹੀਂ ਸੀ ਪਤਾ ਵੀ ਮੈਂ ਬਲਾਈਂਡ ਹਾਂ। ਮੈਨੂੰ ਐਂ ਲੱਗਦਾ ਸੀ ਵੀ ਮੈਂ ਜਿਵੇਂ ਨੋਰਮਲ ਇਨਸਾਨ ਸਾਰੇ ਕੰਮ ਕਰਦੇ ਨੇ ਉਵੇਂ ਮੈਂ ਵੀ ਕੰਮ ਕਰ ਰਿਹਾ। ਅੱਛਾ। ਪਰ ਮੈਨੂੰ ਮਹਿਸੂਸ ਉਸ ਵਕਤ ਹੁੰਦਾ ਸੀ ਵੀ ਜਦੋਂ ਕਈ ਬਹੁਤ ਦੂਰੋਂ ਆਵਾਜ਼ ਮਾਰਦੇ ਸੀਗੇ ਤੇ ਮੈਨੂੰ ਉਦੋਂ ਲੱਗਦਾ ਸੀ ਵੀ ਹਾਂ, ਮੈਨੂੰ ਉਹ ਬੰਦਾ ਨਜ਼ਰ ਵੀ ਨਹੀਂ ਆ ਰਿਹਾ ਤੇ ਉਹ ਦੂਰੋਂ ਆਵਾਜ਼ ਪੈ ਰਹੀ ਹੈ। ਹੋਰਾਂ ਨਾਲ ਵੀ ਕਈ, ਇਹ ਹਰ ਇੱਕ ਕੋਈ ਵੀ ਅੰਗ ਦੀ ਘਾਟ ਵਾਲੇ ਨਾਲ ਮਹਿਸੂਸ ਹੁੰਦੀ, ਪਰ ਸੁਣਨ ਦੀ ਸ਼ਕਤੀ ਕਈਆਂ ਦੀ ਤੇਜ਼ ਹੁੰਦੀ ਹੈ। ਪਰ ਇਹ ਚੀਜ਼ਾਂ ਬਾਰੇ ਵਿਸ਼ੇਸ਼ ਦੱਸਿਆ ਜਾਂਦਾ ਹੈ, ਇਸ ਕਰਕੇ ਇਹ ਦੱਸਿਆ ਜਾਂਦਾ ਹਰ ਪਾਸੇ, ਜਿਹਦੇ ਕਰਕੇ ਅੱਜ ਅੰਗਹੀਨ ਦੀਆਂ ਸਮੱਸਿਆਵਾਂ ਬੇਸ਼ੱਕ ਘਟ ਰਹੀਆਂ ਨੇ, ਪਰ ਕੁਛ ਸਮੇਂ ਦੇ ਵਿੱਚੋਂ ਮੈਨੂੰ ਐਂ ਲੱਗਦਾ ਵੀ ਕੁਛ ਨਾ ਘੱਟ ਜ਼ੋਰ ਦਿੱਤਾ ਜਾ ਰਿਹਾ ਇਹਨਾਂ ਗੱਲਾਂ ਤੇ। ਥੋੜਾ ਜਿਹਾ ਪਿੱਛੇ ਹੋ ਕੇ ਬੈਠੋ ਜੀ, ਥੋੜਾ ਜਿਹਾ ਪਿੱਛੇ। ਹਾਂਜੀ ਹਾਂਜੀ। ਮੈਨੂੰ ਆਵਾਜ਼ ਨਾ ਥੋੜੀ ਘੱਟ ਸੁਣ ਰਹੀ ਹੈ ਬਿਨਾਂ ਹੈਡਫੋਨ ਤੋਂ, ਤਾਂ ਕਰਕੇ ਮੈਨੂੰ ਥੋੜੀ ਜਿਹੀ ਦਿੱਕਤ ਆ ਰਹੀ ਹੈ। ਤੁਹਾਡੀ ਆਵਾਜ਼ ਠੀਕ ਹੈ, ਤੁਹਾਡੀ ਆਵਾਜ਼ ਠੀਕ ਆ ਰਹੀ ਹੈ, ਕੋਈ ਗੱਲ ਨਹੀਂ। ਹਾਂਜੀ ਸਰ ਜੀ। ਤੇ ਬਾਕੀ ਇਹ ਹੈ ਵੀ ਹਰ ਇੱਕ ਦਾ ਇੱਕ ਆਪਣਾ ਹੱਕ ਹੁੰਦਾ ਹੈ ਜੀ। ਤੇ ਅੰਗ ਨਾ ਹੋਣ ਦੇ ਬਾਵਜੂਦ ਵੀ ਵਿਦਿਆ ਇੱਕ ਹਰ ਇੱਕ ਦਾ ਹੱਕ ਹੈ ਜੀ, ਤੇ ਉਹਨੂੰ ਹਰ ਇੱਕ ਨੂੰ ਪ੍ਰਾਪਤ ਕਰਨਾ ਚਾਹੀਦਾ। ਉਹ ਅੰਗਹੀਨ ਵੀ ਪ੍ਰਾਪਤ ਕਰ ਰਹੇ ਨੇ ਤਾਂ ਆਮ ਵੀ। ਕਈ ਲੋਕ ਬਿਲਕੁਲ ਦੇਖਣ ਨੂੰ ਬਹੁਤ ਸਮਾਰਟ ਹੁੰਦੇ, ਬਹੁਤ ਐਂ ਲੱਗਦਾ ਪਹਿਲਾਂ ਇਨਸਾਨ ਨੂੰ ਵੀ ਇਹ ਬੰਦਾ ਬਹੁਤ ਵਧੀਆ ਤੇ ਬਹੁਤ ਕਾਬਿਲ ਹੋਊਗਾ, ਪਰ ਜਦੋਂ ਆਪਾਂ ਉਹਦੀ ਗੱਲਬਾਤ ਸੁਣਦੇ ਹਾਂ ਤੇ ਜਦੋਂ ਬਿਲਕੁਲ ਉਹਦੇ ਬਾਰੇ ਕੋਈ ਵਜ੍ਹਾ, ਉਹਦਾ ਕੋਈ ਵਿਚਾਰ ਸੁਣਦੇ ਹਾਂ ਤੇ ਪਤਾ ਲੱਗਦਾ ਵੀ ਬੰਦੇ ਨੂੰ ਤਾਂ ਬਿਲਕੁਲ ਕੁਝ ਪਤਾ ਹੀ ਨਹੀਂ ਹੈਗਾ। ਤੇ ਕਈ ਬਿਲਕੁਲ ਦੇਖਣ 'ਚ ਬਿਲਕੁਲ ਨਹੀਂ, ਕਈ ਵਧੀਆ ਲੱਗਦੇ ਹੁੰਦੇ ਤੇ, ਪਰ ਜਦੋਂ ਆਪਾਂ ਉਹਨਾਂ ਦਾ ਸੰਗੀਤ ਸੁਣਦੇ ਹਾਂ ਜਾਂ ਜਦੋਂ ਉਹਨਾਂ ਦੀ ਹੋਰ ਕੋਈ ਐਕਟੀਵਿਟੀ ਦੇਖਦੇ ਹਾਂ ਤੇ ਉਦੋਂ ਪਤਾ ਲੱਗਦਾ ਹੈ ਵੀ ਇਸ ਇਨਸਾਨ 'ਚ ਵੀ ਕੋਈ ਖਾਸ, ਮੈਂ ਤਾਂ ਇਹੀ ਗੱਲ ਮੰਨਦਾ ਵੀ ਇੱਕ ਅੰਗ ਦੀ ਘਾਟ ਹੁੰਦੀ ਹੈ। ਅੰਗ ਦੀ ਘਾਟ ਦੇ ਨਾਲ ਇਹ ਨਹੀਂ ਸੋਚਣਾ ਚਾਹੀਦਾ ਵੀ ਇਨਸਾਨ ਸ਼ਾਇਦ ਸਮਾਜ ਦੇ ਯੋਗ ਨਹੀਂ ਹੈਗਾ। ਉਹ ਕਿਸੇ ਦਾ ਹੋ ਸਕਦਾ ਵੀ ਹੱਥ ਨਾ ਹੋਵੇ, ਐਂ ਵੀ ਹੋ ਸਕਦਾ ਵੀ ਕਿਸੇ ਦਾ ਕੋਈ ਹੋਰ ਅੰਗ ਨਾ ਹੋਵੇ ਜੀ, ਪਰ ਉਸ ਵਕਤ ਇਹ ਨਹੀਂ ਸੋਚਣਾ ਚਾਹੀਦਾ ਵੀ ਇਹ ਇਨਸਾਨ ਸਮਾਜ ਦੇ ਕਾਬਿਲ ਨਹੀਂ ਹੈ। ਬਹੁਤ ਅੱਛੀ ਗੱਲ, ਬਿਲਕੁਲ। ਕਈ ਜਗ੍ਹਾ ਤੇ ਸੋਚਿਆ ਜਾਂਦਾ ਜੀ। ਪਰ ਇਹੀ ਹੈ ਵੀ ਇਨਸਾਨ ਦੀ ਹਰ ਇੱਕ ਦੀ ਇੱਕ ਲੋੜ ਹੈ
ਓਕੇ ਤੇ ਦੋਸਤੋ, ਇਸ ਤੋਂ ਬਾਅਦ ਆਪਾਂ ਅਗਲੇ ਰਾਉਂਡ ਦੇ ਵਿੱਚ ਪ੍ਰਵੇਸ਼ ਕਰਦੇ ਹਾਂ। ਅਗਲੇ ਰਾਉਂਡ ਦੇ ਵਿੱਚ ਅਸੀਂ ਕਾਲਾ ਸਿੰਘ ਹੋਰਾਂ ਨੂੰ ਇਹ ਬੇਨਤੀ ਕਰਾਂਗੇ ਕਿ ਉਹ ਸਾਨੂੰ ਕੁਝ ਸੁਣਾਉਣ ਆਪਣੀ ਆਵਾਜ਼ ਦੇ ਵਿੱਚੋਂ। ਪਰ ਫਿਲਹਾਲ ਆਪਾਂ ਪਹਿਲਾਂ ਮੈਡਮ ਹਰਪਿੰਦਰ ਰਾਣਾ ਤੋਂ ਤੇ ਸੰਦੀਪ ਅਰੋੜਾ ਤੋਂ ਕੁਝ ਹੋਰ ਗੱਲਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਉਸ ਤੋਂ ਬਾਅਦ ਅਸੀਂ ਇਹਨਾਂ ਦੀ ਆਵਾਜ਼ ਦੇ ਵਿੱਚ ਕੁਝ ਸੁਣਾਂਗੇ ਕਾਲਾ ਸਿੰਘ ਹੋਰਾਂ ਤੋਂ, ਜੋ ਇਹਨਾਂ ਨੇ ਸਿੱਖਿਆ ਮਿਊਜ਼ਿਕ ਦੇ ਖੇਤਰ ਦੇ ਵਿੱਚ। ਹਰਪਿੰਦਰ ਰਾਣਾ, ਆਪਾਂ ਅਗਲੇ ਫੇਜ਼ ਦੇ ਵਿੱਚ ਜੇ ਗੱਲ ਕਰੀਏ ਤਾਂ ਉਹ ਇਹ ਕਿ ਤੁਸੀਂ ਬਚਪਨ ਹੰਡਾਇਆ, ਬਚਪਨ ਤੋਂ ਬਾਅਦ ਐਜੂਕੇਸ਼ਨ ਪ੍ਰਾਪਤ ਕੀਤੀ, ਟੀਚਰ ਬਣੇ। ਟੀਚਰ ਬਣਨ ਤੋਂ ਬਾਅਦ ਤੁਹਾਨੂੰ ਜਦੋਂ ਇਹ ਤੁਹਾਡੇ ਅੰਦਰ ਜਜ਼ਬਾ ਪੈਦਾ ਹੋਇਆ ਕਿ ਮੈਂ ਜਿਹੋ ਜਿਹੀਆਂ ਹਾਲਾਤਾਂ ਦੇ ਵਿੱਚੋਂ ਲੰਘੀਆਂ, ਉਹਨਾਂ ਚੁਣੌਤੀਆਂ ਨੂੰ ਸਵੀਕਾਰ ਕਰਕੇ ਮੈਂ ਹੁਣ ਕੁਝ ਸਮਾਜ ਨੂੰ ਦੇਵਾਂ ਆਪਣੇ ਵੱਲੋਂ, ਤਾਂ ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ, ਜਿੱਥੇ ਤੁਹਾਨੂੰ ਸਕੂਨ ਮਿਲਿਆ ਜਿਹੜੀਆਂ ਚੀਜ਼ਾਂ ਕਰਕੇ, ਉਹਨਾਂ ਬਾਰੇ ਕੁਝ ਸਾਨੂੰ ਦੱਸੋ। ਜਦੋਂ ਮੈਂ ਪੜ੍ਹਾਈ ਕਰ ਲਈ ਆਪਣੀ, ਨਾਲ ਮੈਨੂੰ ਸਾਹਿਤ ਦਾ ਜਿਹੜਾ ਸੀਗਾ, ਪੜ੍ਹਨ ਦਾ ਜਿਹੜਾ ਸੀਗੀ ਲਗਨ, ਉਹ ਮੈਨੂੰ ਬਚਪਨ ਤੋਂ ਹੀ ਸੀਗੀ। ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਜਗਬਾਣੀ ਅਖਬਾਰ ਸੰਡੇ ਨੂੰ ਆਉਂਦਾ ਹੁੰਦਾ ਸੀ, ਉਹ ਪਹਿਲਾਂ 75 ਪੈਸੇ ਦਾ ਹੁੰਦਾ ਸੀ, ਬਾਅਦ ਵਿੱਚ ਉਹਦੀ ਕੀਮਤ ਵੱਧ ਗਈ, ਔਰ ਉਹਦੇ ਵਿੱਚ ਕਹਾਣੀਆਂ ਆਉਂਦੀਆਂ ਹੁੰਦੀਆਂ ਸੀਗੀਆਂ ਜੀ ਤੇ ਉਹ ਤਕਰੀਬਨ ਸਾਡੇ ਘਰ ਦੇ ਵਿੱਚ ਕਹਾਣੀਆਂ ਪੜ੍ਹੀਆਂ ਜਾਂਦੀਆਂ ਸੀਗੀਆਂ। ਉਹ ਰੇਡੀਓ ਮੇਰੇ ਪਾਪਾ ਸੁਣਦੇ ਹੁੰਦੇ ਸੀ, ਤੇ ਉਹ ਸਾਰਾ ਕੁਝ ਜਿਹੜਾ ਮਾਹੌਲ ਸੀਗਾ, ਸਾਹਿਤਿਕ ਮਾਹੌਲ ਸੀਗਾ। ਤਾਂ ਮੇਰੇ ਪਾਪਾ ਖੁਦ ਵੀ ਕਿਤਾਬਾਂ ਪੜ੍ਹਦੇ ਸੀ, ਉਹ ਸ਼ਿਵ ਬਟਾਲਵੀ ਦੇ ਫੈਨ ਸੀਗੇ। ਤੇ ਇਸ ਤਰ੍ਹਾਂ ਕਰਕੇ ਜਿਹੜੀ ਮੈਨੂੰ ਸਾਹਿਤਿਕ ਲਗਨ ਸੀਗੀ, ਉਹ ਮੈਨੂੰ ਅੰਦਰ ਪ੍ਰਵੇਸ਼ ਕਰ ਰਹੀ ਸੀਗੀ। ਜੀ ਔਰ ਇਹਨੂੰ ਬੜਾਵਾ ਦਿੱਤਾ ਕਾਮਰ ਸੁਰਜੀਤ ਗਿੱਲ ਨੇ। ਉਹਨਾਂ ਨੇ ਮੈਨੂੰ ਪੂਰੀ ਤਰੀਕੇ ਨਾਲ ਹੀ ਸਾਹਿਤ ਦੇ ਰਾਹ ਤੇ ਛੱਡ ਆਂਦਾ। ਬਹੁਤ ਅੱਛੇ। ਤਾਂ ਉਸ ਤੋਂ ਬਾਅਦ ਮੈਨੂੰ ਇਹੀ ਲੱਗਣ ਲੱਗ ਗਿਆ ਸੀਗਾ ਵੀ ਮੇਰੀ ਜ਼ਿੰਦਗੀ ਦਾ ਜਿਹੜਾ ਰਾਹ ਹੈਗਾ, ਉਹ ਕਿਤਾਬਾਂ ਦੀਆਂ ਸ਼ੈਲਫਾਂ ਦੇ ਵਿੱਚੋਂ ਦੀ ਹੋ ਕੇ ਟੱਪੂਗਾ, ਕਿਉਂਕਿ ਮੇਰੀ ਜਿਹੜੀ ਗਿਆਨ ਦੀ ਖਿੜਕੀ ਹੈਗੀ ਆ ਉਧਰਲੀ ਸਾਈਡ ਤੇ ਹੈਗੀ ਆ। ਸੋ ਮੈਂ ਲੇਖਨ ਕਾਰਜ ਦੇ ਵਿੱਚ ਆਪਣੀ ਜਿਹੜੀ ਬੌਧਿਕਤਾ ਹੈਗੀ ਆ, ਉਹਦੇ ਵਿੱਚ ਆਪਣੇ ਆਪ ਨੂੰ ਢਾਲਿਆ ਮੈਂ। ਕਿਉਂਕਿ ਕਮਲ ਸਰਜੀਤ ਗਿੱਲ ਕਹਿੰਦੇ ਹੁੰਦੇ ਸੀਗੇ ਵੀ ਤੁਸੀਂ 2 ਤਰੀਕਿਆਂ ਦੇ ਨਾਲ ਹੈਗਾ ਜਿਹੜਾ ਸਮਾਜ ਨੂੰ ਤੁਸੀਂ ਰੀਪੇ ਕਰ ਸਕਦੇ ਹੋ, ਕਿਉਂਕਿ ਤੁਸੀਂ ਅੰਨ ਖਾਣ ਵਾਸਤੇ ਤਾਂ ਜੰਮੇ ਨਹੀਂ ਹੈਗੇ, ਤਾਂ ਤੁਸੀਂ ਜੋ ਖਾ ਰਹੇ ਹੋ ਤੁਹਾਨੂੰ ਉਹਦਾ ਹੱਕ ਅਦਾ ਕਰਨਾ ਚਾਹੀਦਾ ਹੈਗਾ। ਸੋ ਹੱਕ ਅਦਾ 2 ਤਰੀਕਿਆਂ ਨਾਲ ਹੋ ਸਕਦਾ। ਇੱਕ ਤਾਂ ਤੁਸੀਂ ਫਿਜ਼ੀਕਲੀ ਤੌਰ ਤੇ ਉਹਨਾਂ ਲੋਕਾਂ ਦੇ ਨਾਲ ਖੜੋ ਜਿਨ੍ਹਾਂ ਦੀ ਆਵਾਜ਼ ਨੂੰ ਕੋਈ ਨਹੀਂ ਪਹਿਚਾਣਦਾ, ਫਿਜ਼ੀਕਲੀ ਤੌਰ ਤੇ। ਜੇ ਤੁਸੀਂ ਫਿਜ਼ੀਕਲੀ ਤੌਰ ਤੇ, ਸਰੀਰਕ ਤੌਰ ਤੇ ਉਹਨਾਂ ਦੇ ਨਾਲ ਨਹੀਂ ਖੜ ਸਕਦੇ, ਤਾਂ ਤੁਹਾਡੀ ਆਵਾਜ਼ ਜਾਂ ਤੁਹਾਡੇ ਸ਼ਬਦ ਉਹਨਾਂ ਦੇ ਨਾਲ ਖੜਨੇ ਜ਼ਰੂਰੀ ਆ। ਤਾਂ ਮੈਂ ਦੂਜਾ ਰਸਤਾ ਚੁਣਿਆ, ਮੈਂ ਉਹਨਾਂ ਲੋਕਾਂ ਦੇ ਲਈ ਆਪਣੀ ਕਲਮ ਚੁੱਕੀ। ਬਹੁਤ ਅੱਛੇ। ਸੋ ਮੈਂ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਆਪਣੇ ਵਰਗੇ ਹਾਲਾਤਾਂ ਨੂੰ ਸਮਝਦੇ ਹੋਏ, ਮੇਰਾ ਦੂਸਰਾ ਨਾਵਲ ਸੀ ਸ਼ਾਹ ਰਗ ਦੇ ਰਿਸ਼ਤੇ। ਜੀ ਉਹ ਨਾਵਲ ਜਿਹੜੇ ਐਕਸੀਡੈਂਟਲ ਕੇਸਾਂ ਦੇ ਵਿੱਚ, ਕਿਉਂਕਿ ਅੱਜ ਕੱਲ੍ਹ ਸਾਰੇ ਨੌਜਵਾਨ ਸਪੀਡ ਨੂੰ ਬਹੁਤ ਚੁੱਕਦੇ ਹੈਗੇ ਆ ਵੀ ਅਸੀਂ ਸਪੀਡ ਆ, ਅਸੀਂ ਸ਼ਾਇਦ ਉੱਡ ਜਾਵਾਂਗੇ, ਇਹ ਕਰ ਲਾਂਗੇ। ਬਟ ਐਕਸੀਡੈਂਟਲ ਕੇਸਾਂ ਦੇ ਵਿੱਚ ਜਦੋਂ ਸਪੀਡ ਨਾਲ ਕਿਸੇ ਚੀਜ਼ ਦਾ ਐਕਸੀਡੈਂਟ ਹੁੰਦਾ, ਤਾਂ ਅਕਸਰ ਸਾਡੀ ਜਿਹੜੀ ਸਪਾਈਨਲ ਹੈਗੀ ਆ ਉਹ ਨੁਕਸਾਨੀ ਜਾਂਦੀ ਆ। ਤਾਂ ਜੀ ਤੁਹਾਨੂੰ ਪਤਾ ਕਿ ਸਪਾਈਨਲ ਜਿਸ ਵੀ ਲੈਵਲ ਤੋਂ ਟੁੱਟ ਜਾਵੇ, ਉਸ ਤੋਂ ਨੀਚੇ ਵਾਲਾ ਜਿਹੜਾ ਸੰਪਰਕ ਆ ਦਿਮਾਗ ਨਾਲੋਂ ਕੱਟ ਜਾਂਦਾ ਹੈ, ਤੇ ਉਹ ਬਿਲਕੁਲ ਉਹਨੂੰ ਸੈਂਸਲੈਸ ਹੋ ਜਾਂਦਾ, ਸੈਂਸੇਸ਼ਨ ਵੀ ਨਹੀਂ ਹੁੰਦੀ ਗੀ। ਤਾਂ ਉਹ ਨਾਵਲ ਹੈ ਜਿਹੜਾ ਇਸ ਤਰ੍ਹਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਤੇ ਹੈ ਵੀ ਜਿਸ ਲੈਵਲ ਤੋਂ ਮੰਨ ਕੇ ਉਹ ਟੁੱਟੇ ਹੈਗੇ ਆ, ਤਾਂ ਉਹਨਾਂ ਨੂੰ ਕੀ ਸਮੱਸਿਆਵਾਂ ਆਉਂਦੀਆਂ, ਕੀ ਮਾਨਸਿਕ ਤੌਰ ਤੇ ਸਮੱਸਿਆਵਾਂ ਆਉਂਦੀਆਂ ਹੈਗੀਆਂ, ਕੀ ਸਰੀਰਕ ਤੌਰ ਤੇ ਆਉਂਦੀਆਂ, ਕੀ ਸਮਾਜਿਕ ਤੌਰ ਤੇ ਆਉਂਦੀਆਂ। ਪਰ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਬਾਵਜੂਦ ਵੀ ਉਹ ਇਨਸਾਨ ਦੇ ਵਿੱਚ, ਜਿੱਦਾਂ ਕਿ ਆਪਣੇ ਪ੍ਰੋਗਰਾਮ ਦਾ ਵਿਸ਼ਾ ਦੇਸ਼ ਹੱਦਿਆਂ ਤੋਂ ਪਾਰ ਜਾਣ ਦਾ ਜਿਹੜਾ ਜਜ਼ਬਾ ਹੁੰਦਾ, ਉਹੀ ਪੈਦਾ ਹੁੰਦਾ। ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿ ਜਿਹੜੀਆਂ ਸਮੱਸਿਆਵਾਂ ਹੈਗੀਆਂ, ਉਹਦੀਆਂ ਜਿਹੜੀਆਂ ਮੁੱਠੀਆਂ ਹੁੰਦੀਆਂ ਘੁੱਟ ਕੇ ਮਿੱਚੀਆਂ ਵੀ ਹੁੰਦੀਆਂ, ਜਿਵੇਂ ਇੱਕ ਚੀਚੀ ਵੱਟ ਕੇ ਸਾਡੇ ਵੱਲ ਆਉਂਦੀਆਂ ਸਮੱਸਿਆਵਾਂ, ਪਰ ਉਹਨਾਂ ਦੀਆਂ ਕਚੀਚੀ ਵੱਟ ਕੇ ਮਿੱਚੀਆਂ ਹੋਈਆਂ ਮੁੱਠੀ ਦੇ ਵਿੱਚ ਹੀ ਸੰਭਾਵਨਾਵਾਂ ਹੁੰਦੀਆਂ। ਤਾਂ ਇਹ ਸਾਡੇ 'ਚ ਹੋਣੀ ਹੈ ਵੀ ਅਸੀਂ ਉਹ ਮੁੱਠੀਆਂ ਜਿਹੜੀਆਂ ਕਚੀਚੀ ਵਾਂਗੂ ਸਮੱਸਿਆਵਾਂ ਸਾਡੇ ਵੱਲ ਲੈ ਕੇ ਆਉਂਦੀਆਂ, ਅਸੀਂ ਉਹ ਪੀਚੀਆਂ ਹੋਈਆਂ ਮੁੱਠੀਆਂ ਨੂੰ ਖੋਲ ਕੇ ਉਹਦੇ ਵਿੱਚੋਂ ਸੰਭਾਵਨਾਵਾਂ ਕੱਢਣੀਆਂ। ਬਹੁਤ ਅੱਛਾ। ਤਾਂ ਇਹ ਚੀਜ਼ਾਂ ਅਸੀਂ ਤਾਂ ਕੱਢ ਸਕਦੇ ਹਾਂ ਜੇਕਰ ਅਸੀਂ ਮੈਂਟਲੀ ਤੌਰ ਤੇ ਫਿੱਟ ਆ। ਸਰੀਰਕ ਤੌਰ ਤੇ ਤੁਸੀਂ ਜਿਹੇ ਜੇ ਮਰਜ਼ੀ ਹੋਵੋ, ਕੋਈ ਮਾਇਨੇ ਨਹੀਂ ਰੱਖਦਾ, ਪਰ ਤੁਸੀਂ ਮਾਨਸਿਕ ਤੌਰ ਦੇ ਉੱਤੇ ਫਿੱਟ ਹੋਣੇ ਜ਼ਰੂਰੀ ਹੋ। ਇਹ ਬਹੁਤ ਅੱਛਾ। ਏਦਾਂ ਹੋ ਸਕਦਾ ਵੀ ਸਰੀਰਕ ਤੌਰ ਤੇ ਤਾਂ ਕਹਿ ਦਿੰਦੇ ਆ ਵੀ ਇਹਨੂੰ ਇਹ ਜਵਾਕ ਕਮਜ਼ੋਰ ਆ, ਇਹਨੂੰ ਤੁਸੀਂ ਆਹ ਖੁਰਾਕ ਦਿਓ, ਆਹ ਟੌਨਿਕ ਦਿਓ, ਪਰ ਆਪਾਂ ਉਹਨਾਂ ਦੇ ਮਾਨਸਿਕ ਵਿਕਾਸ ਦੀ ਕੋਸ਼ਿਸ਼ ਨਹੀਂ ਕਰਦੇ ਗੇ। ਤਾਂ ਮਾਨਸਿਕ ਵਿਕਾਸ ਅਗਰ ਹਰੇਕ ਬੱਚੇ ਦਾ ਪ੍ਰੋਪਰ ਹੁੰਦਾ ਹੈ,
ਕਿਉਂਕਿ ਜਿਹੜੀ ਆਤਮਿਕ ਤੇ ਮਾਨਸਿਕ ਸ਼ਕਤੀ ਹੁੰਦੀ ਹੈ ਨਾ, ਉਹ ਕਦੇ ਹੀਣ ਹੀ ਨਹੀਂ ਹੁੰਦੀ। ਆਪਾਂ ਕਦੇ ਇਹ ਨਹੀਂ ਸੁਣਿਆਗਾ ਵੀ ਸਰੀਰਕ ਤੌਰ ਤੇ ਤਾਂ ਅੰਗਹੀਣ ਸੁਣ ਲੈਂਦੇ ਆ, ਪਰ ਮਾਨਸਿਕ ਤੌਰ ਤੇ ਤਾਂ ਉਹ ਚੰਗੇ ਭਲੇ ਬੰਦੇ ਜਿਹੜੇ ਬਾਹਰੋਂ ਵੇਖਣ ਨੂੰ ਚੰਗੇ ਭਲੇ ਹੁੰਦੇ ਆ, ਉਹਨਾਂ ਦੀਆਂ ਹਰਕਤਾਂ, ਉਹਨਾਂ ਦਾ ਕਾਰ ਵਿਹਾਰ ਆਪਾਂ ਨੂੰ ਲੱਗਦਾ ਵੀ ਇਹਦੇ ਕੋਲੇ ਤਾਂ ਦਿਮਾਗ ਹੀ ਹੈ ਨੀਗਾ। ਮਤਲਬ ਇੱਕ ਕੋਲੇ ਕੋਈ ਅੰਗ ਨਾ ਹੋਣਾ ਤੇ ਇੱਕ ਕੋਲੇ ਕੋਈ ਦਿਮਾਗ ਨਾ ਹੋਣਾ, ਮੈਨੂੰ ਲੱਗਦਾ ਨਾ ਬਰਾਬਰ ਹੀ ਹੈ ਇੱਕ ਹਿਸਾਬ ਨਾਲ। ਤਾਂ ਮਾਨਸਿਕ ਤੌਰ ਤੇ ਤੁਸੀਂ ਜਿਹੜੀ ਤੁਹਾਡੀ ਸਿਹਤ ਹੈਗੀ ਆ, ਉਹਨੂੰ ਬਹੁਤ ਸਟਰੋਂਗ ਹੋਣਾ ਚਾਹੀਦਾ। ਤਾਂ ਮੇਰਾ ਉਹ ਨਾਵਲ ਵੀ ਮਾਨਸਿਕ ਸਿਹਤ ਨੂੰ ਸਮਰਪਿਤ ਹੈਗਾ, ਵੀ ਉਹਦੇ ਵਿੱਚ ਸਮੱਸਿਆਵਾਂ ਦੇ ਬਾਵਜੂਦ ਵੀ ਜਿਹੜੇ ਪਾਤਰ ਹੈਗੇ ਆ, ਉਹ ਆਪਣੇ ਦਿਸ ਹੱਦਿਆਂ ਤੱਕ ਪਹੁੰਚਦੇ ਆ, ਆਪਣੀ ਮੰਜ਼ਿਲ ਨੂੰ ਸਰ ਕਰਦੇ ਆ। ਇੱਥੋਂ ਤੱਕ ਕਿ ਲੰਬਰ ਮਨਕੇ ਵਾਲਾ ਇੱਕ ਲੜਕਾ ਮੈਂ ਉਹਨਾਂ ਦਿਨਾਂ 'ਚ ਮਿਲੀ, ਉਹਨੇ ਸਵਿਮਿੰਗ ਕੀਤੀ। ਔਰ ਦੇਖੋ ਬਹੁਤ ਸਾਰੇ ਏਦਾਂ ਕਰ ਸਕਦੇ ਹੈਗੇ ਆ, ਜੇ ਤੁਹਾਡੇ ਅੰਦਰ ਮਾਨਸਿਕ ਸਿਹਤ ਆ ਜਿਹੜੀ ਉਹ ਵਿਕਸਿਤ ਹੈ। ਸੋ ਮੈਨੂੰ ਏਦਾਂ ਹੀ ਲੱਗਦਾ ਹੁੰਦਾ ਕਿ ਉਹ ਮੇਰਾ ਜਿਹੜਾ ਨਾਵਲ ਹੈਗਾ ਸ਼ਾਹਰਗ ਦੇ ਰਿਸ਼ਤੇ, ਉਹ ਅੱਜ ਕੱਲ ਆਪਣੀਆਂ ਜਿਹੜੀਆਂ ਸਕੂਲੀ ਲਾਇਬ੍ਰੇਰੀਆਂ ਹੈਗੀਆਂ, ਉਹਨਾਂ ਦੇ ਲਈ ਉਹ ਸੈਕੰਡਰੀ ਲੈਵਲ ਦੇ ਉੱਪਰ ਉਹ ਜਿਹੜਾ ਚੁਣਿਆ ਵੀ ਗਿਆ ਹੈਗਾ। ਤਕਰੀਬਨ ਮੈਨੂੰ ਲੱਗਦਾ ਆ ਹੀ ਗਿਆ ਉਹਨਾਂ ਸਾਰੀਆਂ ਲਾਇਬ੍ਰੇਰੀਆਂ ਦੇ ਵਿੱਚ। ਤੇ ਉਹ ਬੱਚਿਆਂ ਦੇ ਲਈ, ਬੱਚਿਆਂ ਨੂੰ ਤਾਂ ਛੱਡੋ, ਉਹ ਇੱਕ ਆਮ ਇਨਸਾਨ ਦੇ ਲਈ ਵੀ ਅਗਰ ਉਹਨੂੰ ਪੜ੍ਹਦਾ, ਤੁਹਾਨੂੰ ਲੱਗਦਾ ਕਿ ਅਸੀਂ ਤਾਂ ਚੰਗੇ ਭਲੇ ਆ, ਐਵੇਂ ਮਰੂ ਕਰੀ ਜਾਂਦੇ ਆ, ਐਵੇਂ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਆ, ਜਦਕਿ ਬਹੁਤ ਖਤਰਨਾਕ ਹਾਲਾਤਾਂ ਨਾਲ ਜੂਝਦੇ ਹੋਏ ਇਨਸਾਨ ਵੀ ਬਹੁਤ ਵੱਡੀਆਂ ਮੰਜ਼ਿਲਾਂ ਪਾਰ ਕਰ ਸਕਦਾ। ਕਿਉਂਕਿ ਪ੍ਰਮਾਤਮਾ ਨੇ ਦਿੱਤੀ ਹੋਈ ਜਿਹੜੀ ਜ਼ਿੰਦਗੀ ਹੈਗੀ ਆ, ਉਹ ਆਪਾਂ ਵਾਪਸ ਤਾਂ ਕਰ ਨਹੀਂ ਸਕਦੇ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ। ਕਈ ਵਾਰੀ ਸਾਡੇ ਹਾਲਾਤ ਇਹੋ ਜਿਹੇ ਹੁੰਦੇ ਆ ਵੀ ਅਸੀਂ ਮਰ ਵੀ ਨਹੀਂ ਸਕਦੇ ਹੁੰਦੇ ਜੀ। ਮਤਲਬ ਮਰਨ ਵਾਸਤੇ ਵੀ ਘੱਟੋ ਘੱਟ ਕੋਈ ਚੀਜ਼ ਆ ਬਾਜ਼ਾਰੋਂ ਖਰੀਦਣੀ ਪਊ, ਕੁਛ ਵੀ ਕਰਨਾ ਪਊ, ਤਾਂ ਉੱਥੇ ਤੁਸੀਂ ਕੀ ਕਰੋਗੇ? ਉੱਥੇ ਤੁਸੀਂ ਜਿਉਣ ਵੱਲ ਮੁੜਨਾ ਹੀ ਮੁੜਨਾ ਹੈ। ਤਾਂ ਮੁੜਨਾ ਕਿਵੇਂ ਹੈਗਾ? ਉਹ ਉਦੋਂ ਹੀ ਮੁੜਿਆ ਜਾਊਗਾ ਜਦੋਂ ਮਾਨਸਿਕ ਤੌਰ ਤੇ ਤੁਸੀਂ ਸਟਰੋਂਗ ਹੋਵੋਗੇ। ਤਾਂ ਉਹ ਵਾਲਾ ਮੇਰਾ ਨਾਵਲ ਸ਼ਾਹਰਗ ਦੇ ਰਿਸ਼ਤੇ ਇਸੇ ਚੀਜ਼ ਨੂੰ ਹੀ ਸਮਰਪਿਤ ਆ। ਉਸ ਤੋਂ ਨੈਕਸਟ ਦੇਖੋ, ਮੈਂ ਕਿੰਨਰਾਂ ਦੇ ਬਾਰੇ ਵਿੱਚ ਨਾਵਲ ਲਿਖਿਆ ਸੀ, ਕੀ ਜਾਣਾ ਮੈਂ ਕੌਣ, 2019 ਦੇ ਵਿੱਚ ਆਇਆ। ਤਾਂ ਦੇਖੋ ਹੁਣ ਕਿੰਨਰਾਂ ਨੂੰ ਮੈਨੂੰ ਲੱਗਦਾ ਹੁੰਦਾ ਕਿੰਨਰ ਤੇ ਅੰਗਹੀਣ ਇੱਕ ਬਰਾਬਰ ਹੀ ਆ। ਉਹਨਾਂ ਨੂੰ ਵੀ ਇੱਕ ਅੰਗ ਨਾ ਹੋਣ ਕਰਕੇ, ਜਾਂ ਉਹ ਚੀਜ਼ ਆ ਜਿਹੜੀ ਉਹਨਾਂ ਦੇ ਵਿੱਚ ਪ੍ਰੋਡਕਸ਼ਨ ਪਾਵਰ ਹੈਗੀ ਆ, ਕੁਦਰਤ ਦੀ ਜਿਹੜੀ ਜਨਨ ਕਿਰਿਆ ਦੇ ਵਿੱਚ ਉਹਨਾਂ ਦੀ ਭਾਗੀਦਾਰੀ ਨਾ ਹੋਣ ਕਰਕੇ ਸਮਾਜ ਤੋਂ ਛੇਕ ਦਿੰਦੇ ਹੈਗੇ ਆ। ਤਾਂ ਏਦਾਂ ਦਾ ਕੁਛ ਹੀ ਇੱਕ ਅੰਗਹੀਣ ਪਰਸਨ ਵਾਸਤੇ ਹੁੰਦਾ ਵੀ ਉਹਦੀ ਵੀ ਕੋਈ, ਉਹਨਾਂ ਨੂੰ ਲੱਗਦਾ ਵੀ ਸਮਾਜ ਨੂੰ ਇਹ ਕੋਈ ਦੇਣ ਨਹੀਂ ਦੇ ਸਕਦੇ, ਤਾਂ ਇਹਨਾਂ ਨੂੰ ਜਿਉਣ ਦਾ ਕੋਈ ਹੱਕ ਨਹੀਂ ਹੈਗਾ। ਇਹੀ ਉਹਨਾਂ ਦੇ ਨਾਲ ਹੁੰਦੀਆਂ ਜਿਹੜੀਆਂ ਵਧੀਕੀਆਂ, ਉਹਨਾਂ ਨੂੰ ਲੈ ਕੇ ਮੈਂ ਲਿਖਿਆ ਨਾਵਲ ਕੀ ਜਾਣਾ ਮੈਂ ਕੌਣ। ਸੋ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਤੁਸੀਂ ਆਪ ਨਹੀਂ ਤੁਰ ਸਕਦੇ, ਉਹ ਕਹਿੰਦੇ ਨੇ ਕਾਰਵਾਂ ਮੰਜ਼ਿਲ पे चल कुछ इस तरह कि जब तू न चल सके तो तेरी दास्तां चले। तो ਪੈਰ ਚਾਹੇ ਪੈਰ ਨਹੀਂ ਹੈਗੇ, ਅਸੀਂ ਤੁਰ ਕੇ ਨਹੀਂ ਜਾ ਸਕਦੇ, ਪਰ ਜਿਹੜੇ ਸਾਡੇ ਸ਼ਬਦ ਹੈਗੇ ਉਹਦੇ ਵਿੱਚ ਇੰਨੀ ਪਾਵਰ ਹੋਣੀ ਚਾਹੀਦੀ ਹੈਗੀ ਆ ਕਿ ਉਹ ਇੱਕ ਉਦਾਸ ਬੈਠੇ ਬੰਦੇ ਨੂੰ ਵੀ ਨੱਚਣ ਲਾ ਦੇਣਾ ਉਹਨਾਂ ਨੂੰ ਨੱਚਣ ਲਾਉਂਦੇ ਹੈ ਵੀ, ਪਰ ਇੱਕ ਨਿਰਾਸ਼ਾ ਦੇ ਵਿੱਚ ਡੁੱਬੇ ਹੋਏ ਇਨਸਾਨ ਨੂੰ ਵੀ ਬਾਹਰ ਕੱਢ ਕੇ ਲਿਆਉਣ ਵਾਲੇ ਹੋਣੇ ਚਾਹੀਦੇ ਆ। ਸੋ ਮੈਂ ਆਪਣੇ ਅਧਿਆਪਨ ਤੋਂ ਬਗੈਰ ਆਪਣੀ ਲੇਖਣੀ ਨੂੰ ਸਮਰਪਿਤ, ਔਰ ਮੈਂ ਚਾਹੁੰਦੀ ਹਾਂ ਕਿ ਮੇਰੇ ਜਿਹੜੇ ਸ਼ਬਦ ਹੈਗੇ ਆ ਉਹਦੇ ਨਾਲ ਅਗਰ ਕਿਸੇ ਇੱਕ ਇਨਸਾਨ ਦੀ ਜ਼ਿੰਦਗੀ ਵੀ ਪਹਿਲਾਂ ਨਾਲੋਂ ਥੋੜੀ ਜਿਹੀ ਵੱਧ ਸੋਹਣੀ ਬਣ ਜਾਵੇ, ਤਾਂ ਮੈਂ ਆਪਣੇ ਆਪ ਨੂੰ ਬਹੁਤ ਸਫਲ ਸਮਝਦੀ ਹਾਂ। ਕਿਆ ਬਾਤ ਹੈ। ਸੱਚਮੁੱਚ ਜਿਹੜੇ ਲੋਕ ਆਪ ਨਹੀਂ ਚੱਲ ਸਕਦੇ, ਜੇ ਉਹਨਾਂ ਦੀ ਦਾਸਤਾਨ ਚੱਲਣ ਲੱਗ ਜਾਂਦੀ ਹੈ, ਤਾਂ ਇਹ ਦਿਸਹੱਦਿਆਂ ਤੋਂ ਪਾਰ ਜਾਣ ਦਾ ਜਜ਼ਬਾ ਹੀ ਅਸਲ ਦੇ ਵਿੱਚ ਇਹੀ ਵੱਡੀ ਪ੍ਰਾਪਤੀ ਹੈ। ਤੇ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਮਤਲਬ ਜਦੋਂ ਮਾਨਸਿਕ ਤੌਰ ਤੇ ਮਜ਼ਬੂਤ ਹੁੰਦੇ ਆ ਤਾਂ ਉਦੋਂ ਬਹੁਤ ਕੁਝ ਕਰਨ ਦੇ ਸਮਰੱਥ ਹੁੰਦੇ ਆ। ਤੇ ਹਰਪਿੰਦਰ ਰਾਣਾ ਦੀਆਂ ਇਹ ਗੱਲਾਂ ਜਿਹੜੀਆਂ ਇਹਨਾਂ ਨੇ ਹੁਣ ਕੀਤੀਆਂ ਨੇ, ਇਹ ਆਪਣੇ ਆਪ ਦੇ ਵਿੱਚ ਹੀ ਬਾਕਮਾਲ ਗੱਲਾਂ ਨੇ ਕਿ ਕਿਸ ਤਰ੍ਹਾਂ ਇਹਨਾਂ ਨੇ ਆਪਣੇ ਅੰਦਰਲੀਆਂ ਕਮੀਆਂ ਨੂੰ ਪਾਰ ਪਾ ਕੇ ਉਹਨਾਂ ਤੇ ਜਿੱਤ ਪ੍ਰਾਪਤ ਕਰਕੇ, ਆਪਣੀਆਂ ਲਿਮਿਟੇਸ਼ਨਸ ਨੂੰ ਕ੍ਰਾਸ ਕਰਕੇ, ਆਪਣੀਆਂ ਪੋਸੀਬਿਲਿਟੀਜ਼ ਨੂੰ ਸਮਝਿਆ, ਉਹਨਾਂ ਨੂੰ ਯੂਜ਼ ਕੀਤਾ ਤੇ ਵੱਡੇ ਪੱਧਰ ਤੇ ਲਿਟਰੇਚਰ ਦੇ ਖੇਤਰ ਦੇ ਵਿੱਚ ਕੰਮ ਕੀਤਾ। ਤੇ ਮੈਂ ਇਹਨਾਂ ਦੇ ਉਹ ਦੋਨੇ ਤਿੰਨੇ ਨਾਵਲ ਪੜ੍ਹਨ ਦੀ ਤੁਹਾਨੂੰ ਸਿਫਾਰਿਸ਼ ਵੀ ਕਰਦਾ ਕਿ ਆਪਣੇ ਬੱਚਿਆਂ ਨੂੰ ਪੜ੍ਹਾਓ ਤੇ ਆਪ ਵੀ ਪੜ੍ਹੋ ਜੀ। ਇਸ ਤੋਂ ਬਾਅਦ ਆਪਾਂ ਸੰਦੀਪ ਅਰੋੜਾ ਹੋਰਾਂ ਕੋਲੇ ਚੱਲਦੇ ਹਾਂ। ਸੰਦੀਪ ਅਰੋੜਾ ਜੀ, ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਲਿਮਿਟੇਸ਼ਨ ਨੂੰ ਕ੍ਰਾਸ ਕਰਕੇ ਕਿਹੜੀਆਂ ਚੀਜ਼ਾਂ ਦੇ ਵਿੱਚ ਆਪਣੇ ਆਪ ਨੂੰ ਐਡਜਸਟ ਕੀਤਾ, ਕਿਹੜੀਆਂ ਚੀਜ਼ਾਂ ਦੇ ਵਿੱਚ ਪਾਇਆ ਜਿੱਥੋਂ ਤੁਹਾਨੂੰ ਅੱਜ ਬਹੁਤ ਸਕੂਨ ਹਾਸਲ ਹੁੰਦਾ ਹੈ? ਸੰਦੀਪ ਅਰੋੜਾ ਜੀ। ਕੁਲਦੀਪ ਵੀਰ ਜੀ, ਜ਼ਿੰਦਗੀ ਵਿੱਚ ਇੱਕ ਖਾਲੀਪਨ ਜਿਹਾ ਸੀਗਾ ਜੀ, ਮਨ ਵਿੱਚ ਸੀਗਾ
ਜਿਹਨੂੰ ਆਪਾਂ ਲੈਂਗੁਏਜ ਵਿੱਚ ਕਹਿ ਦਿੰਦੇ ਆ ਡਿਫੈਂਸ ਮੈਕੈਨਿਜ਼ਮ, ਵੀ ਆਪਣੀ ਅੰਗਹੀਨਤਾ ਨੂੰ ਪਾਸੇ ਕਰਕੇ ਕੁਝ ਕਰਕੇ ਦਿਖਾਵਾਂ। ਜੀ ਸਰਵਿਸ ਵੀ ਮਿਲ ਗਈ, ਫਿਰ ਵੀ ਮਨ ਨੂੰ ਸਕੂਨ ਨਹੀਂ ਮਿਲਿਆ, ਕਿਉਂਕਿ ਉਹ ਜਿਹੜਾ ਕਲੰਕ ਜਾਂ ਧੱਬਾ ਸੀਗਾ ਅੰਗਹੀਨਤਾ ਦਾ, ਜਿਹਨੂੰ ਆਪਣਾ ਸਮਾਜ ਸਮਝਦਾ, ਜੀ ਉਹ ਹਮੇਸ਼ਾ ਨਾਲ ਰਹਿੰਦਾ ਸੀਗਾ। ਹੂੰ ਤਾਂ ਹਰਪਿੰਦਰ ਭੈਣ ਜੀ ਵਾਂਗੂ ਮੈਂ ਵੀ ਲਿਖਣ ਦਾ ਸ਼ੁਰੂ ਕੀਤਾ। ਲਿਖਣ ਦਾ ਸੀਗਾ ਮੇਰਾ ਜੋ ਮੇਨ ਮੁੱਦਾ, ਉਹ ਰਾਜਨੀਤੀ ਸੀਗਾ। ਦੇਸ਼ ਸੇਵਕ ਨੇ ਮੈਨੂੰ ਆਪਣੇ ਐਡੀਟੋਰੀਅਲ ਪੰਨਿਆਂ ਤੇ ਕਈ ਵਾਰ ਪੰਜਾਬੀ ਟ੍ਰਿਬਿਊਨ ਨੇ ਵੀ ਸਪੇਸ ਦਿੱਤੀ। ਜੀ ਉਸ ਤੋਂ ਬਾਅਦ ਮੈਂ ਨਵਾਂ ਜ਼ਮਾਨਾ ਵਿੱਚ ਵੀ ਮੁੱਖ ਪੰਨੇ ਤੇ ਲਿਖਦਾ ਰਿਹਾ, ਹੂੰ ਪਰੰਤੂ ਫਿਰ ਵੀ ਕਿਤੇ ਨਾ ਸੀਗੀ ਵੀ ਇਹ ਲਿਖਦੀ ਦਾ ਮਨ ਦਾ ਧਰਵਾਸ ਜਿਹਾ ਹੋ ਜਾਂਦਾ, ਪਰ ਕੁਝ ਹੋਰ ਕਰੀਏ ਜਿਹਦੇ ਨਾਲ ਸਮਾਜ ਨੂੰ ਕੋਈ ਫਾਇਦਾ ਹੋਵੇ। ਜੀ ਤਾਂ 5 ਜੂਨ 2005 ਨੂੰ ਮੈਂ ਕੁਝ ਦੋਸਤਾਂ ਨਾਲ ਰਲ ਕੇ ਇੱਕ ਸੀਰ ਨਾਂ ਦੀ ਸੰਸਥਾ ਬਣਾਈ। ਹੂੰ ਸੀਰ ਦਾ ਮਤਲਬ ਅੰਗਰੇਜ਼ੀ ਵਿੱਚ ਸੰਤ ਹੈ, ਪੰਜਾਬੀ ਵਿੱਚ ਆਪਣਾ ਹਿੱਸਾ ਪਾਣਾ, ਆਪਣਾ ਸੀਰ ਹੀ ਪਾਣਾ ਹੁੰਦਾ। ਹੂੰ ਤਾਂ ਉਸ ਸਮੇਂ ਸੀਗਾ ਵੀ ਆਸੇ-ਪਾਸੇ ਸਾਰਾ ਵਾਤਾਵਰਨ ਪਲੀਤ ਹੋ ਰਿਹਾ ਹੈ ਤੇ ਇਸ ਪਾਸੇ ਕੋਈ ਕੁਝ ਕਰ ਨਹੀਂ ਰਿਹਾ ਗਾ। ਤਾਂ ਮੈਂ ਕੁਝ ਦੋਸਤਾਂ ਨਾਲ ਗੱਲ ਕੀਤੀ, ਅਧਿਆਪਕ ਹੀ ਸੀਗੇ ਸਾਰੇ, ਤੇ ਅਧਿਆਪਕਾਂ ਕੋਲੋਂ ਸਕੂਲ ਟਾਈਮ ਤੋਂ ਬਾਅਦ ਸਮਾਂ ਵੀ ਹੁੰਦਾ, ਤੇ ਅਸੀਂ ਇੱਥੇ ਫਰੀਦਕੋਟ ਵਿੱਚ ਇੱਕ ਹੈਗਾ ਰੈਸਟ ਹਾਊਸ ਹੈ, ਜੇ ਤੁਸੀਂ ਕਦੀ ਆਏ ਹੋ ਤਾਂ ਉੱਥੇ ਜੂਨ ਦਾ ਮਹੀਨਾ ਚੱਲ ਰਿਹਾ, ਤੇ ਕਿਸੇ ਸਰਕਾਰੀ ਅਦਾਰੇ ਵੱਲੋਂ 15-20 ਦਿਨ ਪਹਿਲਾਂ ਪਲਾਂਟੇਸ਼ਨ ਕੀਤੀ ਗਈ, ਤੇ ਉਹ ਭੁੱਲ ਗਏ ਵੀ ਅਸੀਂ ਪਲਾਂਟੇਸ਼ਨ ਕੀਤੀ ਹੈ। ਬੂਟੇ ਸੁੱਕ ਰਹੇ ਸੀਗੇ। ਮੈਂ ਆਪਣੇ 2-3 ਦੋਸਤਾਂ ਨੂੰ ਕਿਹਾ, ਮੈਂ ਕਿਹਾ ਯਾਰ ਆਪਾਂ ਬਾਲਟੀ ਲਿਆਇਆ ਕਰੀਏ ਤੇ ਪਾਣੀ ਪਾ ਲਿਆ ਕਰੀਏ। ਹੂੰ ਉਹ ਪਹਿਲਾਂ ਇੱਕ ਝਿਜਕ ਜੀ ਮਨ ਵਿੱਚ ਵੀ ਕੋਈ ਲੋਕ ਕੀ ਕਹਿਣਗੇ ਜੋ ਸੈਰ ਕਰਦੇ ਆ, ਪਰ ਉਹ ਜੀ ਝਿਜਕ 1-2 ਦਿਨਾਂ ਵਿੱਚ ਖਤਮ ਹੋ ਗਈ, ਤੇ ਅਸੀਂ ਬਾਲਟੀਆਂ ਇਕੱਠੀਆਂ ਕੀਤੀਆਂ, ਤੇ ਮੇਰੇ ਕੋਲ ਟਰਾਈਸਾਈਕਲ ਹੁੰਦਾ ਸੀਗਾ, ਉਸ ਤੇ ਬਾਲਟੀਆਂ ਉਹਨਾਂ ਨੇ ਭਰ ਦੇਣੀਆਂ, ਮੈਂ ਟਰਾਈਸਾਈਕਲ ਤੇ ਲੱਦ ਕੇ ਲੈ ਜਾਣੀਆਂ, ਕਿਆ ਤੇ ਬਾਤ ਬੂਟਿਆਂ ਨੂੰ ਪਾਣਾ ਸ਼ੁਰੂ ਕਰ ਦਿੱਤਾ। ਹੂੰ ਤੇ ਉੱਥੋਂ ਫਿਰ ਇਹ ਕਾਰਵਾ ਸ਼ੁਰੂ ਹੋ ਗਿਆ, ਤੇ ਬੂਟੇ ਲਾਣੇ ਵੀ ਸ਼ੁਰੂ ਕਰ ਦਿੱਤੇ। ਫਿਰ ਸੁਸਾਇਟੀ ਦਾ ਗਠਨ ਕਰਕੇ ਰਜਿਸਟ੍ਰੇਸ਼ਨ ਕਰਾ ਲਈ, ਤੇ ਇਸ ਵੇਲੇ ਉਸ ਸੰਸਥਾ ਵਿੱਚ ਜਿਹੜੇ 10-15 ਮੈਂਬਰਾਂ ਤੋਂ ਸ਼ੁਰੂ ਹੋਈ ਸੀ, 100 ਦੇ ਕਰੀਬ ਮੈਂਬਰ ਹੈਗੇ ਆ, ਤੇ ਲਗਭਗ ਫਰੀਦਕੋਟ ਦੇ ਹਰ ਇੱਕ ਕੋਨੇ ਵਿੱਚ ਅਸੀਂ ਪਲਾਂਟੇਸ਼ਨ ਕਰਕੇ ਦਰਖਤ ਵੱਡੇ ਕੀਤੇ ਆ। ਹੂੰ ਤੇ ਮਨ ਨੂੰ ਸਕੂਨ ਹੈ ਵੀ ਮਨੁੱਖਤਾ ਵਾਸਤੇ, ਆਪਦੇ ਆਲੇ ਦੁਆਲੇ ਵਾਸਤੇ ਕੁਛ ਕੀਤਾ ਹੈ। ਪੰਛੀਆਂ ਵਾਸਤੇ, ਜੀਵ ਜੰਤੂਆਂ ਵਾਸਤੇ ਕੁਛ ਕਰ ਰਹੇ ਆ। ਕਿਆ ਬਾਤ, ਤੇ ਬਹੁਤ ਅੱਛੇ। ਜਿਨ੍ਹਾਂ ਬੂਟਿਆਂ ਨੂੰ ਆਪਣੀਆਂ ਜੜ੍ਹਾਂ ਲਾਉਣ ਵਾਸਤੇ ਕਦੇ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪਿਆ, ਉਹ ਬੂਟੇ ਹੁਣ ਵੱਡੇ ਹੋ ਕੇ ਘਣਸ਼ਾਵੇਂ ਬੋਹੜ ਬਣ ਚੁੱਕੇ ਨੇ, ਤੇ ਅੱਗੇ ਹੋਰ ਬਹੁਤ ਸਾਰੇ ਬੂਟਿਆਂ ਨੂੰ ਪੈਦਾ ਕਰ ਰਹੇ ਨੇ, ਹੋਰ ਬਹੁਤ ਸਾਰੇ ਬੂਟਿਆਂ ਦੀ ਸੰਭਾਲ ਕਰ ਰਹੇ ਨੇ। ਇਹ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ। ਸੱਚਮੁੱਚ ਸੰਦੀਪ ਅਰੋੜਾ ਜੀ, ਤੁਸੀਂ ਬਹੁਤ ਕਮਾਲ ਦਾ ਕੰਮ ਕਰ ਰਹੇ ਹੋ। ਇਸ ਨੂੰ ਜਾਰੀ ਰੱਖੋ, ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ। ਹੁਣ ਆਪਾਂ ਕਾਲਾ ਸਿੰਘ ਹੋਰਾਂ ਕੋਲੇ ਚੱਲਦੇ ਹਾਂ। ਕਾਲਾ ਸਿੰਘ ਜੀ, ਸਾਨੂੰ ਕੀ ਸੁਣਾਓਗੇ ਤੁਸੀਂ ਅੱਜ? ਅਸੀਂ ਤੁਹਾਡੀ ਇਸ ਕਲਾ ਤੋਂ ਜਾਣਨਾ ਚਾਹੁੰਦੇ ਹਾਂ, ਜਿਹੜੀ ਕਲਾ ਤੁਸੀਂ ਹਾਸਲ ਕੀਤੀ ਹੈ, ਜਿਹੜੀ ਕਲਾ ਦੇ ਵਿੱਚ ਤੁਸੀਂ ਹੁਣ ਕੰਮ ਕਰ ਰਹੇ ਹੋ। ਹਾਂਜੀ, ਮੇਰੀ ਆਵਾਜ਼ ਕਲੀਅਰ ਆ ਰਹੀ ਹੈ ਜੀ? ਹਾਂ, ਆ ਰਹੀ ਹੈ ਜੀ। ਹਾਂ, ਮੈਂ ਸਰ 1997 ਤੋਂ ਵਿਦਿਆ ਪ੍ਰਾਪਤ ਕਰਨੀ ਆਰੰਭ ਕੀਤੀ ਸੀ, ਤੇ 2013 ਤੱਕ ਮੈਂ ਤੁਹਾਡਾ ਚਿਹਰਾ ਨਾ ਘੱਟ ਦਿਸਦਾ ਹੈ, ਬਹੁਤ ਨੇੜੇ ਆ ਜਾਂਦੇ ਤੁਸੀਂ ਜੀ। 2013 ਦੇ ਵਿੱਚ ਅੰਮ੍ਰਿਤਸਰ ਤੋਂ ਸਟੱਡੀ ਮੈਂ BA ਤੱਕ ਕਲੀਅਰ ਕੀਤੀ ਜੀ। ਉਸ ਤੋਂ ਬਾਅਦ ਮੈਂ BEd ਕੀਤੀ 14-15 ਦੇ ਵਿੱਚ ਪਟਿਆਲੇ ਜਾ ਕੇ ਜੀ। ਇਸੇ ਦੌਰਾਨ ਮੈਂ ਅੰਮ੍ਰਿਤਸਰ ਸਾਹਿਬ ਵਿੱਚੋਂ ਰਾਗ ਵਿਦਿਆ, ਵੋਕਲ, ਹਾਰਮੋਨੀਅਮ ਦੀ ਵਿਦਿਆ ਗ੍ਰਹਿਣ ਕਰਨ ਦਾ ਯਤਨ ਕੀਤਾ ਜੀ। ਤੇ 2001 ਤੋਂ ਬੰਸਰੀ ਸਟਾਰਟ ਕੀਤੀ, ਫਲੂਟ ਜਿਹਨੂੰ ਆਪਾਂ ਕਹਿੰਦੇ ਆ। ਤੇ ਦਿਲਰੁਬਾ, ਸਿਤਾਰ, ਵਾਇਲਨ, ਇਹਨਾਂ 'ਚ ਥੋੜਾ ਬਹੁਤਾ ਹੱਥ ਚਲਾਉਣ ਦਾ ਯਤਨ ਕੀਤਾ ਜੀ। ਪਰ ਮੇਰੇ ਅਧਿਆਪਕ ਨੇ ਕਿਹਾ ਕਿ ਜ਼ਿਆਦਾ ਬੇੜੀਆਂ ਦਾ ਸਵਾਰ ਹਮੇਸ਼ਾ ਡੁੱਬਦਾ ਹੈ। ਬਹੁਤ ਅੱਛੇ। ਤੇ ਇਸ ਕਰਕੇ ਕਹਿੰਦੇ ਵੀ ਤੁਸੀਂ ਆਪਣੇ 1-2 ਜਿੱਥੇ ਤੁਹਾਡਾ ਗਾਇਕੀ ਤੇ ਮੇਨ ਪਕੜ ਹੈ, ਤੇ ਫਲੂਟ ਤੇ ਤੁਹਾਡੀ ਮੇਨ ਪਕੜ ਜਿਹੜੀ ਆ ਬਣ ਰਹੀ ਹੈ, ਤੇ ਉਹਨੂੰ ਬਰਕਰਾਰ ਰੱਖੋ। ਤੇ ਇਹਨੂੰ ਮੈਂ ਜਾਰੀ ਰੱਖਿਆ ਜੀ। ਤੇ ਬੰਸਰੀ ਦੇ ਵਿੱਚ ਮੈਂ ਗੁਰੂ ਨਾਨਕ ਯੂਨੀਵਰਸਿਟੀ ਤੋਂ ਪਹਿਲਾਂ ਇੱਕ ਵਾਰੀ ਤੀਸਰਾ ਪੋਜੀਸ਼ਨ ਲਈ ਸੀਗੀ, ਫਿਰ ਮੈਂ ਦੂਸਰੀ ਪੋਜੀਸ਼ਨ ਲਈ ਸੀਗੀ। ਉਸ ਤੋਂ ਬਾਅਦ ਜੈਪੁਰ ਤੋਂ ਫਿਰ ਮੈਨੂੰ 골ਡ ਮੈਡਲ ਮਿਲਿਆ। ਕਿਆ ਬਾਤ ਹੈ। ਤੇ ਬੈਂਗਲੌਰ ਤੋਂ ਸਪੈਸ਼ਲ ਪ੍ਰਾਈਜ਼ ਨੈਸ਼ਨਲ ਅਵਾਰਡ ਮੈਨੂੰ ਕਰਨਾਟਕ ਸਰਕਾਰ ਨੇ ਬੰਸਰੀ ਦੇ ਵਿੱਚ ਦਿੱਤਾ। ਵੈਰੀ ਗੁੱਡ। ਤੇ 2014 ਵਿੱਚ ਹੀ ਮੈਨੂੰ ਸੁਨਾਦ ਅਵਾਰਡ
ਪਟਿਆਲਾ ਪੰਜਾਬੀ ਯੂਨੀਵਰਸਿਟੀ ਗੁਰਮਤਿ ਡਿਪਾਰਟਮੈਂਟ ਵੱਲੋਂ ਦਿੱਤਾ ਗਿਆ ਜੀ। ਬਹੁਤ ਅੱਛੀ। ਤੇ ਮੈਂ ਮਾਣ ਮਹਿਸੂਸ ਕਰਦਾ, ਮੈਨੂੰ ਪਤਾ ਕਿ ਵੀ ਮੈਂ ਇੰਨੇ ਕਾਬਿਲ ਹੈ ਹੀ ਨਹੀਂ, ਪਰ ਉਸ ਦੇ ਬਾਵਜੂਦ ਵੀ ਫਿਰ ਮੈਨੂੰ ਕਾਫੀ, ਜਿੰਨਾ ਮੈਂ ਮਿਹਨਤ ਕੀਤੀ ਉਹਦਾ ਇੰਨਾ ਹੌਸਲਾ ਮਿਲਿਆ ਵੀ ਅੱਗੇ ਹੁਣ ਮਿਹਨਤ ਕਰਨ ਨੂੰ ਲਗਾਤਾਰ ਯਤਨ ਕੀਤਾ ਹੈ ਜੀ ਸੋ ਕਰ ਰਹੇ ਹਾਂ ਜੀ। ਸੁਣਾਓ ਸਾਨੂੰ ਕੁਛ। ਕੀ ਬੰਸਰੀ ਸੁਣਾਈਏ ਜਾਂ ਗਾਇਨ ਸੁਣਾਈਏ ਜੀ? आप बंसरी सुना दो, गायन तो चलो कोई गल नहीं, बंसरी सुना दो। क्या बात है। बहुत अच्छा। ਇਹ ਆਪਾਂ ਜਿਵੇਂ ਟੱਪੇ ਸਟਾਈਲ ਗਾਉਂਦੇ ਜੀ, जी ਥੋੜਾ जी ਗਾ ਕੇ ਵੀ हाँ ਉਹ ਪਾਣੀ ਨਦੀਆਂ ਦਾ ਪੀ ਲੈਣਾ, ਪਾਣੀ ਨਦੀਆਂ ਦਾ ਪੀ ਲੈਣਾ, ਮਾਪਿਆਂ ਦਾ ਸੰਗ ਛੱਡ ਕੇ, ਹੋ ਮਾਪਿਆਂ ਦੀ ਸੇਵਾ ਛੱਡ ਕੇ, ਜਾ ਕੇ ਤੀਰਥਾਂ ਤੇ ਕੀ ਲੈਣਾ, वाह जी ਹੋ वाह जी। ਮਾਪਿਆਂ ਦੀ ਸੇਵਾ ਛੱਡ ਕੇ, ਜਾ ਕੇ ਤੀਰਥਾਂ ਤੇ ਕੀ ਲੈਣਾ। बहुत अच्छे, बहुत अच्छे, बहुत ਵਧੀਆ ਕਾਲਾ ਸਿੰਘ ਜੀ। ਤੁਸੀਂ ਬਹੁਤ ਕਮਾਲ ਦਾ ਵਜਾਉਂਦੇ ਹੋ ਤੇ ਕਮਾਲ ਦਾ ਗਾਉਂਦੇ ਹੋ। ਕੁਦਰਤ ਨੇ ਇਹ ਜਿਹੜਾ ਧੰਨਵਾਦ ਜੀ। ਹੁਨਰ ਤੁਹਾਨੂੰ ਦਿੱਤਾ ਹੈ, ਇਸ ਹੁਨਰ ਨੂੰ ਤੁਸੀਂ ਆਪ ਵੀ ਤਰਾਸ਼ ਰਹੇ ਹੋ ਤੇ ਅੱਗੇ ਆਪਣੇ ਬੱਚਿਆਂ ਤੱਕ ਵੀ ਲੈ ਕੇ ਜਾ ਰਹੇ ਹੋ। ਦੋਸਤੋ ਵਕਤ ਵੀ ਬਹੁਤ ਹੋ ਗਿਆ ਤੇ ਆਪਾਂ ਮੈਂ ਚਾਹੁੰਦਾ ਕਿ ਸਾਡੇ ਐਡਮਿਨ ਦੇ ਵਿੱਚ ਜੋ ਕੋਈ ਸਵਾਲ ਕਰਨਾ ਚਾਹੁੰਦਾ ਹੈ ਦੋਸਤ ਤਾਂ ਉਹ ਕਰ ਸਕਦਾ ਹੈ ਸਾਡੇ ਇਹਨਾਂ ਤਿੰਨੇ ਸਾਥੀਆਂ ਤੋਂ, ਸੁਖਜੀਵਨ, ਮੈਡਮ ਮਨਜਿੰਦਰ ਜਾਂ ਇੱਕ ਦੋ ਸਾਥੀ ਸਾਡੇ ਨਾਲ ਹੋਰ ਵੀ ਜੁੜੇ ਹੋਏ ਨੇ, ਉਹਨਾਂ ਦੇ ਵਿੱਚ ਵੀ ਜੋ ਸਵਾਲ ਕਰਨਾ ਚਾਹੁੰਦਾ ਕਰ ਸਕਦੇ ਹੋ ਜੀ। ਹਾਂਜੀ ਸਰ, ਮੇਰੀ ਆਵਾਜ਼ ਆ ਰਹੀ ਜੀ? ਹਾਂਜੀ 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 ਹਾਂਜੀ, ਬੋਲੋ ਜੀ। ਹਾਂਜੀ ਸਰ, ਮੇਰਾ ਸਵਾਲ ਤਾਂ ਕੋਈ ਨਹੀਂ ਜੀ, ਜੀ ਪਰ ਮੈਂ ਇੰਨਾ ਜ਼ਰੂਰ ਇਸ ਪ੍ਰੋਗਰਾਮ ਦੀ ਗੱਲਬਾਤ ਸੁਣ ਬਹੁਤ ਹੀ ਮਾਣ ਮਹਿਸੂਸ ਹੋਇਆ ਜੀ ਖਾਸ ਹਾਸਲ ਕੀਤਾ। ਦੀਨਤ ਅਤੇ ਜਜ਼ਬੇ ਨੂੰ ਮੈਂ ਸਲਾਮ ਕਰਦੀ ਹਾਂ ਜੀ। ਥੈਂਕ ਯੂ ਜੀ। ਜੀ ਜੀ, ਬਹੁਤ ਧੰਨਵਾਦ। ਹਾਂਜੀ ਸੁਖਜੀਵਨ ਜਾਂ ਕੋਈ ਹੋਰ ਸਾਥੀ ਕੁਝ ਕਹਿਣਾ ਚਾਹੁੰਦਾ ਹੈ? ਹਾਂਜੀ, ਮੈਂ ਹੁਣ ਸਾਡੇ ਤਿੰਨੇ ਮਹਿਮਾਨਾਂ ਨੂੰ ਫਿਰ ਚਾਹੁੰਦਾ ਕਿ ਉਹ 1 ਮਿੰਟ ਲਈ ਕੋਈ ਵੀ ਗੱਲ ਜੋ ਕਰਨੀ ਚਾਹੁੰਦੇ ਨੇ ਤਾਂ ਉਹ ਕਰ ਸਕਦੇ ਨੇ। ਆਪਣੀ ਕੋਈ ਗੱਲ ਉਹ ਚਾਹੁੰਦੇ ਨੇ ਕਿ ਅਸੀਂ ਸੁਸਾਇਟੀ ਨਾਲ ਸਾਂਝੀ ਕਰੀਏ, ਅਸੀਂ ਟੀਚਰ ਨਾਲ ਸਾਂਝੀ ਕਰੀਏ, ਤਾਂ ਉਹਨਾਂ ਨੂੰ ਅਸੀਂ ਇਨਵਾਈਟ ਕਰਦੇ ਹਾਂ 2 ਮਿੰਟ ਦੇ ਵਿੱਚ ਜਿਹੜੇ ਹੈਗੇ ਨੇ ਸਾਡੇ ਸਾਥੀ ਆਪਣੀ ਗੱਲ ਕਰਨਗੇ। ਪਹਿਲਾਂ ਮੈਂ ਸੰਦੀਪ ਅਰੋੜਾ ਜੀ ਨੂੰ ਬੇਨਤੀ ਕਰਦਾ ਕਿ ਉਹ ਜੋ ਕੁਝ ਵੀ ਕਹਿਣਾ ਚਾਹੁੰਦੇ ਨੇ, ਉਹਨਾਂ ਦੇ ਮਨ ਦੇ ਵਿੱਚ ਜੋ ਕੁਝ ਹੈਗਾ ਕਹਿਣ ਵਾਲਾ ਉਹ ਜ਼ਰੂਰ ਕਹਿਣ। ਦੋਸਤੋ, ਜ਼ਿੰਦਗੀ ਵਿੱਚ ਮੁਸੀਬਤਾਂ ਹੋਣ ਦੇ ਬਾਵਜੂਦ ਵੀ ਨਿਰਾਸ਼ ਹੋਣ ਦੀ ਲੋੜ ਨਹੀਂ। ਜ਼ਿੰਦਗੀ ਦੇ ਕਿਸੇ ਵੀ ਸਟੈਪ ਤੇ ਕੋਈ ਨਾ ਕੋਈ ਆਸ ਕਿਤੇ ਵੀ ਮਿਲ ਸਕਦੀ ਹੈ, ਪਰ ਜੇ ਇੱਕ ਵਾਰ ਤੁਸੀਂ ਜ਼ਿੰਦਗੀ ਦਾ ਪੱਲਾ ਛੱਡ ਜਾਂਦੇ ਹੋ ਫਿਰ ਕੁਝ ਵੀ ਨਹੀਂ ਮਿਲਣਾ। ਸੰਘਰਸ਼, ਦ੍ਰਿੜਤਾ ਤੇ ਲਗਾਤਾਰਤਾ ਇਹ ਤੁਹਾਨੂੰ ਬਹੁਤ ਅਗਾਂਹ ਤੱਕ ਲੈ ਜਾਂਦੀਆਂ ਤੇ ਹੌਸਲਾ ਹਾਰਨ ਦੀ ਲੋੜ ਨਹੀਂ। ਇਹੀ ਸੰਦੇਸ਼ ਹੈ ਜੀ। ਜੀ ਹਾਂਜੀ, ਕਾਲਾ ਸਿੰਘ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ?
ਕਹਿਣਾ ਵੀ ਅਪੰਗਤਾ ਕਿਸੇ ਨੂੰ ਵੀ ਮਿਲ ਸਕਦੀ ਹੈ, ਕਈਆਂ ਨੂੰ ਸਰੀਰਕ, ਕਈਆਂ ਨੂੰ ਮਾਨਸਿਕ, ਪਰ ਕੁਝ ਲੋਕ ਐਸੇ ਹੁੰਦੇ ਨੇ ਜੋ ਸਰੀਰਕ ਪੱਖੋਂ ਵੀ ਬਹੁਤ ਮਜ਼ਬੂਤ ਹੁੰਦੇ ਨੇ ਤੇ ਮਾਨਸਿਕ ਪੱਖੋਂ ਵੀ, ਤੇ ਪਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਰਕਾਰਾਂ ਵੱਲੋਂ ਜਾਂ ਆਮ ਕੋਈ ਜਿਹੜੇ ਸਮਾਜਿਕ ਵਿਰੋਧੀ ਤੱਤ ਨੇ ਉਹਨਾਂ ਵੱਲੋਂ ਪਛਾੜਨ ਦਾ ਯਤਨ ਕੀਤਾ ਜਾਂਦਾ ਹੈ। ਉਹਦੇ ਸੰਬੰਧ 'ਚ ਕੁਝ ਵੀ ਸਿਹਤ ਸਾਂਭ ਕੇ ਰੱਖੋ, ਕੁਝ ਪੰਕਤੀਆਂ ਗਾ ਕੇ 1 ਮਿੰਟ ਵਿੱਚ ਗਾ ਕੇ ਸੁਣਾ ਰਹੇ ਜੀ। ਜੀ ਹੋ ਮਾਨਸ ਦੇ ਹੀ ਉੱਤਮ ਸਭ ਤੋਂ ਕਹਿੰਦੇ ਸਿਹਤ ਵਿਗਿਆਨੀ ਜੋ, ਮਾਨਸ ਦੇ ਹੀ ਉੱਤਮ ਸਭ ਤੋਂ ਕਹਿੰਦੇ ਸਿਹਤ ਵਿਗਿਆਨੀ ਜੋ, ਹੈ ਖੁਦਾ ਦਾ ਮੰਦਿਰ ਕਹਿੰਦੇ ਸੁਣੋ ਧਿਆਨੀ ਜੋ, ਹੈ ਖੁਦਾ ਦਾ ਮੰਦਿਰ ਕਹਿੰਦੇ ਸੁਣੋ ਧਿਆਨੀ ਜੋ, ਨਾਜ਼ਨੇ ਇਸ ਦੇ ਹੀ ਵਿੱਚ ਵੱਜਦੇ ਰਹਿੰਦੇ ਨੇ, ਨਾਜ਼ਨੇ ਇਸ ਦੇ ਹੀ ਵਿੱਚ ਵੱਜਦੇ ਰਹਿੰਦੇ ਨੇ, ਸਿਹਤ ਸਾਂਭ ਕੇ ਰੱਖੋ ਸਿਹਤ ਵਿਗਿਆਨੀ ਕਹਿੰਦੇ ਨੇ, ਵਾਹ ਜੀ ਵਾਹ, ਸਿਹਤ ਸਾਂਭ ਕੇ ਰੱਖੋ ਸਿਹਤ ਵਿਗਿਆਨੀ ਕਹਿੰਦੇ ਨੇ, ਹੋ ਇੱਕ ਤਾਂ ਬੱਚੇ ਚੰਗੇ ਹੁੰਦੇ ਟੱਬਰ ਦੀ ਖੁਸ਼ਹਾਲੀ ਨੂੰ, ਬਹੁਤੇ ਪੰਛੀ ਤੋੜ ਸੁੱਟਦੇ ਫੁੱਲਾਂ ਲੱਦੀ ਡਾਲੀ ਨੂੰ, ਬਹੁਤੇ ਪੰਛੀ ਤੋੜ ਸੁੱਟਦੇ ਫੁੱਲਾਂ ਲੱਦੀ ਡਾਲੀ ਨੂੰ, ਮੈਂ ਮੇਰੀ ਦੀ ਖਾਤਰ ਜੀ ਹਾਂ, ਮੈਂ ਮੇਰੀ ਦੀ ਖਾਤਰ ਇੱਕ ਦੂਜੇ ਨਾਲ ਕਹਿੰਦੇ ਨੇ, ਸਿਹਤ ਸਾਂਭ ਕੇ ਰੱਖੋ ਸਿਹਤ ਵਿਗਿਆਨੀ ਕਹਿੰਦੇ ਨੇ ਜੀ ਸੁਣੋ, ਗਿਆਨੀ ਕਹਿੰਦੇ ਨੇ ਜੀ ਸੁਣੋ, ਧਿਆਨੀ ਕਹਿੰਦੇ ਨੇ ਬਹੁਤ ਅੱਛਾ ਜੀ, ਬਹੁਤ ਅੱਛਾ। ਬਹੁਤ ਵਧੀਆ ਜੀ, ਬਹੁਤ ਹੀ ਵਧੀਆ। ਕਮਾਲ ਦੇ ਸ਼ਬਦਾਂ ਦੇ ਵਿੱਚ ਤੁਸੀਂ ਗਾ ਕੇ ਜਿਹੜਾ ਸੁਨੇਹਾ ਦਿੱਤਾ ਹੈ ਇਹ ਬਹੁਤ ਖੂਬਸੂਰਤ ਹੈ ਆਪਣੇ ਆਪ ਦੇ ਵਿੱਚ। ਮੈਨੂੰ ਲੱਗਦਾ ਰਾਣਾ ਹਰਪਿੰਦਰ ਹੋਣੀ ਸਾਡੇ ਨਾਲੋਂ ਡਿਸਕਨੈਕਟ ਹੋ ਗਏ। ਰਾਣਾ ਹਰਪਿੰਦਰ ਜੀ ਮੇਰੀ ਆਵਾਜ਼ ਤੁਸੀਂ ਸੁਣ ਰਹੇ ਹੋ, ਇਹਨਾਂ ਦੀ ਆਡੀਓ ਮੇਰੇ ਖਿਆਲ ਡਿਸਕਨੈਕਟ ਹੋ ਗਈ। ਚਲੋ ਰਾਣਾ ਹਰਪਿੰਦਰ ਹੋਰਾਂ ਨੇ ਸਾਡੇ ਨਾਲ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ, ਪਰ ਤੁਹਾਡੇ ਅੰਦਰ ਬਹੁਤ ਕੁਛ ਹੈ, ਤਿੰਨੇ ਸਾਡੇ ਜਿਹੜੇ ਅੱਜ ਦੇ ਮਹਿਮਾਨ ਨੇ, ਤੇ ਅਸੀਂ ਚਾਹਾਂਗੇ ਕਦੇ ਸਿਰਜਣਾਤਮਕ ਸਿੱਖਿਆ ਸੰਸਾਰ ਵੱਲੋਂ ਤੁਹਾਡੇ ਇਕੱਲੇ ਦੀ ਤੁਹਾਡੇ ਕੋਲ ਜਾ ਕੇ ਇੰਟਰਵਿਊ ਰਿਕਾਰਡ ਕੀਤੀ ਜਾਵੇ, ਜਿਹਦੇ ਨਾਲ ਤੁਹਾਡੇ ਅੰਦਰਲੀਆਂ ਚੀਜ਼ਾਂ ਹੋਰ ਨਿਕਲ ਕੇ ਸਾਹਮਣੇ ਆ ਸਕਣ। ਇਹ ਸਾਡੀ ਭਵਿੱਖ ਦੇ ਵਿੱਚ ਕੋਸ਼ਿਸ਼ ਰਹੂਗੀ ਸਾਡੀ ਸਿਰਜਣਾਤਮਕ ਸਿੱਖਿਆ ਸੰਸਾਰ ਦੀ ਟੀਮ ਦੀ, ਕਿ ਅਸੀਂ ਲਾਈਵ ਤੁਹਾਡੇ ਨਾਲ ਜਾ ਕੇ ਗੱਲਬਾਤ ਕਰੀਏ ਤੇ ਉੱਥੇ ਬਹਿ ਕੇ ਤੁਹਾਨੂੰ ਹੋਰ ਸੁਣੀਏ ਜਾਣੀਏ, ਇਕੱਲੇ ਤੇ ਆਪਾਂ ਘੰਟੇ ਦਾ ਫੀਚਰ ਤੁਹਾਡੇ ਤੇ ਕਰੀਏ। ਇਹ ਭਵਿੱਖ ਦੇ ਵਿੱਚ ਸਾਡਾ ਏਜੰਡਾ ਹੋਊਗਾ, ਤੇ ਤੁਹਾਡੇ ਰਾਹੀਂ ਤੁਹਾਡੇ ਬਹਾਨੇ ਨਾਲ ਉਹਨਾਂ ਸਾਰੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਉਹਨਾਂ ਸਾਰੇ ਲੋਕਾਂ ਨੂੰ ਸਲੂਟ ਕਰਨ ਦੀ ਕੋਸ਼ਿਸ਼ ਕਰੀਏ ਜਿਹੜੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚੇ ਸੀ, ਪਰ ਉਹਨਾਂ ਨੇ ਆਪਣੀਆਂ ਜ਼ਰੂਰਤਾਂ ਨੂੰ ਜਿੱਤ ਕੇ, ਆਪਣੀਆਂ ਜ਼ਰੂਰਤਾਂ ਤੋਂ ਪਾਰ ਜਾ ਕੇ ਇਸ ਸਮਾਜ ਨੂੰ ਖੂਬਸੂਰਤ ਬਣਾਉਣ ਦੇ ਵਿੱਚ, ਇਸ ਸਮਾਜ ਨੂੰ ਸੋਹਣਾ ਬਣਾਉਣ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਯਤਨ ਕੀਤੇ ਨੇ। ਸੋ ਤਿੰਨੇ ਸ਼ਖਸੀਅਤਾਂ ਨੂੰ ਅਸੀਂ ਦਿਲ ਤੋਂ ਸਲੂਟ ਕਹਿੰਦੇ ਆ, ਸਲਾਮ ਕਹਿੰਦੇ ਆ। ਸੰਦੀਪ ਅਰੋੜਾ ਜੀ ਤੁਹਾਨੂੰ ਬਹੁਤ ਸਲੂਟ, ਤੁਹਾਨੂੰ ਬਹੁਤ ਸਲੂਟ, ਤੇ ਹਰਪਿੰਦਰ ਹੋਰਾਂ ਨੂੰ ਬਹੁਤ ਸਲੂਟ। ਮਿਲਦੇ ਆ ਆਪਾਂ ਬਹੁਤ ਜਲਦੀ ਲਾਈਵ ਰੂਪ ਦੇ ਵਿੱਚ ਗੱਲਬਾਤ ਕਰਨ ਦੇ ਰਾਹੀਂ। ਇੱਕ ਵਾਰੀ ਫਿਰ ਸਾਰੀ ਐਡਮਿਨ ਟੀਮ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਦੋਸਤੋ ਇਹ ਪ੍ਰੋਗਰਾਮ ਜ਼ਰੂਰ ਸੁਣਨਾ, ਬਹੁਤ ਕੁਝ ਦੇਖਦੇ ਆ, ਪਰ ਕੁਝ ਪ੍ਰੋਗਰਾਮ ਨੇ ਜੋ ਤੁਹਾਡੀ ਰੂਹ ਨੂੰ ਝੰਜੋੜਦੇ ਨੇ। ਅੱਜ ਦਾ ਪ੍ਰੋਗਰਾਮ ਮੈਨੂੰ ਇਸ ਤਰ੍ਹਾਂ ਦਾ ਲੱਗਦਾ ਕਿ ਸਾਡੀ ਰੂਹ ਨੂੰ ਝੰਜੋੜਨ ਵਾਲਾ ਪ੍ਰੋਗਰਾਮ ਹੈ। ਸੋ ਆਪਾਂ ਇਸ ਪ੍ਰੋਗਰਾਮ ਨੂੰ ਸਾਰੇ ਸੁਣੀਏ। ਸੁਣਨ ਵਾਲੇ ਸਾਥੀਆਂ ਦਾ ਵੀ ਬਹੁਤ ਧੰਨਵਾਦ। ਇੱਕ ਵਾਰੀ ਫਿਰ ਮੈਂ ਆਪਣੇ ਵੱਲੋਂ ਸਾਰਿਆਂ ਦਾ ਥੈਂਕਸ ਕਹਿਣਾ। ਬਹੁਤ ਧੰਨਵਾਦ ਜੀ। ਬਹੁਤ ਧੰਨਵਾਦ। ਬਹੁਤ ਥੈਂਕ ਯੂ ਜੀ। ਸ਼ੁਕਰੀਆ ਜੀ।